महला दूजा। चाकर लगे चाकरी नाले गारबवाद, गल्लां करे कनेरियां खसम ना पाए साध। इस पौड़ी ਦੀ ਵਿਚਾਰ ਤੋਂ ਪਹਿਲਾਂ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਆਸਾ ਦੀ ਵਾਰ ਜਿਹੜੀ ਹੈ ਉਹ ਪੌੜੀਆਂ ਤੇ ਸ਼ਲੋਕਾਂ ਦੇ ਵਿੱਚ ਲਿਖੀ ਗਈ ਹੈ। ਤੁਸੀਂ ਰੋਜ਼ ਕੀਰਤਨ ਵੀ ਸੁਣਦੇ ਹੋ ਇਸ ਵਾਰ ਦਾ, ਤੇ ਉਹਦੇ ਵਿੱਚ ਆ ਜੋ ਪੌੜੀ ਹੈ ਇਹਦੇ ਸਭ ਤੋਂ ਜ਼ਿਆਦਾ ਸ਼ਲੋਕ ਨੇ। ਵੈਸੇ ਵਾਰ ਦੇ ਵਿੱਚ ਕੁਝ ਪੌੜੀਆਂ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਨਾਲ ਦੋ ਦੋ ਸ਼ਲੋਕ ਨੇ, ਜੋ ਅਸੀਂ ਕੱਲ੍ਹ ਵਿਚਾਰਿਆ। ਇੱਕ ਇੱਦਾਂ ਹੈ ਜਿਹਦੇ ਨਾਲ 3 ਸ਼ਲੋਕ ਵੀ ਆ ਜਾਂਦੇ ਨੇ। ਇੱਥੇ 5 ਸ਼ਲੋਕ ਨੇ, ਔਰ 5 ਦੇ 5 ਸ਼ਲੋਕ ਹੀ ਦੂਜੇ ਪਾਤਸ਼ਾਹ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਔਰ ਵਿਸ਼ਾ ਫਿਰ ਕੱਲ੍ਹ ਵਾਲਾ ਹੀ ਚੱਲਦਾ ਪਿਆ ਹੈ ਕਿ ਅਸਲ ਦੇ ਵਿੱਚ ਜਦੋਂ ਅਸੀਂ ਗੁਰਦੁਆਰੇ ਦੇ ਨਾਲ ਜੁੜਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਅਖਵਾਉਣ ਲੱਗ ਪੈਂਦੇ ਹਾਂ ਵੀ ਅਸੀਂ ਸੇਵਕ ਹਾਂ, ਅਸੀਂ ਸਿੱਖੀ ਵਾਲੇ ਪਾਸੇ ਤੁਰਦੇ ਪਏ, ਤੇ ਉਦੋਂ ਇੱਕ ਚੀਜ਼ ਸਾਡੇ ਅੰਦਰ ਨਾਲ ਹੀ ਜਨਮ ਲੈਣਾ ਸ਼ੁਰੂ ਕਰ ਦਿੰਦੀ ਹੈ, ਉਹ ਹੈ ਸਾਡੀ ਈਗੋ। ਹੁੰਦੀ ਤੇ ਸਾਡੇ ਕੋਲ ਪਹਿਲਾਂ ਵੀ ਹੈ, ਪਰ ਪਹਿਲਾਂ ਕਿਸੇ ਹੋਰ ਚੀਜ਼ ਦੀ ਹੁੰਦੀ ਹੈ, ਬਾਅਦ ਦੇ ਵਿੱਚ ਉਹ ਧਾਰਮਿਕ ਕੰਮਾਂ ਦੀ ਹੋ ਜਾਂਦੀ ਹੈ। ਔਰ ਮਹਾਰਾਜ ਨੇ ਸੌਖਾ ਸੌਖਾ ਇਹ ਪਾਸਾ ਸਾਡੇ ਸਾਹਮਣੇ ਰੱਖਿਆ ਵੀ ਦੁਨੀਆ ਜ਼ੁਬਾਨੀ ਤੌਰ ਦੇ ਉੱਤੇ ਆਪਣੇ ਆਪ ਨੂੰ ਸੇਵਕ ਅਖਵਾ ਕੇ, ਦਾਸ ਅਖਵਾ ਕੇ, ਜਾਂ ਹੋਰ ਜਿੰਨੇ ਵੀ ਨਿਮਰਤਾ ਵਾਲੇ ਵਰਡ ਨੇ ਨਾ, ਉਹ ਆਪਣੇ ਨਾਲ ਲਗਵਾ ਦਿੰਦੇ ਨੇ। ਤੁਸੀਂ ਖਾਸ ਕਰਕੇ ਧਾਰਮਿਕ ਬੰਦਿਆਂ ਦੇ ਨਾਮ ਵੇਖੋਗੇ ਤੇ ਉਹਨਾਂ ਨੇ ਆਪਣੇ ਤਖੱਲਸ ਜਿਹੜੇ ਨੇ ਨਾਮ ਦੇ ਨਾਲ, ਜਿੱਦਾਂ ਕਹਿ ਦਈਏ, ਉਹ ਬੜੇ ਇੱਦਾਂ ਦੇ ਲਾਏ ਹੁੰਦੇ ਨੇ ਜਿਹਦੇ ਵਿੱਚੋਂ ਉਹਨਾਂ ਦਾ ਨੀਵਾਂ ਹੋਣਾ, ਨਿਰਮਾਣ ਹੋਣਾ ਇਹ ਪਤਾ ਲੱਗਦਾ ਵੀ ਇਹ ਬੰਦੇ ਨੀਵੇਂ ਨੇ। ਪਰ ਜਦੋਂ ਕਿਤੇ ਉਹਨਾਂ ਦੇ ਲਾਗੇ ਬੈਠਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਬਹੁਤਿਆਂ ਦਾ ਹਾਲ ਇਹ ਹੁੰਦਾ ਹੈ ਵੀ ਉਹਨਾਂ ਨੇ ਨਾਮ ਹੀ ਸਿਰਫ ਆਪਣੇ ਇੱਦਾਂ ਦੇ ਰੱਖੇ ਹੁੰਦੇ ਨੇ। ਕੋਈ ਗੱਲ ਉਹਨਾਂ ਨੂੰ ਕਹਿ ਦੇਵੇ ਤੇ ਉਹਨਾਂ ਦੀ ਈਗੋ ਹਰਟ ਹੋ ਜਾਂਦੀ ਹੈ ਉਸੇ ਵੇਲੇ। ਸਿਰਫ ਇੱਕ ਜ਼ੁਬਾਨੀ ਕਲਾਮੀ ਗੱਲ ਚੱਲਦੀ ਹੈ ਵੀ ਮੈਂ ਸਾਰਿਆਂ ਦਾ ਸੇਵਕ ਹਾਂ, ਮੈਂ ਸਾਰਿਆਂ ਤੋਂ ਨੀਵਾਂ ਹਾਂ, ਸਾਰੇ ਮੇਰੇ ਤੋਂ ਉੱਚੇ ਨੇ। ਪਰ ਜੇਕਰ ਕੋਈ ਕਹਿ ਦੇਵੇ ਵੀ ਤੂੰ ਵਾਕਿਆ ਹੀ ਨੀਵਾਂ ਹੈ, ਫਿਰ ਦੁੱਖ ਲੱਗਦਾ, ਫਿਰ ਗੁੱਸਾ ਲੱਗਦਾ ਵੀ ਮੈਂ ਨੀਵਾਂ ਨਹੀਂ। ਇਹ ਈਗੋ ਦੀ ਪ੍ਰੋਬਲਮ ਹੈ ਸਾਡੀ। ਔਰ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਤੋਂ ਅਸੀਂ ਗੱਲ ਨੂੰ ਸ਼ੁਰੂ ਕਰਾਂਗੇ। ਇੱਕ ਗੱਲ ਹੁੰਦੀ ਹੈ ਕਿ ਕੋਈ ਘਰ ਦੇ ਵਿੱਚ ਬਿਮਾਰ ਸੀ ਤੇ ਹਸਪੀਟਲ ਆ ਕੇ ਠੀਕ ਹੋ ਸਕਦਾ, ਡਾਕਟਰ ਦਵਾਈ ਦੇ ਦੇਵੇਗਾ ਤੇ ਠੀਕ ਹੋ ਜਾਵੇਗਾ। ਜਿਹੜਾ ਬਿਮਾਰ ਹੀ ਹਸਪਤਾਲ ਦੇ ਵਿੱਚ ਆ ਗਿਆ ਹੈ, ਬਿਮਾਰ ਹੀ ਹਸਪਤਾਲ ਦੇ ਵਿੱਚ ਆ ਕੇ ਹੋਇਆ ਹੈ, ਉਹਦਾ ਕੀ ਇਲਾਜ ਕੀਤਾ ਜਾ ਸਕਦਾ? ਬਾਹਰੋਂ ਨਹੀਂ ਸੀ ਪੜ੍ਹਨਾ ਆਉਂਦਾ, ਸਕੂਲ ਦੇ ਵਿੱਚ ਆ ਗਿਆ, ਪੜ੍ਹਾਈ ਕਰਨੀ ਆ ਗਈ, ਤੇ ਜਿਹੜਾ ਸਕੂਲ ਦੇ ਵਿੱਚ ਰਹਿ ਕੇ ਅਨਪੜ੍ਹ ਹੋ ਗਿਆ, ਉਹਦਾ ਕੀ ਇਲਾਜ ਹੈ? ਹੁਣ ਇਹਨੂੰ ਧਾਰਮਿਕ ਜ਼ਿੰਦਗੀ ਦੇ ਵਿੱਚ ਸੋਚਣਾ। ਬਾਬਾ ਫਰੀਦ ਕਹਿੰਦੇ ਨੇ, ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ, ਜੋ ਡੁਹਾਗਣ ਰੱਬ ਦੀ ਝੂਰੇਂਦੀ ਝੂਰੇ। ਅਸੀਂ ਆਪਣੇ ਘਰਾਂ ਦੇ ਵਿੱਚ ਇਹ ਗੱਲ ਕਿਤੇ ਵੇਖੀ ਹੋਵੇਗੀ ਵੀ ਜਿਹੜਾ ਪੌਦਾ ਹੈ ਉਹਨੂੰ ਪਾਣੀ ਨਾ ਮਿਲੇ, ਸੁੱਕਾ ਹੋਵੇ, ਤੇ ਫਿਰ ਕੀ ਕੀਤਾ ਜਾਂਦਾ? ਮਾਲੀ ਜਾਂ ਜਿਹੜੇ ਘਰ ਵਾਲੇ ਹੁੰਦੇ ਨੇ ਉਹਨੂੰ ਪਾਣੀ ਪਾ ਦਿੰਦੇ ਨੇ, ਤੇ ਉਹ ਕੁਝ ਦਿਨਾਂ ਬਾਅਦ ਹਰਿਆ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਪਾਣੀ ਦੀ ਘਾਟ ਸੀ, ਪਾਣੀ ਮਿਲ ਗਿਆ ਤੇ ਦੁਬਾਰਾ ਹਰਿਆ ਹੋ ਗਿਆ। ਪਰ ਇੱਦਾਂ ਵੀ ਹੋ ਜਾਂਦਾ ਵੀ ਇੰਨਾ ਜ਼ਿਆਦਾ ਪਾਣੀ ਮਿਲ ਗਿਆ ਹੈ, ਹੁਣ ਉਹ ਗਲ ਗਿਆ ਹੈ ਪਾਣੀ ਦੇ ਨਾਲ। ਸੁੱਕੇ ਦਾ ਇਲਾਜ ਤੇ ਇਹ ਸੀ ਵੀ ਇਹਨੂੰ ਪਾਣੀ ਦੇ ਦਿਓ, ਇਹ ਠੀਕ ਹੈ, ਦੁਬਾਰਾ ਤੁਰ ਪਵੇਗਾ। ਤੇ ਜਿਹੜਾ ਗਲ ਹੀ ਪਾਣੀ ਦੇ ਵਿੱਚ ਗਿਆ ਹੈ, ਉਹਦਾ ਕੀ ਇਲਾਜ ਹੈ? ਉਹਦਾ ਕੋਈ ਇਲਾਜ ਨਹੀਂ। ਇਸ ਕਰਕੇ ਬਾਬਾ ਫਰੀਦ ਕਹਿੰਦੇ ਨੇ ਵੀ ਬਾਹਰ ਬੰਦੇ ਨੂੰ ਈਗੋ ਚੰਬੜੀ ਹੋਈ ਹੈ, ਬੰਦਾ ਹੰਕਾਰੀ ਹੈ, ਕੁਝ ਵੀ ਗਲਤੀਆਂ ਕਰਦਾ ਹੈ। ਸਤਿਗੁਰੂ ਕਿਰਪਾ ਕਰਨ, ਰੱਬ ਦੇ ਪਿਆਰਿਆਂ ਦੇ ਕੋਲ ਬੈਠੇ, ਸੰਗਤ ਦੇ ਵਿੱਚ ਬੈਠੇ, ਗੁਰਦੁਆਰੇ ਆ ਕੇ ਬੈਠੇ, ਤੇ ਹੋ ਸਕਦਾ ਹੈ ਉਹਦਾ ਇਲਾਜ ਹੋ ਜਾਵੇ, ਜੋ ਬਾਹਰ ਦੀਆਂ ਗਲਤੀਆਂ ਸੀ ਠੀਕ ਹੋ ਜਾਣ। ਪਰ ਜੇ ਕਿਤੇ ਬੰਦਾ ਗੁਰਦੁਆਰੇ ਵਿੱਚ ਆ ਕੇ ਵੀ ਉਹੀ ਗਲਤੀਆਂ ਕਰਨ ਲੱਗ ਪਿਆ ਫੇਰ, ਤੇ ਇਹ ਸਮਝ ਲਓ ਵੀ ਪਾਣੀ ਦੇ ਵਿੱਚ ਰਹਿ ਕੇ ਗਲ ਗਏ ਨੇ ਲੋਕ। ਇਹ ਉਹਨਾਂ ਲੋਕਾਂ ਦੀ ਥੋੜ੍ਹੀ ਜਿਹੀ ਗੱਲ ਹੈ। ਅਕਸਰ ਸਾਡੇ ਸਾਹਮਣੇ ਸਵਾਲ ਆਉਂਦੇ ਨੇ, ਜੀ ਉਹਨੂੰ ਇੰਨੇ ਸਾਲ ਹੋ ਗਏ ਗੁਰਦੁਆਰੇ ਆਉਂਦੇ ਨੂੰ, ਉਹਦਾ ਕੁਝ ਨਹੀਂ ਬਣਿਆ, ਉਹਨੂੰ ਇੰਨੇ ਸਾਲ ਹੋ ਗਏ ਪਾਠ ਕਰਦੇ ਨੂੰ, ਕੁਝ ਨਹੀਂ ਬਣਿਆ।
ਸਾਡੀ ਇੱਕ ਪ੍ਰੋਬਲਮ ਤੇ ਇਹ ਹੈ ਵੀ ਅਸੀਂ ਹਾਰੇ ਹੋਏ ਲੋਕਾਂ ਵੱਲ ਹੀ ਵੇਖਦੇ ਹਾਂ। ਹਾਲਾਂਕਿ ਅਸੀਂ ਸਕੂਲ ਦੇ ਵਿੱਚ ਬੱਚਾ ਪਾਉਣਾ ਹੋਵੇ ਨਾ, ਤਾਂ ਸਭ ਤੋਂ ਪਹਿਲਾਂ ਵੇਖਦੇ ਹਾਂ ਵੀ ਉਹ ਜਿਹੜਾ ਸਕੂਲ ਹੈ ਉਹਦੇ ਵਿੱਚ ਬੱਚੇ ਕਿੱਦਾਂ ਪੜ੍ਹਦੇ ਨੇ ਤੇ ਕਿੱਦਾਂ ਪਾਏ ਜਾਂਦੇ ਨੇ। ਅਸੀਂ ਉਦੋਂ ਕੁਝ ਨਹੀਂ ਵੇਖਦੇ। ਪਰ ਧਾਰਮਿਕ ਦੁਨੀਆ ਦੇ ਵਿੱਚ ਅਸੀਂ ਸ਼ੁਰੂ ਹੀ ਇੱਥੋਂ ਹੁੰਦੇ ਹਾਂ ਵੀ ਉਹਦਾ ਤੇ ਕੁਝ ਨਹੀਂ ਬਣਿਆ, ਇਹਦਾ ਵੀ ਕੁਝ ਨਹੀਂ ਬਣਿਆ, ਤੇ ਬਣਨਾ ਮੇਰਾ ਵੀ ਕੁਝ ਨਹੀਂ, ਮੈਂ ਤੇ ਪਹਿਲਾਂ ਹੀ ਤਿਆਰ ਹੋ ਕੇ ਬੈਠਾ ਹਾਂ। ਪਰ ਗੱਲ ਜਿਹੜੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਵੀ ਅਸਲ ਦੇ ਵਿੱਚ ਸਿੱਖ ਦਾ ਮਤਲਬ ਹੀ ਕੀ ਹੈ ਵੀ ਆਪਣੇ ਆਪ ਨੂੰ ਨਿਰਮਾਣ ਰੱਖਣਾ, ਆਪਣੇ ਆਪ ਨੂੰ ਨੀਵਾਂ ਰੱਖਣਾ। ਮੈਂ ਕਿੰਨਾ ਕੁ ਨੀਵਾਂ ਰੱਖ ਸਕਦਾ ਹਾਂ, ਔਰ ਜ਼ਬਾਨੀ ਕਲਾਮੀ ਨਹੀਂ। ਕਈ ਇੱਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੇ ਕਦੀ ਮੈਂ ਵਰਡ ਯੂਜ਼ ਹੀ ਨਹੀਂ ਕੀਤਾ ਹੁੰਦਾ ਆਪਣੀ ਬੋਲੀ ਦੇ ਵਿੱਚ, ਉਹ ਅਸੀਂ ਲਫ਼ਜ਼ ਵਰਤਦੇ ਨੇ। ਇਹਦੇ ਨਾਲ ਕੀ ਹੋਵੇਗਾ ਕਿ ਮੈਂ ਆਪਣੇ ਆਪ ਨੂੰ ਮੈਂ ਨਹੀਂ ਕਹਿੰਦਾ, ਅਸੀਂ ਕਹਿੰਦੇ ਹਾਂ। ਕੀ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ? ਇਹ ਤੇ ਜ਼ੁਬਾਨੀ ਕਲਾਮੀ ਗੱਲਾਂ ਨੇ। ਕਿ ਮੈਂ ਵਾਕਿਆ ਹੀ ਆਪਣੇ ਆਪ ਨੂੰ ਨਿਮਰ ਮੰਨਦਾ ਹਾਂ, ਆਪਣੇ ਆਪ ਨੂੰ ਨੀਵਾਂ ਮੰਨਦਾ ਹਾਂ, ਤੇ ਕਿਸੇ ਦੇ ਕੋਲੋਂ ਅਖਵਾਉਣ ਦੀ ਜਾਂ ਕਹਿਣ ਦੀ ਲੋੜ ਨਹੀਂ ਹੈ। ਮੈਂ ਬੇਨਤੀ ਕੀਤੀ ਹੈ, ਸਾਡੇ ਨਾਲ ਪ੍ਰੋਬਲਮ ਇਹ ਚੱਲਦੀ ਹੈ, ਸਾਨੂੰ ਕੁਝ ਨਹੀਂ ਆਉਂਦਾ ਹੁੰਦਾ ਤੇ ਅਸੀਂ ਠੀਕ ਹੁੰਦੇ ਹਾਂ, ਪਰ ਜਿੱਦਣ ਸਾਨੂੰ ਆਉਣ ਲੱਗ ਪੈਂਦਾ ਸਾਨੂੰ ਈਗੋ ਤੰਗ ਕਰਨ ਲੱਗ ਪੈਂਦੀ ਹੈ ਨਾਲ। ਧਾਰਮਿਕ ਦੁਨੀਆ ਦੇ ਵਿੱਚ ਵੀ ਇਦਾਂ ਹੋ ਜਾਂਦਾ। ਕਈਆਂ ਨੂੰ ਸੇਵਾ ਦੀ ਹਉਮੈ, ਉਹਨਾਂ ਨੂੰ ਤੁਸੀਂ ਪੁੱਛ ਕੇ ਵੇਖੋ, ਉਹ ਫਿਰ ਬੜੇ ਗੁੱਸੇ ਦੇ ਨਾਲ ਇਹ ਕੰਮ ਕਰਦੇ ਨੇ ਵੀ ਸਾਡੀ ਮਰਜ਼ੀ ਤੋਂ ਬਿਨਾਂ ਕਿੱਦਾਂ ਕੰਮ ਹੋ ਗਿਆ। ਸੇਵਾ ਦੀ ਹਉਮੈ, ਫਿਰ ਇਦਾਂ ਬਾਣੀ ਦੀ ਹਉਮੈ, ਪਾਠ ਕਰਨ ਦੀ ਹਉਮੈ, ਕੁਝ ਨਾ ਕੁਝ ਆਪਣੇ ਉੱਤੇ ਲੈ ਕੇ ਚੱਲਦੇ ਪਏ ਨੇ ਵੀ ਆ ਪੰਡ ਹੈ ਸਾਡੇ ਸਿਰ ਦੇ ਉੱਤੇ। ਮਹਾਰਾਜ ਕਹਿੰਦੇ ਪਹਿਲੀ ਗੱਲ ਤੇ ਤੁਸੀਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹੋ, ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਤੇ ਉੱਥੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਮੱਥਾ ਟੇਕਣ ਦਾ ਮਤਲਬ ਹੀ ਇਹ ਹੈ ਵੀ ਮੈਂ ਨਿਮਰ ਹੋ ਗਿਆ ਹਾਂ, ਮੈਂ ਨਿਰਮਾਣ ਹੋ ਕੇ ਮੱਥਾ ਟੇਕਿਆ। ਉਹਦੇ ਤੋਂ ਬਿਨਾਂ ਮੱਥਾ ਟੇਕਣਾ ਕੋਈ ਫਾਇਦਾ ਹੀ ਨਹੀਂ ਹੈ। ਹਜ਼ੂਰ ਕਹਿੰਦੇ ਸੀਸ ਨਿਵਾਇਆ ਕਿਆ ਥੀ ਹੈ, ਜਾਂ ਹਿਰਦੇ ਕੁਸੁੱਦੇ ਜਾਹੇ। ਜੇ ਦਿਲ ਤੋਂ ਵੱਖਰੇ ਵੱਖਰੀ ਜਾਣਾ ਹੈ ਫਿਰ ਮੱਥਾ ਟੇਕਣਾ ਵੀ ਕਿਸੇ ਕੰਮ ਦੇ ਵਿੱਚ ਨਹੀਂ ਆਉਂਦਾ। ਇਹ ਵੀ ਮਹਾਰਾਜ ਜੀ ਨੇ ਇਸੇ ਬਾਣੀ ਦੇ ਵਿੱਚ ਸਾਡੇ ਸਾਹਮਣੇ ਰੱਖਿਆ। ਉਦਾਹਰਨ ਲਈ ਹੈ ਸਤਿਗੁਰੂ ਨੇ ਸੇਵਕ ਦੀ। ਤੁਸੀਂ ਵੀ ਵੇਖੋ, ਗੁਰੂ ਬਖਸ਼ਿਸ਼ ਹੈ ਸਾਡੀ, ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਕਿੰਨੀ ਸੇਵਾ ਕਰਦੇ ਨੇ ਗੁਰੂ ਘਰਾਂ ਦੇ ਵਿੱਚ। ਲੰਗਰ ਦੇ ਵਿੱਚ ਸੇਵਾ ਹੈ, ਸਫਾਈ ਦੀ ਸੇਵਾ ਹੈ, ਕਿੰਨੀਆਂ ਸੇਵਾਵਾਂ ਗੁਰਦੁਆਰੇ ਦੇ ਵਿੱਚ ਹੁੰਦੀਆਂ ਨੇ। ਤੇ ਮੈਂ ਇੱਥੋਂ ਤੱਕ ਕਹਿਣਾ ਹੁੰਦਾ ਵੀ ਇਹ ਮਹਾਰਾਜ ਦੀ ਖੇਡ ਹੈ ਵੀ ਸੰਗਤ ਨੂੰ ਸੇਵਾ ਕਰਨ ਦੀ ਆਦਤ ਹੈ, ਤੇ ਸਾਡੇ ਗੁਰਦੁਆਰੇ ਇੰਨੇ ਸਾਫ਼ ਨੇ। ਜੇ ਭਲਾ ਕਿਤੇ ਸੰਗਤ ਨੂੰ ਆਦਤ ਹੀ ਨਾ ਹੋਵੇ ਤੇ ਫਿਰ ਜੋ ਸਾਡੇ ਗੁਰਦੁਆਰਿਆਂ ਦਾ ਹਾਲ ਹੋਵੇ ਸਾਡੇ ਸਾਹਮਣੇ ਹੀ ਹੈ ਵੀ ਕੀ ਬਣ ਸਕਦਾ ਸਾਡੇ ਨਾਲ। ਇਹ ਤਾਂ ਮਾਲਿਕ ਦੀ ਕਿਰਪਾ ਹੈ ਨਾ। ਤੁਸੀਂ ਵੀ ਵੇਖਦੇ ਜੇ ਵੀ ਕੋਈ ਲੰਘਦਾ ਪਿਆ ਸੀ, ਚਾਦਰ ਕਿਸੇ ਦੇ ਕੋਲੋਂ ਖਿਲਰ ਗਈ, ਦੂਜੇ ਨੇ ਆ ਕੇ ਉਸੇ ਵੇਲੇ ਚਾਦਰ ਵਿਛਾ ਦਿੱਤੀ। ਤੁਹਾਡੇ ਵਹਿੰਦਿਆਂ ਵਹਿੰਦਿਆਂ ਹੀ ਆ ਬਾਹਰ ਜਿੰਨਾ ਫਰਸ਼ ਹੋਇਆ ਹੈ ਉੱਥੇ ਦਿਨ ਦੇ ਵਿੱਚ ਕਿੰਨੀ ਵਾਰ ਸਫਾਈ ਹੋ ਜਾਂਦੀ ਹੈ। ਉਹ ਕਿਉਂ ਹੋ ਰਹੀ ਹੈ? ਉਹਦਾ ਕਾਰਨ ਹੈ ਸਭ ਤੋਂ ਵੱਡਾ ਇੱਕ ਇਹ ਵੀ ਮਾਲਕ ਨੇ ਗੁਣ ਪਾਇਆ ਹੈ ਵੀ ਭਾਈ ਸੇਵਾ ਕਰਨੀ ਹੈ, ਸੇਵਾ ਕਰਨੀ ਹੈ, ਅਸੀਂ ਕਰਦੇ ਹਾਂ। ਜੇ ਕੋਈ ਕਰੇ ਹੀ ਨਾ ਸੇਵਾ ਤੇ ਫਿਰ ਜੋ ਸਾਡੇ ਹਾਲ ਨੇ, ਸਾਡੇ ਫਰਸ਼ ਚੰਗੇ ਭਲੇ ਲੱਗ ਕੇ ਵੀ ਕਿੱਡੇ ਮੈਲੇ ਲੱਗਣ। ਪਰ ਦਾਤਾਰ ਨੇ ਉਹਦੇ ਤੋਂ ਅਗਲੀ ਗੱਲ ਕਹੀ ਹੈ, ਸੇਵਾ ਤੇ ਸਾਰੇ ਕਰਦੇ ਨੇ, ਠੀਕ ਹੈ, ਪਰ ਸੇਵਾ ਕਰਦਿਆਂ ਇੱਕ ਪ੍ਰੋਬਲਮ ਜਿਹੜੀ ਸ਼ੁਰੂ ਹੋ ਜਾਂਦੀ ਹੈ। ਉਹ ਪ੍ਰੋਬਲਮ ਸ਼ੁਰੂ ਹੁੰਦੀ ਹੈ ਈਗੋ ਦੀ। ਹੌਲੀ ਹੌਲੀ ਬੰਦੇ ਨੂੰ ਇੰਜ ਲੱਗਣ ਲੱਗ ਪੈਂਦਾ ਹੈ ਵੀ ਸੇਵਾ ਮੈਂ ਕਰਾਂ ਤੇ ਸਾਰਾ ਕੁਝ ਮੇਰੇ ਤੋਂ ਪੁੱਛ ਕੇ ਹੋਵੇ, ਸਾਰਾ ਕੁਝ ਮੈਂ ਕਰਾਂ, ਕੁਝ ਵੀ ਹੋ ਰਿਹਾ ਹੋਵੇ ਮੇਰੀ ਸਲਾਹ ਲਏ ਤੋਂ ਬਿਨਾਂ ਕਿੱਦਾਂ ਜਿਹੜਾ ਹੈ ਕੋਈ ਤੁਰ ਪਵੇ। ਧਾਰਮਿਕ ਦੁਨੀਆ ਦੇ ਵਿੱਚ ਬੰਦਿਆਂ ਨੂੰ ਖਾਸ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਔਰ ਸਾਨੂੰ ਤਾਂ ਚਲੋ ਇਹੋ ਜਿਹੇ ਕਈ ਮਿਲ ਜਾਂਦੇ ਨੇ, ਉਹਨਾਂ ਦਾ ਰੋਸ ਹੀ ਇਸ ਗੱਲ ਦਾ ਹੁੰਦਾ ਵੀ ਸਾਨੂੰ 10 ਸਾਲ ਹੋ ਗਏ ਨੇ, ਸਾਨੂੰ 12 ਸਾਲ ਹੋ ਗਏ ਨੇ, ਸਾਨੂੰ 15 ਸਾਲ ਹੋ ਗਏ ਨੇ, ਤੇ ਹੁਣ ਤੁਸੀਂ ਨਵੇਂ ਆ ਗਏ ਜੇ। ਉਹਨਾਂ ਨੂੰ ਨਵਿਆਂ ਦੀ ਬੜੀ ਪ੍ਰੋਬਲਮ ਹੈ, ਕਿਉਂਕਿ ਪੁਰਾਣੇ ਹੋ ਕੇ ਆਕੜੇ ਰਹਿਣਾ ਚਾਹੁੰਦੇ ਨੇ ਉੱਥੇ ਵੀ ਤੁਸੀਂ ਨਵੇਂ ਆ ਗਏ ਜੇ। ਮਰਦ ਕਹਿੰਦੇ ਇਸ ਚੀਜ਼ ਨੂੰ ਸੋਚ ਕੇ ਵੇਖੋ, ਚਾਕਰ ਲੱਗੈ ਚਾਕਰੀ। ਜੇ ਬਾਹਰ ਦੀ ਦੁਨੀਆ ਦੇ ਵਿੱਚ ਹੀ ਸੋਚ ਕੇ ਵੇਖੀਏ, ਚਾਕਰ ਦਾ ਮਤਲਬ ਹੁੰਦਾ ਹੈ ਨੌਕਰ। ਹੁਣ ਇੱਥੇ ਨੌਕਰ ਲਫ਼ਜ਼ ਥੋੜ੍ਹਾ ਜਿਹਾ ਨਾ ਬੁਰਾ ਮੰਨਿਆ ਜਾਂਦਾ ਹੈ, ਪਰ ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਸੇਵਕ, ਦਾਸ, ਇਹ ਸਾਰੇ ਸ਼ਬਦ ਆਏ ਨੇ। ਹਜ਼ੂਰ ਕਹਿੰਦੇ ਜੇ ਕਿਤੇ ਕੋਈ ਨੌਕਰ ਜਿਹੜਾ ਹੈ ਉਹ ਨੌਕਰੀ ਕਰਦਾ ਹੋਵੇ, ਹੁਣ ਜਿਹਨੇ ਨੌਕਰੀ ਕਰਨੀ ਹੈ ਤੇ ਜਿਹਦੀ ਨੌਕਰੀ ਕੀਤੀ ਜਾ ਰਹੀ ਹੈ, ਇਹਦਾ ਮਤਲਬ ਉਹ ਵੱਡਾ ਹੈ, ਪਰ ਕਰੇ ਕੀ? ਨਾਲੇ ਗਾਰਬਵਾਦ, ਬੜੇ ਹੰਕਾਰ ਦੀਆਂ ਗੱਲਾਂ ਵੀ ਸੁਣਾਈ ਜਾਵੇ ਉਹਨੂੰ ਵੀ ਮੈਂ ਆਉਂ ਹਾਂ, ਮੈਂ ਆ ਹਾਂ, ਮੇਰੇ ਤੋਂ ਬਿਨਾਂ ਤੇਰਾ ਆਫਿਸ ਨਹੀਂ ਚੱਲ ਸਕਦਾ, ਮੇਰੇ ਤੋਂ ਬਿਨਾਂ ਸਕੂਲ ਨਹੀਂ ਚੱਲ ਸਕਦਾ, ਮੇਰੇ ਤੋਂ ਬਿਨਾਂ ਹਸਪਤਾਲ ਨਹੀਂ ਚੱਲ ਸਕਦੇ। ਮਤਲਬ ਆਪਣੇ ਤੋਂ ਵੱਡਿਆਂ ਨੂੰ ਵੀ ਇਹ ਦੱਸਣਾ ਵੀ ਜੇ ਮੈਂ ਹਾਂ ਤੇ ਤਾਂ ਹੈ ਸਾਰਾ ਕੁਝ, ਜੇ ਮੈਂ ਨਾ ਹੋਵਾਂ ਤੇ ਕੁਝ ਵੀ ਨਾ ਹੋਵੇ। ਇਹਨੂੰ ਕੀ ਕਿਹਾ ਜਾਂਦਾ ਹੈ? ਈਗੋ। ਮੈਂ ਬੇਨਤੀ ਕਰਦੇ ਹਾਂ, ਅਸੀਂ ਸ਼ਲੋਕ ਦੀ ਵਿਚਾਰ ਦੇ ਨਾਲ ਜੁੜਾਂਗੇ। ਬਹੁਤੀ ਵਾਰ ਸਾਨੂੰ ਨਾ ਇਹ ਵਹਿਮ ਪੈ ਜਾਂਦਾ ਹੈ
ਵੀ ਮੈਂ ਨਾ ਹੋਇਆ ਤੇ ਪਤਾ ਨਹੀਂ ਦੂਜਿਆਂ ਨੇ ਕੁਝ ਕਰਨਾ ਕਿ ਨਹੀਂ। ਅਕਸਰ ਮਾਂ ਪਿਓ ਇਹੋ ਹੀ ਕਹਿ ਦਿੰਦੇ ਨੇ, ਇਹ ਅਸੀਂ ਹੀ ਤੁਹਾਨੂੰ ਸੰਭਾਲ ਲਿਆ, ਜੇ ਅਸੀਂ ਨਾ ਹੋਈਏ ਤਾਂ ਤੁਹਾਡਾ ਤੇ ਹਾਲ ਬੁਰਾ ਹੋ ਜਾਵੇ। ਤੇ ਦੁਨੀਆ ਦੇ ਵਿੱਚ ਕਿੰਨੇ % ਮਾਪੇ ਨੇ ਤੇ ਕਿੰਨੇ % ਬੱਚੇ ਨੇ। ਤੁਸੀਂ ਬੱਚਿਆਂ ਵੱਲ ਵੇਖੋਗੇ, ਜਨਮ ਦੇ ਵੇਲੇ ਹੀ ਉਹਨਾਂ ਦੇ ਮਾਂ ਪਿਓ ਕਿਤੇ ਨਾ ਕਿਤੇ ਚੜ੍ਹਾਈ ਕਰ ਜਾਂਦੇ ਨੇ। ਕੀ ਉਹ ਬੱਚੇ ਪੜ੍ਹਦੇ ਨਹੀਂ? ਕੀ ਉਹ ਬੱਚੇ ਵੱਡੇ ਨਹੀਂ ਹੁੰਦੇ? ਜੇ ਮੈਂ ਕਹਾਂ ਵੀ ਮਾਂ ਪਿਓ ਸਾਰਾ ਕੁਝ ਕਰਦੇ ਨੇ। ਜਦੋਂ ਰੱਬੀ ਪਾਸੇ ਤੋਂ ਇਸ ਨੂੰ ਸੋਚਾਂਗੇ ਨਾ, ਉਹਨੇ ਹਰ ਜੀਵ ਯੂਨੀਕ ਪੈਦਾ ਕੀਤਾ ਹੈ ਤੇ ਹਰ ਜੀਵ ਦੇ ਉੱਤੇ ਉਹਨੇ ਸੇਵਾ ਲਾਈ ਹੋਈ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਅਸਲ ਦੇ ਵਿੱਚ ਨੌਕਰ ਜਿਹੜਾ ਹੈ, ਜਦੋਂ ਨੌਕਰੀ ਤੇ ਲੱਗਾ ਹੋਵੇ ਤੇ ਨਾਲ ਹੰਕਾਰ ਦੀਆਂ ਵੀ ਗੱਲਾਂ ਕਰਦਾ ਫਿਰੇ। ਔਰ ਧਾਰਮਿਕ ਅਸਥਾਨਾਂ ਦੇ ਉੱਤੇ ਖਾਸ ਕਰਕੇ ਇਹਨਾਂ ਬੰਦਿਆਂ ਦੀ ਬੜੀ ਭੀੜ ਹੈ, ਮੈਂ ਇਹ ਲਫ਼ਜ਼ ਵਰਤਾਂਗਾ, ਉਹਨਾਂ ਨੂੰ ਬੜਾ ਹੰਕਾਰ ਹੈ ਇਹਨਾਂ ਚੀਜ਼ਾਂ ਦਾ। ਉਹ ਕਦੀ ਕਦੀ ਤੇ ਇਦਾਂ ਦੇ ਬੰਦੇ ਨੇ ਵੀ ਉਹਨਾਂ ਦੇ ਲਾਗੇ ਗੁਰਮਤ ਦੀ ਗੱਲ ਵੀ ਕਰਦੀ ਹੈ ਤੇ ਉਹਨਾਂ ਨੂੰ ਗੁਰਮਤ ਦੀ ਗੱਲ ਬੁਰੀ ਲੱਗਦੀ ਹੈ, ਆਪਣੀ ਗੱਲ ਜ਼ਿਆਦਾ ਵਧੀਆ ਲੱਗਦੀ ਹੈ ਵੀ ਸਾਡੀ ਗੱਲ ਮੰਨੀ ਜਾਵੇ। ਗਰਭਵਾਦ ਨਾਲੇ ਤੇ ਹੰਕਾਰ ਕਰੇ, ਗਰਭ ਹੰਕਾਰ, ਵਾਦ ਝਗੜੇ ਕਰੇ। ਤੁਸੀਂ ਸੋਚ ਕੇ ਵੇਖਿਓ ਗੁਰੂ ਘਰਾਂ ਦੇ ਵਿੱਚ ਕੀ ਹਾਲ ਹੋ ਜਾਂਦੇ ਨੇ ਕਦੀ ਕਦੀ। ਹਰ ਗੱਲ ਦਾ ਹੰਕਾਰ, ਹਰ ਗੱਲ ਦਾ ਹੰਕਾਰ। ਔਰ ਬੜੇ ਵਿਰਲੇ ਬੰਦੇ ਨੇ, ਮਾਲਕ ਨਿਮਰ ਕਰ ਦੇਵੇ ਮੈਂ ਇਸ ਪਾਸੇ ਤੋਂ ਕਹਿ ਦੇਵਾਂ, ਪਰ ਤੁਸੀਂ ਬਹੁਤਿਆਂ ਥਾਵਾਂ ਦੇ ਉੱਤੇ ਇਹੋ ਹੀ ਬੰਦੇ ਵੇਖੋਗੇ ਜਿਨ੍ਹਾਂ ਨੂੰ ਚਾਹੀਦਾ ਹੈ ਵੀ ਅਸੀਂ ਗੁਰਦੁਆਰੇ ਆਏ ਹਾਂ ਤੇ ਸਾਡੇ ਬਾਰੇ ਪਤਾ ਲੱਗੇ ਵੀ ਅਸੀਂ ਗੁਰਦੁਆਰੇ ਆਏ ਹਾਂ। ਉਹ ਦੱਸਣਾ ਚਾਹੁੰਦੇ ਨੇ ਵੀ ਹਾਂ ਮੈਂ ਆਇਆ ਹਾਂ, ਮੇਰੇ ਆਉਣ ਬਾਰੇ ਪਤਾ ਲੱਗੇ। ਅਜੇ ਆਮ ਲੋਕਾਂ ਦੇ ਵਿੱਚ ਤੇ ਇਹ ਪ੍ਰੋਬਲਮ ਘੱਟ ਹੁੰਦੀ ਹੈ। ਵੱਡਾ ਲੀਡਰ ਕੋਈ ਆਇਆ ਹੋਵੇ ਤੇ ਉਹਦਾ ਨਾਂ ਨਾ ਬੋਲੋ ਤੇ ਉਹਦਾ ਬਾਅਦ 'ਚ ਗੁਰਦੁਆਰੇ ਆਉਣ ਨੂੰ ਜੀ ਨਹੀਂ ਕਰਦਾ ਵੀ ਮੇਰਾ ਤਾਂ ਨਾਂ ਹੀ ਨਹੀਂ ਬੋਲਿਆ। ਇਹ ਪ੍ਰੋਬਲਮ ਹੈ ਸਾਡੇ ਲੋਕਾਂ ਦੀ। ਕਿਉਂ ਮੈਂ ਦਿਖਾਉਣਾ ਚਾਹੁੰਦਾ ਹਾਂ? ਇੱਕ ਪਾਸੇ ਮੈਂ ਕਹਿ ਦਿੰਦਾ ਹਾਂ ਮੈਂ ਸੇਵਕ ਹਾਂ, ਮੈਂ ਦਾਸ ਹਾਂ, ਤੇ ਜੇ ਨਹੀਂ ਨਾਮ ਲਿਆ ਗਿਆ ਤਾਂ ਫਿਰ ਕਿਹੜੀ ਵੱਡੀ ਦਿੱਕਤ ਹੈ। ਪਰ ਜਾਵੇ ਕਿੱਥੇ ਕੋਈ ਨਾਮ ਲੈਣ ਤੋਂ ਬਿਨਾਂ? ਤੁਸੀਂ ਦੇਖਦੇ ਹੀ ਜੇ ਲੋਕੀ 50 ਰੁਪਈਆਂ ਤੋਂ ਲੜ ਪੈਂਦੇ ਨੇ, ਮੇਰਾ ਨਾਮ ਨਹੀਂ ਬੋਲਿਆ, ਮੈਂ ਗੁਰਦੁਆਰੇ ਗਿਆ ਮੈਨੂੰ ਸਨਮਾਨ ਨਹੀਂ ਦਿੱਤਾ। ਕਿਹੜਾ ਮਾਨ ਸਨਮਾਨ ਲੈਣ ਆਏ ਆ ਗੁਰੂ ਘਰ ਦੇ ਵਿੱਚ? ਮੈਨੂੰ ਤਾਂ ਸਮਝ ਨਹੀਂ ਲੱਗਦੀ ਇਸ ਪਾਸੇ ਦੀ। ਮੈਂ ਹੋਵਾਂ, ਕੋਈ ਵੀ ਹੋਵੇ, ਇਹ ਨਹੀਂ ਵੀ ਕਥਾ ਕਰਦਾ ਪਿਆ ਤਾਂ ਮੈਂ ਬੜਾ ਉੱਚਾ ਕਿਤੇ ਬੈਠਾ ਹੋਇਆ ਹਾਂ। ਜਦੋਂ ਅਸੀਂ ਪਹਿਲਾਂ ਹੀ ਸਨਮਾਨ ਦੀਆਂ ਪੰਡਾਂ ਲੈ ਕੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਫਿਰ ਕੁਝ ਨਹੀਂ ਜੇ ਮਿਲਦਾ। ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦੇ ਹਾਂ, ਕੱਲ ਵੀ ਮੈਂ ਵਿਸ਼ਾ ਇਸੇ ਪਾਸੇ ਦਾ ਸੀ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਖਸ਼ਿਆ। ਮੈਂ ਪਹਿਲਾਂ ਹੀ ਨਾ ਗੁਰਦੁਆਰੇ ਅੰਦਰ ਵੜਨ ਤੋਂ ਪਹਿਲਾਂ ਹੀ ਸੋਚਦਾ ਵੀ ਉੱਥੇ ਬੈਠਣ ਨੂੰ ਜਗ੍ਹਾ ਮਿਲੇਗੀ, 2-4 ਜਾਣੇ। ਇਹ ਸਾਡੀ ਗੱਲ ਹੈ, ਸਾਡੀ ਲਾਈਨ ਦੀ। ਤੁਹਾਡੇ ਨਾਲ ਤਾਂ ਚਲੋ ਫਿਰ ਵੀ ਤੁਸੀਂ ਤੇ ਸੰਗਤ ਵਾਲੇ ਜੇ। ਵੀ ਮੈਂ ਜਿੱਥੇ ਕਿਤੇ ਬਾਹਰ ਗੁਰਦੁਆਰੇ ਵਿੱਚ ਜਾਵਾਂ, ਲੋਕੀ ਮੈਨੂੰ ਹੱਥੀਂ ਛਾਵਾਂ ਕਰਨ, 10-15 ਜਾਣੇ ਮੈਨੂੰ ਲੈਣ ਆਉਣ ਅੱਗੇ, ਫਿਰ ਮੇਰਾ ਹਰ ਚੀਜ਼ ਦਾ ਧਿਆਨ ਰੱਖਿਆ ਜਾਵੇ। ਮਾੜਾ ਮੋਟਾ ਬੈੱਡ ਇੱਧਰ ਹੋ ਜਾਵੇ ਤੇ ਮੈਨੂੰ ਵਾਰ-ਵਾਰ ਸ਼ਿਕਾਇਤ ਕਰਨ ਦਾ ਮੌਕਾ ਮਿਲੇ ਵੀ ਤੁਸੀਂ ਮੇਰਾ ਧਿਆਨ ਹੀ ਨਹੀਂ ਰੱਖਿਆ। ਇਹ ਚੀਜ਼ਾਂ ਨਾ ਤੁਸੀਂ ਧਾਰਮਿਕ ਜ਼ਿੰਦਗੀ ਦੇ ਵਿੱਚ ਆਪ ਵੇਖੋਗੇ। ਤੇ ਮੈਂ ਬੇਨਤੀ ਕਰਦੇ ਵਾਂ, ਇਹੋ ਜਿਹੇ ਵੀ ਸਿਰਫ ਨੈਗੇਟਿਵਿਟੀ ਨਹੀਂ, ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ, ਪਰ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਭਾਈ ਸੇਵਾ ਕਰਦੇ ਹਾਂ। ਅਸਲ ਦੇ ਵਿੱਚ ਸੇਵਾ ਕਰਦੇ ਹਾਂ, ਸਾਡੀ ਜਿਹੜੀ ਈਗੋ ਹੈ ਨਾ ਕਿਸੇ ਸਿਖਰ ਤੇ ਪਹੁੰਚ ਜਾਂਦੀ ਹੈ, ਸਿਖਰ ਤੇ ਚਲੀ ਜਾਂਦੀ ਹੈ। ਮੈਂ 1-2 ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਤੁਸੀਂ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਵੇਖੀਆਂ ਹੋਣ, ਤੇ ਉਹ ਮੈਂ ਪਹਿਲਾਂ ਵੀ ਕਦੀ ਬੋਲਦਾ ਹੁੰਦਾ, ਪਰ ਸਮਝਣ ਦੀ ਲੋੜ ਹੈ। ਮਹਾਰਾਜ ਬਖਸ਼ ਲਵੇ। ਠੀਕ ਹੈ, ਬਾਲਟੀਆਂ ਫੜਨੀਆਂ ਬੜੀਆਂ ਸੌਖੀਆਂ ਜੇ ਲੰਗਰ ਦੇ ਵਿੱਚ ਜਾ ਕੇ, ਪਰ ਇਹ ਬੜੀ ਵੱਡੀ ਪ੍ਰੋਬਲਮ ਹੈ ਵੀ ਬਾਲਟੀਆਂ ਫੜਨ ਦੀ ਈਗੋ ਆ ਜੇ, ਉਹ ਨਹੀਂ ਫਿਰ ਲੱਥਦੀ। ਬਾਲਟੀ ਤੇ ਇੱਥੋਂ ਛੁੱਟ ਜਾਂਦੀ, ਈਗੋ ਨਹੀਂ ਛੁੱਟਦੀ, ਫਿਰ ਇੱਥੋਂ ਹੰਕਾਰ ਨਹੀਂ ਛੁੱਟਦਾ। ਉਹਦੇ ਵਿੱਚੋਂ ਇੱਕ ਘਟਨਾ ਹੈ, ਮੈਂ ਦਰਬਾਰ ਸਾਹਿਬ ਵੇਖੀ ਸੀ, ਤੇ ਇੱਕ ਘਟਨਾ ਮੈਂ ਬੰਗਲਾ ਸਾਹਿਬ ਵੇਖੀ ਹੋਈ ਹੈ। ਮਾਫ਼ ਕਰਨਾ, ਸੀਸਗੰਜ ਸਾਹਿਬ ਦੀ ਗੱਲ ਹੈ। ਔਰ ਉਹਦੇ ਵਿੱਚ ਤੁਸੀਂ ਵੀ ਵੇਖਦੇ ਜੇ, ਸੀਸਗੰਜ ਦੇ ਵਿੱਚ ਜਿਹੜੀ ਬਹੁਤੀ ਸੰਗਤ ਆਉਂਦੀ ਹੈ ਨਾ, ਉਹ ਡੇਲੀ ਵਾਲੀ ਸੰਗਤ ਹੁੰਦੀ ਹੈ ਜਿਹੜੀ ਸੇਵਾ ਕਰਦੀ ਹੈ। ਕੋਈ ਲੰਗਰ ਦੀ ਸੇਵਾ ਕਰਦਾ ਪਿਆ, ਕੋਈ ਫਰਸ਼ ਦੀ ਸੇਵਾ ਕਰਦਾ ਪਿਆ। ਤੇ ਉਹਦੇ ਵਿੱਚ ਮਹਾਰਾਜ ਬਖਸ਼ ਲਵੇ, ਕੁਝ ਪ੍ਰਜਾਤੀਆਂ ਇੱਦਾਂ ਦੀਆਂ ਵੀ ਬੈਠੀਆਂ ਹੁੰਦੀਆਂ ਨੇ ਉੱਥੇ, ਜਿਹੜੇ ਆਉਂਦੇ ਰੋਜ਼ ਨੇ। ਉਹਨਾਂ ਦਾ ਕੰਮ ਸਿਰਫ ਸੰਗਤ ਤੇ ਆਰਡਰ ਹੀ ਕਰਨਾ ਹੁੰਦਾ, ਉਹਨਾਂ ਦਾ ਕੰਮ ਸਿਰਫ ਬੋਲਣਾ ਹੀ ਹੁੰਦਾ, ਉਹਨਾਂ ਨੇ ਹੋਰ ਕੁਝ ਨਹੀਂ ਕਰਨਾ ਹੁੰਦਾ। ਤਾਂ ਮੇਰੇ ਵੇਖਣ ਦੀ ਗੱਲ ਹੈ ਕਿ ਇੱਕ 6-7 ਸਾਲ ਦਾ ਬੱਚਾ ਸੀ ਸ਼ਾਇਦ, ਉਹ ਬਾਲਟੀ ਲੈ ਕੇ ਤੇ ਵਰਤਾ ਰਿਹਾ ਸੀ ਕੋਈ ਦਾਲ ਜਾਂ ਸਬਜ਼ੀ, ਜੋ ਵੀ ਵਰਤਾ ਰਿਹਾ ਸੀ। ਉਹਨੇ ਕੀ ਕੀਤਾ, ਅਜੇ ਬੱਚਾ ਸੀ 6-7 ਸਾਲ ਦਾ। ਤੁਸੀਂ ਵੇਖਦੇ ਜੇ ਇੱਥੇ ਜਿਹੜੇ ਬੱਚੇ ਵਰਤਾਉਂਦੇ ਨੇ ਕਿੰਨਾ ਕੁਝ ਕਰ ਜਾਂਦੇ ਨੇ। ਜਦੋਂ ਤੱਕ ਅਸੀਂ ਸਿਖਾਵਾਂਗੇ ਨਹੀਂ ਤੇ ਉਹ ਨਹੀਂ ਸਿੱਖਿਆ ਜਾਵੇਗਾ। 6-7 ਸਾਲ ਦਾ ਬੱਚਾ ਤਾਂ ਕੁਝ ਵੀ ਗਲਤੀ ਕਰ ਸਕਦਾ। ਉਹ ਬੱਚੇ ਨੇ ਉਹ ਜਿਹੜੀ ਵੀ ਦਾਲ ਸਬਜ਼ੀ ਪਾਉਣ ਲੱਗਾ ਸੀ, ਉਹਦੀ ਕੜਛੀ ਜਿਹੜੀ ਸੀ ਨਾ, ਉਹ ਥੱਲੇ ਥਾਲੀ ਦੇ ਨਾਲ ਲੱਗ ਗਈ। ਚਲੋ ਸਾਨੂੰ ਉਹ ਧਿਆਨ ਰੱਖਣਾ ਚਾਹੀਦਾ ਹੈ ਇਸ ਗੱਲ ਦਾ। ਮੈਂ ਨਹੀਂ ਕਹਿੰਦਾ ਵੀ ਉਹ ਬੱਚਾ ਬਿਲਕੁਲ ਇੱਥੇ ਸਹੀ ਵੀ ਹੈ, ਕਿਉਂਕਿ ਜਿਹੜੇ ਬੰਦੇ ਨੇ ਖਾਣ ਪੀਣ ਵਾਲੀ ਚੀਜ਼ ਜੂਠੀ ਕੀਤੀ ਹੁੰਦੀ, ਅਸੀਂ ਨਹੀਂ ਕੜਛੀਆਂ ਲਾਉਂਦੇ ਸੀ, ਘਰਾਂ ਦੇ ਵਿੱਚ ਵੀ ਨਹੀਂ ਲਾਉਂਦੇ। ਉਹ ਤਾਂ ਗੁਰਦੁਆਰੇ ਦੀ ਗੱਲ ਤੇ ਹੋਰ ਬਣ ਜਾਂਦੀ ਹੈ ਥੋੜ੍ਹੀ ਜਿਹੀ। ਉਹਦੀ ਕਿਤੇ ਕੜਛੀ, ਉਹਦੀ ਖਾਂਦੀ ਦੇ ਜਿਹੜਾ ਖਾਂਦਾ ਪਿਆ ਸੀ ਨਾ, ਉਹਦੀ ਥਾਲੀ ਦੇ ਨਾਲ ਕੜਛੀ ਲੱਗ ਗਈ। ਮਹਾਰਾਜ ਬਖਸ਼ ਲਵੇ,
ਉਸ ਬੰਦੇ ਨੇ ਮੇਰਾ ਨਹੀਂ ਖਿਆਲ ਵੀ ਕੋਈ ਕਸਰ ਛੱਡੀ ਹੋਵੇ ਉਸ ਬੱਚੇ ਨੂੰ ਗੱਲ ਕਰਦੇ। ਔਰ ਇਹੋ ਜਿਹੀਆਂ ਪ੍ਰਜਾਤੀਆਂ ਤੁਸੀਂ ਰੋਜ਼ ਵੇਖੋਗੇ ਗੁਰੂ ਘਰਾਂ ਦੇ ਵਿੱਚ। ਮੈਂ ਪ੍ਰਜਾਤੀ ਲਫ਼ਜ਼ ਇਸ ਕਰਕੇ ਵਰਤਦਾ ਪਿਆ ਵੀ ਇਹੋ ਜਿਹੇ ਇਹਨਾਂ ਦੇ ਪਿੱਛੇ ਲੱਗ ਕੇ ਨਾ ਚੰਗੀ ਸੇਵਾ ਕਰਨ ਵਾਲੇ ਵੀ ਬਦਨਾਮ ਹੋ ਜਾਂਦੇ। ਚੰਗੇ ਕਹਿਣ ਨੂੰ ਸੇਵਕ ਹਾਂ ਮੈਂ, ਜਦੋਂ ਮੈਂ ਸੇਵਕ ਹਾਂ ਤੇ ਫਿਰ ਪੰਡਕਾਂ ਦੀ ਬੰਨੀ ਫਿਰਦਾ ਹਾਂ ਸਿਰ ਦੇ ਉੱਤੇ। ਇੱਕ ਹੋਰ ਘਟਨਾ ਆਪ ਜੀ ਦੇ ਨਾਲ ਮੈਂ ਸਾਂਝੀ ਕਰ ਦੇਵਾਂ, ਕਿਉਂਕਿ ਕਈਆਂ ਨੂੰ ਨਾ ਇੱਦਾਂ ਲੱਗਦਾ ਵੀ ਨਹੀਂ ਵੀ ਇਹ ਤੇ ਬੜਾ ਇਹਨਾਂ ਚੀਜ਼ਾਂ ਦੇ ਵਿਰੁੱਧ ਬੋਲਦੇ ਨੇ। ਉੱਥੇ ਤੁਸੀਂ ਜਾ ਕੇ ਵੇਖੋਗੇ ਬੜੇ ਰੱਬੀ ਪਿਆਰ ਵਾਲੇ ਸੇਵਕ ਵੀ ਤੁਹਾਨੂੰ ਮਿਲ ਜਾਣਗੇ, ਕਦੀ ਦਿਖਾਉਂਦੇ ਹੀ ਨਹੀਂ ਵੀ ਅਸੀਂ ਕੁਝ ਹਾਂ। ਤੇ ਕਈ ਉਹਨਾਂ ਦਾ ਕੰਮ ਹੁੰਦਾ ਵੀ ਉੱਥੇ ਜਾਣਾ ਹੈ ਪਰ ਕਰਨਾ ਲੋਕਾਂ ਦੇ ਉੱਤੇ ਆਰਡਰ ਹੀ ਹੈ। ਇਹ ਸ਼ਾਇਦ ਜਿਹੜਾ ਮੰਜੀ ਸਾਹਿਬ ਵਾਲੀ ਸਾਈਡ ਤੋਂ ਜੋੜਾ ਘਰ ਹੈ ਉਹਦੇ ਲਾਗੇ ਗੱਠੜੀ ਘਰ ਹੈ ਦਰਬਾਰ ਸਾਹਿਬ ਦੇ ਅੰਦਰ, ਤੁਸੀਂ ਵੇਖਿਆ ਹੋਵੇਗਾ। ਉੱਥੇ ਇੱਕ ਬਾਬਾ ਸੇਵਾ ਕਰਦਾ ਪਿਆ ਸੀ ਤੇ ਉਹ ਕੀ ਹੋਇਆ, ਸੰਗਤ ਜਿੱਦਾਂ ਦੂਰ ਦੀ ਜਾਂਦੀ ਉਹਨਾਂ ਦੇ ਕੋਲ ਤੇ ਬੈਗ ਹੁੰਦੇ ਨੇ, ਉਹਨੇ ਬੈਗ ਜਮ੍ਹਾਂ ਕਰਾਉਣਾ ਸੀ, ਉਹਨੇ ਬੈਗ ਜਮ੍ਹਾਂ ਕਰਾ ਦਿੱਤਾ ਤੇ ਉਹਨੂੰ ਬਾਅਦ ਦੇ ਵਿੱਚ ਅੱਗੇ ਜਾ ਕੇ ਚੇਤਾ ਆਇਆ ਵੀ ਮੈਂ ਤੇ ਇਸ਼ਨਾਨ ਕਰਨਾ ਸੀ ਤੇ ਜਿਹੜਾ ਮੇਰਾ ਕਸ਼ਹਿਰਾ ਉਹ ਤੇ ਬੈਗ ਦੇ ਵਿੱਚ ਹੀ ਰਹਿ ਗਿਆ। ਮਹਾਰਾਜ ਬਖਸ਼ ਲਵੇ, ਮੈਂ ਫਿਰ ਕਹਿ ਦੇਵਾਂ ਉਹ ਬੰਦਾ ਜਿਹੜਾ ਨਾ, ਕਿਉਂਕਿ ਇਸ਼ਨਾਨ ਕਰਨ ਦੇ ਲਈ ਆਇਆ ਸੀ, ਉਹ ਵਾਪਸ ਗਿਆ ਬੈਗ ਲੈਣ ਵੀ ਮੇਰਾ ਕਸ਼ਹਿਰਾ ਇੱਥੇ ਰਹਿ ਗਿਆ, ਮੈਂ ਉਹ ਸਮਾਨ ਲੈਣਾ ਤਾਂ ਫਿਰ ਤੁਸੀਂ ਬੈਗ ਵਾਪਸ ਰੱਖ ਲਓ। ਦਾਤਾਰ ਬਖਸ਼ ਲਵੇ, ਮੈਂ ਵਾਰ-ਵਾਰ ਇਸ ਗੱਲ ਨੂੰ ਕਹਿ ਰਿਹਾ ਹਾਂ, ਉਸ ਬੰਦੇ ਨੇ ਕੋਈ ਕਸਰ ਨਹੀਂ ਛੱਡੀ ਉਸ ਬੰਦੇ ਨੂੰ ਕਹਿਣ ਦੇ ਵਿੱਚ ਵੀ ਤੁਸੀਂ ਇੱਦਾਂ ਕਰਦੇ ਜੇ, ਤੁਸੀਂ ਉੱਦਾਂ ਕਰਦੇ ਜੇ, ਤੁਹਾਨੂੰ ਚੇਤਾ ਨਹੀਂ ਰਹਿੰਦਾ ਤੁਸੀਂ ਫਲਾਣ ਨਹੀਂ ਕਰਦੇ, ਜੇ ਪਹਿਲਾਂ ਸਮਾਨ ਲੈਣਾ ਹੈ ਫਿਰ ਵਾਰ-ਵਾਰ ਸਮਾਨ ਕਿਉਂ ਲੈਣ ਆਉਂਦੇ। ਇਹ ਸੇਵਕਾਂ ਦੇ ਹਾਲ ਨੇ, ਇਹ ਬੋਲਿਆ ਜਾਂਦਾ ਸੇਵਕਾਂ ਦੇ ਬਾਰੇ। ਔਰ ਪਤਾ ਕੌਣ ਹੁੰਦੇ ਨੇ ਇਹ? ਆਮ ਲੋਕ ਨਹੀਂ ਹੁੰਦੇ, ਆਮ ਸੰਗਤ ਨਹੀਂ ਹੁੰਦੀ। ਇਹ ਉਹ ਹੁੰਦੇ ਨੇ ਜਿਨ੍ਹਾਂ ਨੂੰ ਰਹਿ ਰਹਿ ਕੇ ਉੱਥੇ ਸਾਲ ਹੋ ਜਾਂਦਾ ਹੈ, 2 ਸਾਲ ਹੋ ਜਾਂਦੇ ਨੇ, ਆਦਤਾਂ ਹੋ ਜਾਂਦੀਆਂ, ਫਿਰ ਪੱਕ ਜਾਂਦੇ ਨੇ। ਬਸ ਆਪਾਂ ਸੁਣਨਾ ਨਹੀਂ, ਆਪਾਂ ਤੇ ਸੁਣਾਉਣਾ ਹੈ ਬਸ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਇਹੋ ਜਿਹੇ ਬੰਦੇ ਇੱਦਾਂ ਦੇ ਹੁੰਦੇ ਨੇ, ਕਿਸੇ ਬੰਦੇ ਨੂੰ ਇੱਕ ਵਾਰ ਬੋਲਦੇ ਨੇ ਉਹਦਾ ਗੁਰਦੁਆਰੇ ਆਉਣਾ ਬੰਦ ਕਰਵਾ ਦਿੰਦੇ ਨੇ। ਇਹ ਇੱਦਾਂ ਦੇ ਬੰਦੇ ਹੁੰਦੇ ਨੇ। ਉਹਨਾਂ ਨੂੰ ਲੱਗਦਾ ਵੀ ਅਸੀਂ ਸੇਵਾ ਕਰਦੇ ਪਏ, ਉਹਨਾਂ ਨੇ ਸੇਵਾ ਕਰ ਕਰਕੇ ਕਈ ਤੋੜ ਦਿੱਤੇ ਨੇ। ਮਹਾਰਾਜ ਇਹੋ ਜਿਹੀ ਸੇਵਾ ਤੋਂ ਬਚਾ ਲਵੇ। ਸੇਵਾ ਕਰਨੀ ਬੁਰੀ ਨਹੀਂ ਹੈ, ਪਰ ਹੰਕਾਰ ਤੇ ਲੜਾਈ ਝਗੜਾ ਹਰ ਚੀਜ਼ ਦੇ ਉੱਤੇ ਆਪਸ ਦੇ ਵਿੱਚ ਹੀ ਲੋਕੀ ਥਾਂ ਵੰਡ ਕੇ ਬੈਠੇ ਹੋਏ ਨੇ, ਗੁਰਦੁਆਰਿਆਂ 'ਚ ਥਾਂ ਵੰਡ ਕੇ ਬੈਠੇ ਹੋਏ ਨੇ। ਬਾਹਰ ਦੀਆਂ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਵੀ ਤੁਸੀਂ ਬਹਿਣਾ ਤੇ ਇੱਥੇ ਬੈਠੋ, ਅਸੀਂ ਬਹਿਣਾ ਤੇ ਇੱਥੇ ਬੈਠਣਾ, ਆਹ ਹਿੱਸਾ ਤੁਹਾਡਾ ਸੇਵਾ ਕਰਨ ਦਾ, ਆਹ ਹਿੱਸਾ ਸਾਡਾ ਸੇਵਾ ਕਰਨ ਦਾ, ਤੁਸੀਂ ਸਾਡੇ ਵਿੱਚ ਨਹੀਂ ਆਉਣਾ। ਔਰ ਈਵਨ ਕਿ ਮਹਾਰਾਜ ਬਖਸ਼ ਲਵੇ, ਮੈਂ ਵਾਰ-ਵਾਰ ਇਸ ਗੱਲ ਨੂੰ ਕਹਿ ਰਿਹਾ ਹਾਂ, ਕਿਉਂਕਿ ਇਹ ਨਹੀਂ ਵੀ ਸਿਰਫ ਲੋਕਾਂ ਨੂੰ ਕਹਿਣ ਵਾਲੇ ਹਾਂ। ਇੱਥੋਂ ਤੱਕ ਲੜਾਈਆਂ ਹੋ ਜਾਂਦੀਆਂ ਨੇ ਵੀ ਭਾਈ ਸਰੋਵਰ ਦਾ ਆਹ ਹਿੱਸਾ ਤੁਸੀਂ ਸਾਫ਼ ਕਰਨਾ ਤੇ ਇਹਦੇ ਤੋਂ ਅੱਗੇ ਨਹੀਂ ਆਉਣਾ, ਇਹਦੇ ਤੋਂ ਅੱਗੇ ਅਸੀਂ ਆਵਾਂਗੇ, ਇਹਦੇ ਤੋਂ ਅੱਗੇ ਅਸੀਂ ਸਾਫ਼ ਕਰਨਾ। ਜੇ ਤੁਸੀਂ ਆ ਕੇ ਸਾਫ਼ ਕਰ ਦਿੱਤਾ ਤੇ ਫਿਰ ਤੁਹਾਡੇ ਨਾਲ ਝਗੜਾ ਵੀ ਹੋ ਸਕਦਾ। ਸੇਵਾ ਕਰਨੀ ਹੈ ਪਰ ਧੱਕੇ ਦੇ ਨਾਲ ਕਰਨੀ ਹੈ, ਸੇਵਾ ਹੰਕਾਰ ਦੇ ਨਾਲ ਕਰਨੀ ਹੈ ਵੀ ਆਹ ਸੇਵਾ ਤੇ ਮੈਂ ਹੀ ਕਰਦਾ, ਆਹ ਸੇਵਾ ਤੇ ਮੇਰੇ ਹੁੰਦਿਆਂ ਹੀ ਹੋਵੇ। ਜਿੱਦਾਂ ਕਈ ਹੁੰਦੇ ਨੇ ਨਾ ਗੁਰੂ ਘਰ ਦੇ ਵਿੱਚ, ਇਹ ਮੇਰੇ ਨਾਲ ਆਪਣੇ ਨਾਲ ਵਾਪਰੀ ਗੱਲ ਹੈ, ਕਿਸੇ ਹੋਰ ਦੇ ਨਾਲ ਆਪਾਂ ਹੋਵੇ ਤੇ ਫਿਰ ਚਲੋ ਕਹਿ ਵੀ ਦਈਏ। ਉਹ ਕੀ ਕਈਆਂ ਗੁਰੂ ਘਰਾਂ ਦੇ ਵਿੱਚ ਜਿੱਦਾਂ ਪ੍ਰਕਾਸ਼ ਹੁੰਦਾ ਹੈ ਤੇ ਬਹੁਤੀ ਸੰਗਤ ਉਹ ਹੁੰਦੀ ਹੈ ਜਿਹੜੀ ਦਰਬਾਰ ਸਾਹਿਬ ਦਾ ਹੁਕਮਨਾਮਾ ਸੁਣ ਕੇ ਤੇ ਫਿਰ ਗੁਰਦੁਆਰਾ ਸਾਹਿਬ ਆਉਂਦੇ ਨੇ। ਬਹੁਤ ਸੰਗਤ ਇੱਦਾਂ ਦੀ ਵੀ ਹੁੰਦੀ ਹੈ ਤੇ ਉਹ ਮੇਰੇ ਖਿਆਲ ਦੇ ਨਾਲ ਬਹੁਤਾ ਨਹੀਂ ਤੇ 5, 5:30 ਵਜੇ ਉਹ ਹੁਕਮਨਾਮਾ ਦਰਬਾਰ ਸਾਹਿਬ ਤੋਂ ਆਉਂਦਾ, ਕਿਉਂਕਿ ਸਾਡੀਆਂ ਇੱਧਰ ਡਿਊਟੀਆਂ ਹੁੰਦੀਆਂ ਨੇ, ਅਸੀਂ ਜ਼ਿਆਦਾ ਖਿਆਲ ਨਹੀਂ ਕਰਦੇ। ਤੇ 5, 5:30 ਦਾ ਟਾਈਮ ਹੁੰਦਾ ਤੇ ਉਹਦੇ ਵਿੱਚ ਕੀ ਹੋਇਆ ਕਿ ਇੱਕ ਵਾਰ ਮੇਰੇ ਵੇਖਣ ਦੀ ਗੱਲ, ਆਪਾਂ 4 ਵਜੇ ਪ੍ਰਕਾਸ਼ ਹੁੰਦਾ ਸੀ, ਇੱਥੋਂ ਦੀ ਗੱਲ ਨਹੀਂ ਹੈ, ਪਿੱਛੇ ਪੰਜਾਬ ਦੀ ਹੈ। ਉਹ ਪ੍ਰਕਾਸ਼ ਹੁੰਦਾ ਹੈ ਤੇ 4 ਵਜੇ ਪ੍ਰਕਾਸ਼ ਹੋ ਗਿਆ ਤੇ ਨਿਤਨੇਮ ਸ਼ੁਰੂ ਕਰ ਦਿੱਤਾ। ਕਾਲਜ ਵੱਲੋਂ ਡਿਊਟੀ ਸੀ, 2-4 ਦਿਨ ਹੀ ਮੈਂ ਗਿਆ ਸੀ ਤੇ ਉੱਥੋਂ ਦਾ ਇੱਕ ਜਿਹੜੀ ਸੰਗਤ ਦਾ ਬੰਦਾ ਸੀ ਨਾ, ਉਹ ਆ ਕੇ ਉਹਨੇ ਪ੍ਰਧਾਨ ਨੂੰ ਪਤਾ ਕੀ ਕਿਹਾ, ਕੋਈ ਪ੍ਰਧਾਨ ਵੀ ਵਿਚਾਰਾ ਗੁਰਦੁਆਰੇ ਆ ਗਿਆ ਸੀ ਮਾੜੀ ਕਿਸਮਤ ਨੂੰ ਉਦਣ ਹੀ, ਉਹਨੂੰ ਆ ਕੇ ਕਹਿੰਦਾ ਵੀ ਮੈਂ ਆ ਗਿਆ, ਤੁਸੀਂ ਹੁਕਮਨਾਮਾ ਪਹਿਲਾਂ ਕਿਉਂ ਲੈ ਲਿਆ, ਮੇਰੇ ਆਉਣ ਤੋਂ ਪਹਿਲਾਂ ਹੁਕਮਨਾਮਾ ਕਿਉਂ ਲੈ ਲਿਆ। ਇਹ ਇੱਦਾਂ ਦੇ ਹਾਲ ਨੇ ਲੋਕਾਂ ਦੇ। ਮਤਲਬ ਮੈਂ ਆਵਾਂ ਤੇ ਹੁਕਮਨਾਮਾ ਸ਼ੁਰੂ ਹੋਵੇ, ਮੈਂ ਆਵਾਂ ਤੇ ਰਹਿ ਰਸ ਸ਼ੁਰੂ ਹੋਵੇ, ਮੈਂ ਆਵਾਂ ਤੇ ਜਪਜੀ ਸਾਹਿਬ ਸ਼ੁਰੂ ਹੋਵੇ, ਮੈਂ ਆਵਾਂ ਤੇ ਸੇਵਾ ਸ਼ੁਰੂ ਹੋਵੇ, ਮੈਂ ਆਵਾਂ ਤੇ ਮੇਰੀ ਸਲਾਹ ਤੋਂ ਬਿਨਾਂ ਤੁਸੀਂ ਮੀਟਿੰਗ ਕਿੱਦਾਂ ਸਟਾਰਟ ਕਰ ਲਈ, ਮੈਂ ਆਵਾਂ ਮੇਰੀ ਸਲਾਹ ਤੋਂ ਬਿਨਾਂ ਤੁਸੀਂ ਕੁਝ ਪੁੱਟ ਕਿੱਦਾਂ ਲਿਆ ਗੁਰਦੁਆਰੇ ਵਿੱਚੋਂ, ਮੇਰੀ ਆਇਆਂ ਤੋਂ ਬਿਨਾਂ ਤੁਸੀਂ ਕਿਸੇ ਚੀਜ਼ ਨੂੰ ਲਾ ਕਿੱਦਾਂ ਦਿੱਤਾ। ਇਹੋ ਜਿਹੀਆਂ ਪ੍ਰਜਾਤੀਆਂ ਬਹੁਤ ਮਿਲ ਜਾਣਗੀਆਂ ਤੁਹਾਨੂੰ ਗੁਰੂ ਘਰ ਦੇ ਵਿੱਚ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਪੰਡ ਵੱਜੀ ਹੋਈ ਹੈ ਸਿਰ ਤੇ। ਤੇ ਮਹਾਰਾਜ ਪਤਾ ਕੀ ਕਹਿ ਰਹੇ ਨੇ, ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ, ਵੀ ਇੱਕ ਪਾਸੋਂ ਤੇ ਸੇਵਾ ਵੀ ਕਰਦਾ ਫਿਰੇ ਮਾਲਕ ਦੀ, ਨੌਕਰ ਵੀ ਬਣਿਆ ਫਿਰੇ ਮਾਲਕ ਦਾ, ਤੇ ਨਾਲੇ ਹੰਕਾਰ ਦੀਆਂ ਗੱਲਾਂ ਵੀ ਕਰਦਾ ਫਿਰੇ ਵੀ ਸਾਨੂੰ ਤੇ 10 ਸਾਲ ਹੋ ਗਏ ਨੇ, ਅਸੀਂ ਨਹੀਂ ਕਿਸੇ ਦੀ ਸੁਣਦੇ, ਸਾਨੂੰ ਤੇ 15 ਸਾਲ ਹੋ ਗਏ ਨੇ, ਆ ਕੇ ਵੇਖੇ ਹਾਂ ਕੋਈ ਸਾਡੇ ਵੱਲ। ਮਰਦ ਕਹਿੰਦੇ ਸਿਰਫ ਫਜ਼ੂਲ ਦੇ ਵਾਦ ਖੜੇ ਕਰਦੇ ਨੇ, ਫਜ਼ੂਲ ਦਾ ਝਗੜਾ ਖੜਾ ਕਰਦੇ ਨੇ। ਫਿਰ ਕੀ ਹੁੰਦਾ ਹੈ, ਨੌਕਰ ਵੀ ਹੋਵੇ ਤੇ ਝਗੜਾ ਵੀ ਕਰੇ ਮਾਲਕ ਦੇ ਨਾਲ, ਨੌਕਰ ਵੀ ਹੋਵੇ ਹੰਕਾਰ ਵੀ ਕਰੇ ਵੀ ਮੈਂ ਤੇਰੀ ਸੇਵਾ ਕਰਦਾ ਪਿਆ ਹਾਂ। ਇਹ ਨੌਕਰ ਕਾਹਦਾ ਹੋਇਆ? ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ,
ਜਿੰਨੀਆਂ ਮਰਜ਼ੀ ਆਪਣੀ ਵਡਿਆਈ ਦੀਆਂ ਗੱਲਾਂ ਲੋਕਾਂ ਦੇ ਵਿੱਚ ਕਰਦਾ ਫਿਰੇ। ਉਹ ਮਹਾਰਾਜ ਤੇ ਸੁਣਦੇ ਨਹੀਂ, ਮਹਾਰਾਜ ਤੇ ਵੇਖ ਕੇ ਹੱਸ ਛੱਡਦੇ ਨੇ ਵੀ ਲਾਲਾ ਜੋਰ ਤੂੰ ਕਿੰਨਾ ਕੁ ਲਾਉਣਾ। ਪਰ ਤੁਸੀਂ ਅਕਸਰ ਲੋਕਾਂ ਦੇ ਕੋਲ ਬੈਠ ਜਾਓ, ਉਹਨਾਂ ਦੇ ਸ਼ੁਰੂ ਹੀ ਸਾਲ ਹੁੰਦੇ ਨੇ, ਇੰਨੇ ਸਾਲ ਹੋ ਗਏ ਨੇ, ਪਤਾ ਨਹੀਂ ਕਿਹੜੇ ਰੱਬ ਨੂੰ ਸਾਲ ਵਿਖਾ ਰਹੇ ਆ। ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਇਹਨਾਂ ਚੀਜ਼ਾਂ ਦੀ, ਵੀ ਕੀ ਬੰਦਾ ਸਾਬਤ ਕਰਨਾ ਚਾਹੁੰਦਾ ਸਾਲ ਵਿਖਾ ਕੇ, ਕੀ ਬੰਦਾ ਸਾਬਤ ਕਰਨਾ ਚਾਹੁੰਦਾ ਆਪਣੇ ਪਾਠਾਂ ਦੀ ਗਿਣਤੀ ਵਿਖਾ ਕੇ, ਕੀ ਬੰਦਾ ਸਾਬਤ ਕਰਨਾ ਚਾਹੁੰਦਾ ਹੈ 40 ਦਿਨਾਂ ਦਾ ਪਹਿਰਾ ਲਾ ਕੇ ਵੀ ਮੈਂ ਤੇਰੇ ਲਈ 40 ਦਿਨ ਕੱਢੇ ਨੇ ਤੇ ਬਾਕੀ ਦਿਨ ਕਿਹਦੇ ਲਈ ਕੱਢਣੇ ਸੀ। ਫਿਰ ਹਜ਼ੂਰ ਕਹਿੰਦੇ ਗੱਲਾਂ ਕਰੇ ਘਨੇਰੀਆਂ, ਘਣੀਆਂ ਗੱਲਾਂ ਕਰਦਾ ਫਿਰੇ ਆਪਣੇ ਬਾਰੇ ਵੀ ਮੈਂ ਉਹ ਹਾਂ, ਮੈਂ ਇੱਥੇ ਵੀ ਸੇਵਾ ਕੀਤੀ, ਮੈਂ ਉੱਥੇ ਵੀ ਸੇਵਾ ਕੀਤੀ, ਮੈਂ ਆਹ ਕੀਤਾ, ਮੈਂ ਉਹ ਕੀਤਾ, ਰੋਜ਼ ਮੈਂ ਇੰਨੇ ਵਜੇ ਪਹੁੰਚ ਕੇ ਇੱਥੇ ਸੇਵਾ ਕਰਦਾ ਹਾਂ। ਆਪਣੇ ਮੂੰਹ ਦੇ ਵਿੱਚੋਂ ਆਪ ਹੀ ਕਾਂ ਦੇ ਵਾਂਗੂ ਲਾਉਂਦਾ ਫਿਰੇ, ਬਹੁ ਤੀਰਥ ਭਵਿਆ ਤੇਤੋਂ ਲਵਿਆ। ਜਿੰਨੇ ਤੀਰਥਾਂ ਤੇ ਭਟਕਿਆ ਨਾਲ ਮੂੰਹ ਤੇ ਕਾਂ ਵੱਜਾ ਹੋਇਆ ਵੀ ਬਸ ਕਾਂ ਕਾਂ ਕਰਕੇ ਬੋਲ ਦੇਣਾ ਵੀ ਮੈਂ ਉੱਥੇ ਵੀ ਗਿਆ ਤੇ ਮੈਂ ਉੱਥੇ ਵੀ ਗਿਆ। ਇਹੋ ਜਿਹੇ ਤੁਸੀਂ ਇਹਨਾਂ ਸਥਾਨਾਂ ਤੇ ਵੀ ਕਾਫੀ ਵੇਖੋਗੇ। ਗੱਲਾਂ ਕਰੇ ਘਨੇਰੀਆਂ, ਨੌਕਰ ਵੀ ਹੋਵੇ ਤੇ ਹੰਕਾਰ ਵੀ ਕਰਦਾ ਫਿਰੇ। ਸਤਿਗੁਰੂ ਕਹਿੰਦੇ ਜਿੰਨੀਆਂ ਮਰਜ਼ੀ ਹੰਕਾਰ ਦੀਆਂ ਗੱਲਾਂ ਕਰਦਾ ਫਿਰੇ, ਖਸਮ ਨਾ ਪਾਏ ਸਾਧ, ਉਹ ਮਾਲਕ ਦੇ ਖੁਸ਼ੀ ਨਹੀਂ ਹਾਸਲ ਕਰ ਸਕਦਾ। ਸਾਧ ਦਾ ਅਰਥ ਇੱਥੇ ਸਵਾਦ ਨਹੀਂ ਹੈ। ਵੈਸੇ ਸਾਧ ਇੱਕ ਤੁਸੀਂ ਸ਼ਾਦੀ ਲਫ਼ਜ਼ ਸੁਣਿਆ ਹੋਵੇਗਾ ਵਿਆਹ ਦੇ ਬਾਰੇ, ਸ਼ਾਦੀ ਦਾ ਮਤਲਬ ਹੀ ਖੁਸ਼ੀ ਹੁੰਦਾ ਹੈ। ਖਸਮ ਨਾ ਪਾਏ ਸਾਧ ਦਾ ਮਤਲਬ ਹੈ ਕਿ ਰੱਬ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਸੇਵਕ ਵੀ ਹੋਵੇ ਤੇ ਹੰਕਾਰੀ ਵੀ ਬਣਿਆ ਫਿਰੇ, ਉਹ ਬੰਦੇ ਰੱਬ ਦੀ ਖੁਸ਼ੀ ਨਹੀਂ ਹਾਸਲ ਕਰ ਸਕਦੇ। ਹਾਂ, ਦੁਨੀਆ ਦੇ ਵਿੱਚ ਜੋ ਮਰਜ਼ੀ ਖਵਾ ਸਕਦੇ ਨੇ, ਦੁਨੀਆ ਲੇਬਲ ਲਾ ਦਿੰਦੀ ਹੈ, ਇਹ ਗੁਰੂ ਘਰ ਦਾ ਕੂਕਰ ਹੈ, ਗੁਰੂ ਘਰ ਦਾ ਸੇਵਕ ਹੈ, ਗੁਰੂ ਘਰ ਦਾ ਦਾਸ ਹੈ, ਇਹ ਗੁਰੂ ਘਰ ਦਾ ਉਹ ਹੈ, ਆਹ ਹੈ, ਜਿੰਨੇ ਮਰਜ਼ੀ ਨੀਵੇਂ ਤੋਂ ਨੀਵੇਂ ਤਖੱਲਸ ਲਾਈ ਜਾਵੇ ਬੰਦੇ ਦੇ ਨਾਲ। ਹਜ਼ੂਰ ਕਹਿੰਦੇ ਰੱਬ ਦੀ ਖੁਸ਼ੀ ਨਹੀਂ ਹਾਸਲ ਕਰ ਸਕਦਾ। ਔਰ ਇਸੇ ਕਰਕੇ ਬੰਦਿਆਂ ਨੂੰ ਕਈ ਸਾਲ ਹੋ ਜਾਂਦੇ ਨੇ ਸੇਵਾ ਕਰਦਿਆਂ ਨੂੰ, ਬਣਦਾ ਹੀ ਨਹੀਂ ਕੁਝ ਉਹਨਾਂ ਦਾ, ਕੁਝ ਲੱਗਦਾ ਹੀ ਨਹੀਂ ਉਹਨਾਂ ਲਾਗੇ ਬੈਠ ਕੇ ਵੀ ਇਹ ਬੰਦਾ ਪਿਛਲੇ 10 ਸਾਲਾਂ ਤੋਂ ਸੇਵਾ ਕਰਦਾ ਪਿਆ। ਉਹਦੇ ਲਾਗੇ ਬੈਠ ਕੇ ਲੱਗਦਾ ਹੀ ਨਹੀਂ ਵੀ ਇਸ ਬੰਦੇ ਨੇ ਲਗਾਤਾਰ ਬਾਣੀ ਪੜ੍ਹੀ ਹੈ। ਉਸ ਬੰਦੇ ਦੇ ਲਾਗੇ ਬੈਠ ਕੇ ਲੱਗਦਾ ਹੀ ਨਹੀਂ ਵੀ ਇਹ ਬੰਦਾ ਨਿਮਰ ਹੋ ਗਿਆ ਹੈ। ਕਿਉਂਕਿ ਗੱਲਾਂ ਤਾਂ ਫਿਰ ਉੱਥੋਂ ਸ਼ੁਰੂ ਕਰਦੇ ਨੇ ਵੀ ਜਿੱਥੇ ਪਹਿਲਾਂ 10 ਸਾਲ ਦੀ ਪੰਡ ਨਹੀਂ ਸੀ, ਹੁਣ 10 ਸਾਲ ਦੀ ਪੰਡ ਵੀ ਨਾਲ ਚੁੱਕੀ ਫਿਰਦਾ। ਮਰਦ ਬਖਸ਼ ਲਵੇ। ਸਤਿਗੁਰੂ ਕਹਿੰਦੇ ਆਪਣੇ ਬਾਰੇ ਜਿਹੜਾ ਵਡਿਆਈਆਂ ਕਰਦਾ ਫਿਰਦਾ ਨਾ, ਮੈਂ ਉਹ ਹਾਂ, ਮੈਂ ਆਹ ਹਾਂ, ਮੈਂ ਗੁਰੂ ਘਰ ਦੇ ਵਿੱਚ ਇੰਨਾ ਕੁਝ ਕਰਵਾ ਦਿੱਤਾ, ਮੈਂ ਉੱਥੇ ਆਹ ਬਿਲਡਿੰਗ ਬਣਵਾਤੀ, ਉੱਥੇ ਆਹ ਪੱਖੇ ਲਵਾਤੇ, ਉੱਥੇ ਫਲਾਣ ਕਰ ਦਿੱਤਾ। ਹਜ਼ੂਰ ਕਹਿੰਦੇ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਉਹ ਰੱਬ ਦੀ ਖੁਸ਼ੀ ਨਹੀਂ ਹਾਸਲ ਕਰ ਸਕਦਾ। ਹਾਂ, ਦੁਨੀਆ ਦੇ ਵਿੱਚ ਜਿੰਨਾ ਮਰਜ਼ੀ ਨਾ ਹੋ ਜਾਵੇ, ਆਪਾਂ ਅਕਸਰ ਇਸ ਗੱਲ ਨੂੰ ਕਹਿੰਦੇ ਹੁੰਦੇ ਨਾ ਵੀ ਪਹਿਲਾਂ ਸਿਸਟਮ ਸੀ, ਹੁਣ ਤੇ ਸੁਧਰ ਗਿਆ ਥੋੜ੍ਹਾ ਜਿਹਾ। ਇੱਕ ਪੱਖਾ ਚੜਾਉਣਾ ਤੇ 3 ਪੀੜ੍ਹੀਆਂ ਦੇ ਨਾਮ ਪਰ 3 ਪੱਖਿਆਂ ਦੇ ਪਰਾਂ ਤੇ ਲੋਕੀ ਲਿਖ ਦਿੰਦੇ ਹੁੰਦੇ ਸੀ। ਇਹ ਕੀ ਹੁੰਦਾ ਸੀ? ਵਸ ਨਹੀਂ ਚੱਲਦਾ ਇਹਨਾਂ ਚੀਜ਼ਾਂ ਦੇ ਉੱਤੇ। ਹੁਣ ਤੇ ਬੜਾ ਕੰਟਰੋਲ ਆ ਗਿਆ, ਮਹਾਰਾਜ ਬਖਸ਼ ਲਵੇ। ਹਜ਼ੂਰ ਕਹਿੰਦੇ ਖਸਮ ਨਾ ਪਾਏ ਸਾਧ, ਪਰ ਕਰੇ ਕੀ ਆਪ ਗਵਾਏ। ਸੇਵਾ ਕਰੇ, ਹੈ ਤੇ 2-4 ਅੱਖਰ ਹੀ ਨੇ, ਪਰ ਜ਼ਿੰਦਗੀ ਮੁੱਕ ਜਾਂਦੀ ਹੈ ਇਹਨਾਂ ਅੱਖਰਾਂ ਨੂੰ ਸ਼ੁਰੂ ਕਰਦਿਆਂ। ਦਾਤਾਰ ਕਹਿੰਦੇ ਆਪ ਗਵਾਏ, ਆਪਣੇ ਆਪੇ ਨੂੰ ਗਵਾਏ, ਆਪਣੇ ਅਹੰਗ ਨੂੰ ਗਵਾਏ। ਮੈਂ ਕੀ ਹਾਂ ਇਹਦੇ ਨਾਲ ਕੀ ਮਤਲਬ ਹੈ, ਮੈਂ ਕੀ ਨਹੀਂ ਹਾਂ ਇਹਦੇ ਨਾਲ ਬੜਾ ਮਤਲਬ ਹੈ। ਜਦੋਂ ਮੈਨੂੰ ਲੱਗਣ ਲੱਗ ਪੈਂਦਾ ਨਾ ਵੀ ਹਾਂ ਮੈਂ ਹੀ ਸਭ ਤੋਂ ਅੱਗੇ ਤੁਰਾਂਗਾ, ਮੈਂ ਹੀ ਸਭ ਤੋਂ ਅੱਗੇ ਜਾਵਾਂਗਾ, ਫਿਰ ਮੈਂ ਜਿਹੜੀ ਹੈ ਨਾ ਉਹ ਆਪਣੇ ਉੱਤੇ ਹਾਵੀ ਹੋ ਜਾਂਦੀ ਹੈ। ਫਿਰ ਬੰਦਾ ਸੇਵਾ ਵਾਲੇ ਪਾਸੇ ਨਹੀਂ ਆ ਸਕਦਾ। ਸੇਵਾ ਕਰਦਿਆਂ ਵੀ ਮੈਂ ਦੇ ਵਿੱਚ ਹੀ ਫਸਿਆ ਹੁੰਦਾ, ਸੇਵਾ ਕਰਦਿਆਂ ਵੀ ਅਹੰਗ ਦੇ ਵਿੱਚ ਫਸਿਆ ਹੁੰਦਾ। ਮੇਰੇ ਵਰਗਾ ਕੀਰਤਨ ਕੋਈ ਨਹੀਂ ਕਰ ਸਕਦਾ, ਮੇਰੇ ਵਰਗੀ ਕਥਾ ਕੋਈ ਨਹੀਂ ਕਰ ਸਕਦਾ, ਮੇਰੇ ਵਰਗਾ ਪਾਠ ਕੋਈ ਨਹੀਂ ਕਰ ਸਕਦਾ, ਮੇਰੇ ਵਰਗਾ ਸੰਗਤ ਨੂੰ ਨਹੀਂ ਬੰਨ੍ਹ ਕੇ ਰੱਖ ਸਕਦਾ, ਮੇਰੇ ਵਰਗਾ ਪ੍ਰਬੰਧ ਨਹੀਂ ਕੋਈ ਵਧੀਆ ਕਰ ਸਕਦਾ। ਜੇ ਇਕੱਲੇ ਪ੍ਰਬੰਧ ਦੀ ਗੱਲ ਹੋਵੇ ਤੇ ਪ੍ਰਿਥੀ ਚੰਦ ਮਾੜਾ ਪ੍ਰਬੰਧਕ ਥੋੜ੍ਹਾ ਸੀ ਕਿਤੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੇਵਾ ਲਾਈ ਸੀ, ਉਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸੇਵਾ ਲਾਈ ਸੀ ਉਹਦੀ ਵੀ ਲੰਗਰ ਦਾ ਪ੍ਰਬੰਧ ਤੁਸੀਂ ਵੇਖਣਾ। ਇਸੇ ਕਰਕੇ ਜਦੋਂ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠੇ ਸੀ ਤੇ ਲੰਗਰ ਦੀ ਰਸਦ ਉਹਨਾਂ ਦੇ ਕੋਲ ਜਾਣ ਲੱਗ ਪਈ ਸੀ। ਇਕੱਲਾ ਕੁਝ ਹੋ ਜਾਣਾ, ਕੀ ਫਰਕ ਪੈਂਦਾ ਹੈ ਇਹਨਾਂ ਗੱਲਾਂ ਦੇ ਨਾਲ? ਮਹਾਰਾਜ ਕਹਿੰਦੇ ਆਪ ਗਵਾਏ, ਆਪਣੇ ਆਪ ਨੂੰ ਗਵਾ ਤੇ ਲਵੇ, ਆਪਣੇ ਆਪ ਨੂੰ ਨਿਮਰ ਤੇ ਰੱਖੇ, ਫਿਰ ਸੇਵਾ ਕਰੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਇਹ ਸ਼ਰਤ ਹੈ ਵੀ ਤਾਂ ਕੁਝ ਮਾਣ ਪਾ ਸਕਦਾ ਜੇ ਬੰਦਾ ਆਪਣੇ ਆਪ ਨੂੰ ਗਵਾ ਲਵੇ। ਜੇ ਆਪਣੇ ਆਪ ਨੂੰ ਵੱਡਾ ਹੀ ਕਰ ਲਿਆ ਹੈ ਗੁਰੂ ਘਰ ਦੇ ਵਿੱਚ ਆ ਕੇ, ਤੇ ਫਿਰ ਗੁਰੂ ਨਿੱਕਾ ਲੱਗਣ ਲੱਗ ਪੈਂਦਾ ਤੇ ਆਪਣਾ ਆਪਾ ਵੱਡਾ ਲੱਗਣ ਲੱਗ ਪੈਂਦਾ। ਇੱਕ ਮਹਾਰਾਜ ਜੀ ਨੇ ਬੋਲਿਆ ਹੈ, ਤੁਸੀਂ ਜਾਣਦੇ ਹੋਵੋਗੇ, ਆਪ ਗਵਾਈ ਹੈ ਤਾਂ ਸ਼ਹ ਪਾਈ ਹੈ ਔਰ ਕੈਸੀ ਚਤੁਰਾਈ। ਮਹਾਰਾਜ ਕਹਿੰਦੇ ਮੈਂ ਤੈਨੂੰ ਹੋਰ ਚਤੁਰਾਈ ਦੀ ਕਿਹੜੀ ਗੱਲ ਦੱਸਾਂ, ਹੋਰ ਚਲਾਕੀ ਕਿਹੜੀ ਦੱਸਾਂ? ਇਹ ਤੋਂ ਬਿਨਾਂ ਹੋਰ ਕੋਈ ਚਲਾਕੀ ਹੈ ਵੀ ਕੀ ਹੈ? ਪਰ ਇਹੋ ਹੀ ਹੈ, ਆਪਣੇ ਆਪੇ ਨੂੰ ਗਵਾਉਣ ਦੀ ਸੇਵਾ ਕਰ, ਆਪਣੇ ਆਪੇ ਨੂੰ ਪਰੇ ਕਰਨ ਦੀ ਕੋਸ਼ਿਸ਼ ਕਰ। ਜੋ ਤੂੰ ਸੇਵਾ ਕਰਦਾ ਪਿਆ ਹੈ, ਕਿਉਂ ਲੋਕਾਂ ਦੇ ਵਿੱਚ ਇਸ ਗੱਲ ਨੂੰ ਦੱਸਦਾ ਵੀ ਪਿਆ ਵੀ ਮੈਂ ਬੜਾ ਵੱਡਾ ਸੇਵਾਦਾਰ ਹਾਂ, ਮੈਂ ਬੜਾ ਵੱਡਾ ਨੌਕਰ ਹਾਂ, ਤਾਂ ਫਿਰ ਹੰਕਾਰ ਦੀਆਂ ਗੱਲਾਂ ਵੀ ਆਪਣੇ ਮੂੰਹ ਦੇ ਵਿੱਚੋਂ ਆਪ ਕੱਢੀ ਜਾਣੀਆਂ। ਇਹ ਦੇਖੋ, ਸਾਨੂੰ ਇੰਝ ਲੱਗਦਾ ਹੋਵੇਗਾ ਵੀ ਲੋਕੀ ਕਰਦੇ ਹੀ ਨਹੀਂ ਨੇ। ਜੇ ਅਸੀਂ ਨਾ ਕਰਦੇ ਹੋਈਏ ਤਾਂ ਤੁਸੀਂ ਬਾਹਰ ਨਿਕਲ ਕੇ ਵੇਖ ਲੈਣਾ ਇਹੋ ਜਿਹੇ ਬੰਦਿਆਂ ਦੀ ਕਿੰਨੀ ਗਿਣਤੀ ਹੈ। ਇਹਨੂੰ ਕੀ ਕਿਹਾ ਜਾਂਦਾ ਹੈ? ਟ੍ਰੈਜਡੀ। ਮਤਲਬ ਤੁਰੇ ਤੇ ਧਰਮ ਸਿੱਖਣ ਦੇ ਲਈ ਸੀ,
ਪਰ ਧਰਮ ਸਿੱਖਦਿਆਂ ਨਾਲੇ ਬਿਮਾਰੀ ਵੀ ਸਿੱਖ ਲਈ ਹੈ। ਧਰਮ ਸਿੱਖਦਿਆਂ ਨਾਲ ਪ੍ਰੋਬਲਮ ਵੀ ਸਿੱਖ ਲਈ ਹੈ। ਆਏ ਧਾਰਮਿਕ ਹੋਣ ਸੀ, ਪਰ ਧਾਰਮਿਕ ਹੋਣ ਦੀ ਬਜਾਏ ਹੁਣ ਸਿਰਫ ਇਹਨਾਂ ਦੀ ਜ਼ੁਬਾਨ ਤੇ ਗਲਾ ਧਾਰਮਿਕ ਹੈ, ਦਿਲ ਇਹਨਾਂ ਦਾ ਹੰਕਾਰੀ ਹੋ ਗਿਆ ਹੈ। ਔਰ ਬਹੁਤ ਜਾਣੇ ਨੇ ਇਦਾਂ ਦੇ। ਮਰਦ ਮਾੜੀ ਜੀ ਕਲਾ ਦਿੰਦਾ, ਥੋੜਾ ਬਹੁਤਾ ਗੁਣ ਦਿੰਦਾ ਕਿਤੇ, ਬਸ ਫਿਰ ਉਸੇ ਗੁਣ ਨੂੰ ਪਾ ਕੇ ਤੇ ਉਹਨਾਂ ਨੂੰ ਇੰਝ ਲੱਗਦਾ ਵੀ ਅਸੀਂ ਹੁਣ ਗੁਰੂ ਸਾਹਿਬ ਦੇ ਦੁਆਲੇ ਵੀ ਹੋ ਜਾਣਾ, ਵੀ ਗੁਰੂ ਸਾਹਿਬ ਨਾਲ ਵੀ ਗੱਲ ਕਰ ਲੈਣੀ, ਵੀ ਮਹਾਰਾਜ ਤੁਸੀਂ ਕਿੱਦਾਂ ਗੱਲ ਕਰਨ ਵਾਲੇ, ਅਸੀਂ ਦੱਸਦੇ ਹਾਂ ਵੀ ਅਸੀਂ ਜ਼ਿਆਦਾ ਸਿਆਣੇ ਹੋ ਗਏ। ਮੈਂ ਕੱਲ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਸ਼ਾਇਦ ਬੇਨਤੀ ਕੀਤੀ ਸੀ, ਮੁਕਤਸਰ ਦੇ ਸਥਾਨ ਦੇ ਉੱਤੇ ਖਿਦਰਾਣੇ ਦੇ ਕੋਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਕਹਿਣ ਲੱਗ ਪਏ ਸੀ ਵੀ ਸੱਚੇ ਪਾਤਸ਼ਾਹ ਤੁਹਾਡੀ ਸੁਲ੍ਹਾ ਕਰਾ ਦਿੰਦੇ ਆ, ਨਾ ਲੜੋ ਔਰੰਗਜ਼ੇਬ ਦੇ ਨਾਲ। ਤੇ ਫਿਰ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਸਿੱਖ ਜੇ ਕਿ ਤੁਸੀਂ ਗੁਰੂ ਜੇ, ਤੁਸੀਂ ਤੇ ਗੁਰੂ ਨੂੰ ਵੀ ਮੱਤ ਦੇਣ ਆ ਗਏ ਜੇ। ਇਹ ਪ੍ਰੋਬਲਮ ਹੈ ਸਾਡੇ ਲੋਕਾਂ ਦੀ। ਹਜ਼ੂਰ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਕੁਝ ਮਾਣ ਤਾਂ ਹੀ ਮਿਲ ਸਕਦਾ ਹੈ, ਕੁਝ ਮਾਣ ਤਾਂ ਹੀ ਪਾਇਆ ਜਾ ਸਕਦਾ ਹੈ ਜੇ ਬੰਦਾ ਆਪੇ ਨੂੰ ਗਵਾ ਲਵੇ। ਇੱਥੇ ਤੇ ਇਦਾਂ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਨਾਲ 3 ਸਿੱਖਾਂ ਦਾ ਸ਼ਹੀਦੀ ਦਿਹਾੜਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਇਹਨਾਂ 4 ਜਾਣਿਆਂ ਦਾ ਸ਼ਹੀਦੀ ਦਿਹਾੜਾ। ਉਹਨਾਂ ਵਿਚਾਰਿਆਂ ਦੇ ਵਿੱਚ ਇੱਕ ਵਾਰ ਨਾਂ ਲੈਣਾ, ਮਹਾਰਾਜ ਬਖਸ਼ ਲਵੇ, ਉਹਨਾਂ ਦਾ ਇੱਕ ਵਾਰ ਨਾਮ ਲੈਣਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ, ਇਹਨਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ, ਤੇ ਅਰਦਾਸ ਕਰਾਉਣ ਵਾਲਿਆਂ ਦੇ 11 ਜਾਣਿਆਂ ਦੇ ਨਾਮ ਉੱਥੇ ਹੁੰਦੇ ਨੇ। ਜਿਸ ਥਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਨਾਮ ਬੋਲਿਆ ਗਿਆ, ਇੱਕ ਜਾਣੇ ਦਾ ਨਾਮ ਨਾਲ 3 ਸਿੱਖਾਂ ਦਾ ਨਾਮ ਬੋਲ ਦਿੱਤਾ ਗਿਆ, ਉਹਦੇ ਵਿੱਚ ਪਿੱਛੇ ਕਸਰ ਰਹਿ ਜਾਂਦੀ ਆ ਵੀ ਬੰਦਿਆਂ ਦੇ ਨਾਮ ਵੀ ਨਾਲ ਬੋਲੇ ਜਾਣ। ਤੇ ਗੁਰਪੁਰਬ ਵੇਖ ਲਓ, ਓਡੀ ਲੰਮੀ ਅਰਦਾਸ ਨਹੀਂ ਹੁੰਦੀ, ਓਡੇ ਲੰਮੇ ਨਾਮਾਂ ਦੀ ਗਿਣਤੀ ਹੁੰਦੀ ਹੈ ਵੀ ਸਾਡੇ ਨਾਮ ਬੋਲੇ ਜਾਣ। ਔਰ ਸੰਗਰਾਂਦ ਵਾਲੇ ਦਿਨ ਵੀ ਸਪੈਸ਼ਲ ਸਾਡੇ ਨਾਮ ਬੋਲੇ ਜਾਣ ਵੀ ਅਸੀਂ ਅੱਗੋਂ ਪਿੱਛੋਂ ਭਾਵੇਂ ਸੇਵਾ ਕਰਦੇ ਜਾਂ ਨਹੀਂ ਕਰਦੇ, ਸੰਗਰਾਂਦ ਤੇ ਜ਼ਰੂਰ ਕਰਦੇ ਹਾਂ, ਇਸ ਕਰਕੇ ਸਾਡਾ ਨਾਮ ਬੋਲੋ। ਕੀ ਕਰਾਂਗਾ ਮੈਂ, ਨਾਮ ਬੁਲਵਾ ਵੀ ਲਿਆ ਗੁਰੂ ਘਰ ਦੇ ਵਿੱਚ, ਤੇ ਮੇਰਾ ਨਾਮ ਬੋਲ ਵੀ ਦਿੱਤਾ ਕਿਸੇ ਨੇ। ਚਲੋ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਨਾਮ ਬੋਲੇ ਵੀ ਜਾਣ, ਰੋਜ਼ ਬੋਲਿਆ ਜਾਵੇ, ਤੇ ਫਿਰ ਕੀ ਹੋਵੇਗਾ। ਹਜ਼ੂਰ ਕਹਿੰਦੇ ਧਰਤੀ ਉੱਪਰ ਕੋਟਗੜ੍ਹ ਕੀਤੀ ਗਈ ਬਜਾਏ, ਜੋ ਅਸਮਾਨ ਨਾ ਮਾਵਨੀ ਤੇ ਨੱਕ ਨੱਥਾਂ ਪਾਏ। ਇੱਥੇ ਤਾਂ ਮੈਂ ਨਾਮਾਂ ਤੋਂ ਲੜਦਾ ਫਿਰਦਾ ਹਾਂ, ਤੇ ਹੋ ਸਕਦਾ 60-70 ਵੱਲ ਨਾਮ ਵੀ ਮੁੱਕ ਜੇ ਵੀ ਇਸ ਨਾਂ ਦਾ ਬੰਦਾ ਵੀ ਦੁਨੀਆ ਤੇ ਹੈ ਸੀ ਕਿ ਨਹੀਂ ਸੀ। ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਚੜ੍ਹਾਈ ਕਰ ਗਏ ਨੇ, ਉਹਨਾਂ ਦੇ ਵਿੱਚੋਂ ਕਿੰਨਿਆਂ ਦੇ ਨਾਮ ਵੀ ਮਰ ਗਏ ਨੇ, ਨਾਮ ਵੀ ਨਹੀਂ ਹੈਗੇ, ਸਰੀਰ ਤੇ ਹੋਣ ਦੀ ਗੱਲ ਹੀ ਬੜੀ ਦੂਰ ਦੀ ਸੀ। ਮਹਾਰਾਜ ਕਹਿੰਦੇ ਆਪ ਗਵਾਏ, ਬੰਦਾ ਨਿਮਰ ਨਹੀਂ ਹੁੰਦਾ, ਇਹ ਪੱਕੀ ਗੱਲ ਹੈ। ਧਾਰਮਿਕ ਦੁਨੀਆ ਦੇ ਵਿੱਚ ਜਿੰਦਿਆਂ ਨਾ ਪੰਡਾਂ ਵੱਡੀਆਂ ਹੋ ਜਾਂਦੀਆਂ ਨੇ ਲੋਕਾਂ ਦੇ ਸਿਰਾਂ ਦੇ ਉੱਤੇ, ਲੋਕੀ ਨੀਵੇਂ ਨਹੀਂ ਹੁੰਦੇ, ਝੁਕਦੇ ਨਹੀਂ ਨੇ ਲੋਕੀ, ਜੇ ਝੁਕਦੇ ਨੇ ਤਾਂ ਪਖੰਡ ਕਰਦੇ ਨੇ ਬਸ। ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਆਪਾਂ ਸਮਝ ਲਈਏ, ਫਿਰ ਅਗਲੇ ਸ਼ਲੋਕ ਵੀ ਇਹਦੇ ਨਾਲ ਹੀ ਰਿਲੇਟਡ ਨੇ। ਉਹ ਕਹਿੰਦੇ ਨੇ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ, ਲਿਖੇ ਨਾ ਲਿਖੈ। ਗੁਰਸਿੱਖੀ ਦਾ ਬੋਲਣਾ ਕੀ ਹੈ, ਸਾਡੀ ਬੋਲ ਬਾਣੀ ਕੀ ਹੈ। ਜੇ ਤੇ ਬੋਲਾਂ ਦੇ ਵਿੱਚ ਹੰਕਾਰ ਹੈ ਵੀ ਮੈਂ ਕਥਾ ਕਰਦਾ ਹਾਂ, ਮੈਂ ਆਪਣੀ ਗੱਲ ਕਹਿ ਦੇਵਾਂ, ਮੈਂ ਜਿੱਦਣ ਵੀ ਇੱਥੇ ਬੈਠਾ ਹੁੰਦਾ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, ਕਦੀ ਨਹੀਂ ਇਸ ਚੀਜ਼ ਨੂੰ ਸੋਚ ਕੇ ਬੈਠਾ ਵੀ ਕੱਲ ਵੀ ਮੈਂ ਹੀ ਬੈਠਾਂਗਾ, ਕਦੀ ਨਹੀਂ ਸੋਚ ਕੇ ਬੈਠਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ, ਕਦੀ ਨਹੀਂ ਇਹ ਚੀਜ਼ ਸੋਚ ਕੇ ਬੈਠਾ ਵੀ ਮੇਰੀ ਹੀ ਸਲਾਹ ਲਈ ਜਾਵੇ, ਕਦੀ ਨਹੀਂ। ਮਹਾਰਾਜ ਨੇ ਬਚਾ ਲਿਆ ਇਹਨਾਂ ਚੀਜ਼ਾਂ ਤੋਂ। ਨਹੀਂ ਤੇ ਆਪ ਫਸਣ ਵਾਲੀ ਗੱਲ ਹੈ ਵੀ ਮੈਨੂੰ ਪੁੱਛ ਕੇ ਵੇਖੋ, ਮੇਰੀ ਸਲਾਹ ਲਓ, ਮੈਂ ਗਾਂਹ ਹੁੰਨਾ, ਤੇ ਗਾਂਹ ਹੋਵਾਂਗੇ ਤੇ ਫਸਾਂਗੇ ਵੀ ਜ਼ਿਆਦਾ। ਮਾਲਕ ਕਿਰਪਾ ਕਰੇ ਪਛਾਣ ਰੱਖ ਲਵੇ, ਸਾਨੂੰ ਕੀ ਲੋੜ ਹੈ ਅੱਗੇ ਹੋ ਕੇ ਜਾ ਸਾਰਾ ਕੁਝ ਦਿਖਾਉਣ ਦੀ ਵੀ ਮੈਂ ਆਹ ਹਾਂ ਤੇ ਮੈਂ ਆਹ ਹਾਂ। ਜਿੱਥੇ ਯੋਗਦਾਨ ਪਾਉਣਾ ਹੈ ਉੱਥੇ ਪਾਉਣਾ ਹੈ। ਪਰ ਇੱਥੇ ਕੀ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖੀ ਦਾ ਬੋਲਣਾ, ਗੁਰਸਿੱਖੀ ਦਾ ਬੋਲਣਾ ਕੀ ਹੈ, ਸਾਡੀ ਬੋਲ ਬਾਣੀ ਕੀ ਹੋਣੀ ਚਾਹੀਦੀ ਹੈ। ਹੋਏ ਮਿੱਠ ਬੋਲਾ, ਪਹਿਲੀ ਗੱਲ ਤੇ ਉਹਦੀ ਬੋਲੀ ਮਿੱਠੀ ਹੋਵੇ। ਤੇ ਮੈਂ ਤੇ ਇਦਾਂ ਕਹਿ ਦਿੰਦਾ ਹੁੰਦਾ ਵੀ ਜਿਹੜੇ ਵਿਚਾਰੇ ਨਵੇਂ ਗੁਰਦੁਆਰੇ ਆਉਂਦੇ ਨੇ ਨਾ, ਉਹ ਤੇ ਹੱਥ ਜੋੜਦੇ ਫਿਰਦੇ ਨੇ ਵੀ ਸਾਡੇ ਕੋਲੋਂ ਕੁਝ ਗਲਤੀ ਨਾ ਹੋ ਜਾਵੇ। ਵੀ ਕਿਤੇ ਤੁਰਦਿਆਂ ਫਿਰਦਿਆਂ ਤੁਸੀਂ ਇੱਥੇ ਵੇਖਦੇ ਜੇ ਨਾ, ਕੋਈ ਮੱਥਾ ਟੇਕਣ ਆਇਆ ਹੋਵੇ ਤੇ ਚੇਤਾ ਭੁੱਲ ਗਿਆ ਵੀ ਸਿਰ ਢੱਕਣ ਦਾ ਚੇਤਾ ਭੁੱਲ ਗਿਆ, ਵੀ ਰੁਮਾਲ ਨਹੀਂ ਲੈ ਕੇ ਆਏ ਜਾਂ ਕੁਝ ਵੀ ਨਹੀਂ ਹੋਇਆ, ਉਹਨਾਂ ਨੂੰ ਕਿਤੇ ਦੱਸ ਦਿਓ ਨਾ ਵੀ ਤੁਸੀਂ ਸਿਰ ਦੇ ਉੱਤੇ ਕੱਪੜਾ ਨਹੀਂ ਲਿਆ। ਵੇਖਿਓ ਉਹਨਾਂ ਦੇ ਉਸੇ ਵੇਲੇ ਇੰਝ ਲੱਗਦਾ ਵੀ ਬੜੀ ਵੱਡੀ ਗਲਤੀ ਹੋ ਗਈ, ਉਸੇ ਵੇਲੇ ਸਿਰ ਢੱਕਣ ਨੂੰ ਤੁਰ ਪੈਂਦੇ ਨੇ। ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ, ਪਰ ਮੈਨੂੰ ਮਾਫ਼ ਕਰਿਓ, ਜਿਨ੍ਹਾਂ ਨੂੰ ਜ਼ਿਆਦਾ ਸਾਲ ਹੋ ਜਾਂਦੇ ਨੇ ਸੇਵਾ ਕਰਦਿਆਂ ਨੂੰ, ਇਹਨਾਂ ਨੂੰ ਤੁਸੀਂ ਕਹੋਗੇ ਨਾ ਵੀ ਆਹ ਤੂੰ ਗਲਤ ਕੀਤਾ, ਅੱਗੋਂ ਪਤਾ ਕੀ ਕਹਿੰਦੇ ਨੇ, ਤੈਨੂੰ ਜ਼ਿਆਦਾ ਪਤਾ, ਅਸੀਂ ਨਿਆਣੇ ਤੁਰੇ ਫਿਰਦੇ ਇੱਥੇ। ਇੱਕ ਜਾਣਾ ਇਹ ਕਹਿ ਰਿਹਾ ਵੀ ਠੀਕ ਹੈ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਬਖਸ਼ ਦਿਓ, ਮੈਂ ਠੀਕ ਕਰ ਲੈਣਾ। ਦੂਜੇ ਸ਼ੁਰੂ ਹੀ ਇੱਥੋਂ ਹੁੰਦੇ ਨੇ ਵੀ ਗਲਤੀ ਤੇ ਆਪਾਂ ਮੰਨਣੀ ਨਹੀਂ ਹੈ, ਪਰ ਜੇ ਤੁਸੀਂ ਸਾਨੂੰ ਕਹੋਗੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਜੀ। ਇਹ ਪ੍ਰੋਬਲਮ ਹੈ ਲੋਕਾਂ ਦੀ। ਉਹਦੀ ਬੋਲੀ ਤੋਂ ਪਤਾ ਲੱਗ ਜਾਂਦਾ ਵੀ ਇਹ ਬੋਲੀ ਕਿੱਦਾਂ ਦੀ ਬੋਲਦਾ ਪਿਆ ਹੈ। ਕਿ ਬੋਲੀ ਤੋਂ ਨਿਮਰਤਾ ਦਾ ਪਤਾ ਨਹੀਂ ਲੱਗਦਾ ਵੀ ਇਹ ਬੰਦਾ ਨਿਮਰ ਹੋ ਕੇ ਗੱਲ ਕਰਦਾ ਕਿ ਬੰਦਾ ਹੰਕਾਰ ਦੇ ਵਿੱਚ ਗੱਲ ਕਰਦਾ। ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ,
ਲਿਖਿਆ ਨਾ ਲਿਖਿਆ, ਮਿੱਠਾ ਬੋਲੇ ਪਰ ਭੰਡ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਮਸ਼ਹੂਰ ਨਾ ਕਰਦਾ ਫਿਰੇ ਵੀ ਮੇਰੇ ਤੋਂ ਵੱਧ ਕੋਈ ਮਿੱਠਾ ਬੋਲਦਾ ਹੀ ਨਹੀਂ, ਮੇਰੇ ਤੋਂ ਵੱਧ ਕੋਈ ਚੰਗਾ ਬੋਲਦਾ ਹੀ ਨਹੀਂ। ਲਿਖਿਆ ਨਾ ਲਿਖਿਆ ਇਹ ਵੀ ਹਿਸਾਬ ਕਿਤਾਬ ਤੋਂ ਪਰੇ ਕਰ ਦੇਵੇ ਵੀ ਮਿੱਠਾ ਬੋਲਣਾ ਜ਼ਰੂਰੀ ਆ, ਪਰ ਦਿਖਾਉਣਾ ਜ਼ਰੂਰੀ ਨਹੀਂ ਵੀ ਮੈਂ ਦੱਸਣਾ ਵੀ ਮੈਂ ਬੜਾ ਮਿੱਠਾ ਬੋਲਦਾ ਜੀ। ਅਸੀਂ ਖੁਦ ਕਿਸੇ ਵੇਲੇ ਕਥਾ ਕਰਦੇ ਹੁੰਦੇ ਹਾਂ, ਕਿਸੇ ਵੇਲੇ ਕਹਿਣਾ ਪੈ ਜਾਂਦਾ ਕਿਸੇ ਨੂੰ, ਫਿਰ ਅਗਲੇ ਨੂੰ ਬੁਰਾ ਵੀ ਲੱਗ ਸਕਦਾ। ਲੱਗ ਜਾਵੇ ਉਹਦੇ ਨਾਲ ਕੀ ਫਰਕ ਪੈਂਦਾ? ਫਿਰ ਤੁਸੀਂ ਵੀ ਬੋਲਦੇ ਜੇ, ਆਪਣੇ ਬੱਚਿਆਂ ਨੂੰ ਤੁਹਾਨੂੰ ਕਿਸੇ ਵੇਲੇ ਬੋਲਣਾ ਪਵੇਗਾ, ਕਿਉਂ ਨਹੀਂ ਬੋਲਣਾ ਪਵੇਗਾ? ਸਾਰਿਆਂ ਨੂੰ ਬੋਲਣਾ ਪੈਂਦਾ, ਆਪਣੇ ਤੋਂ ਨੀਵਿਆਂ ਨੂੰ ਵੀ ਬੋਲਣਾ ਪੈਂਦਾ। ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਵੀ ਮੈਂ ਕਹਾਂ ਜੀ ਮੈਂ ਮਿੱਠਾ ਬੋਲਦਾ ਹਾਂ ਤੇ ਨਾਲ ਇੱਕ ਰਿਕਾਰਡ ਵੀ ਚੱਲਦਾ ਪਿਆ ਵੀ ਮੈਂ ਨਹੀਂ ਜੇ ਕਦੀ ਮਾੜਾ ਬੋਲਿਆ, ਫਿਰ ਪ੍ਰੋਬਲਮ ਤੇ ਮੈਂ ਦੀ ਆ ਕੇ ਖੜੀ ਹੋਈ ਹੈ। ਆਪ ਕਿੱਥੇ ਗਵਾਇਆ ਜਾਂਦਾ? ਗੁਰਸਿੱਖੀ ਦਾ ਚੱਲਣਾ ਚੱਲੇ ਭੈ ਵਿੱਚ ਲੀਤੈ ਭਿਖ ਹੈ। ਮਹਾਰਾਜ ਕਹਿੰਦੇ ਗੁਰਸਿੱਖੀ ਦਾ ਚੱਲਣਾ ਕੀ ਹੈ, ਤੁਰਨਾ ਫਿਰਨਾ ਕੀ ਹੈ ਸਿੱਖੀ ਦਾ? ਰੱਬ ਦੇ ਅਦਬ ਦੇ ਵਿੱਚ ਚੱਲੇ, ਰੱਬ ਦੇ ਡਰ ਦੇ ਵਿੱਚ ਚੱਲੇ। ਅਸੀਂ ਇਹ ਤੇ ਕਹਿ ਦਿੰਦੇ ਹਾਂ ਵੀ ਰੱਬ ਸਾਰੀਆਂ ਥਾਵਾਂ ਦੇ ਉੱਤੇ ਹੈ, ਪਰ ਮੈਨੂੰ ਮਾਫ ਕਰਿਓ, ਸਾਡੇ ਵਿੱਚੋਂ ਬਹੁਤਿਆਂ ਨੂੰ ਰੱਬ ਅਜੇ ਵੀ ਗੁਰਦੁਆਰੇ ਤੇ ਰੱਬ ਅਜੇ ਵੀ ਮੂਰਤੀਆਂ 'ਚ ਹੀ ਦਿਸਦਾ ਹੈ। ਜਿਹੜੀਆਂ ਜਿਉਂਦੀਆਂ ਮੂਰਤਾਂ ਨੇ ਉਹਨਾਂ ਦੇ ਵਿੱਚ ਰੱਬ ਦਿਸਦਾ ਹੀ ਨਹੀਂ ਹੈ। ਜਿਹੜੀਆਂ ਜਿਉਂਦੀਆਂ ਨੇ ਨਾ ਚੀਜ਼ਾਂ, ਉਹਨਾਂ ਨੂੰ ਇੰਨਾ ਰਫ ਬੋਲਿਆ ਜਾਂਦਾ ਹੈ, ਉਹਨਾਂ ਦੇ ਵਿੱਚ ਰੱਬ ਦਿਸਦਾ ਹੀ ਨਹੀਂ। ਜਿਹੜਾ ਬੰਦਾ ਆਪਣੇ ਨੌਕਰਾਂ ਨੂੰ, ਆਪਣੇ ਤੋਂ ਨੀਵਿਆਂ ਨੂੰ ਮਤਲਬ ਕਦੀ ਗਾਲ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ ਜਾਂ ਉਹਨਾਂ ਨੂੰ ਸਿੱਧੇ ਮੂੰਹ ਕਦੀ ਬੋਲਦਾ ਹੀ ਨਹੀਂ ਹੈ, ਉਹ ਇੱਥੇ ਆ ਕੇ ਨੱਕ ਵੀ ਘਸਾਈ ਜਾਵੇ, ਕੀ ਕਰੇਗਾ? ਉਹ ਨੱਕ ਵੀ ਘਸਾ ਲਵੇ, ਕੀ ਫਰਕ ਪਵੇਗਾ? ਰੱਬ ਦੇ ਡਰ ਦੇ ਵਿੱਚ ਚੱਲੇ। ਜਿਹਨੂੰ ਬਾਬਾ ਕਬੀਰ ਕਹਿੰਦੇ ਨੇ ਨਾ, ਅਜ ਹੁਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਵੀ ਅਜੇ ਤੇ ਬੇੜੀ ਦਰਿਆ ਦੇ ਵਿੱਚ ਹੀ ਆ, ਪਤਾ ਨਹੀਂ ਕੀ ਬਣ ਜਾਵੇ। ਜਿਹੜੇ ਅੱਜ ਉੱਤੇ ਨੇ ਕੱਲ ਥੱਲੇ ਵੀ ਡਿੱਗ ਸਕਦੇ ਨੇ। ਗੁਰਸਿੱਖੀ ਦਾ ਚੱਲਣਾ ਚੱਲੇ ਭੈ ਵਿੱਚ ਲੀਤੈ ਭਿਖ ਹੈ। ਗੁਰਸਿੱਖੀ ਦਾ ਰਾਹ ਇਹ ਗੁਰਮੁਖ ਚਾਲ ਚੱਲੇ ਸੋ ਦੇਖੈ। ਗੁਰਸਿੱਖੀ ਦਾ ਰਾਹ ਕੀ ਹੈ? ਜਿਹੜੇ ਮੇਰੇ ਤੋਂ ਸਿਆਣੇ ਗੁਰਮੁਖ ਜਨ ਨੇ ਨਾ, ਵੱਡੇ ਨੇ, ਸੰਗਤ ਇਸੇ ਕਰਕੇ ਕੀਤੀ ਜਾਂਦੀ ਹੈ ਵੀ ਇੱਥੇ ਬੈਠ ਕੇ ਮੈਨੂੰ ਜਿਹੜੇ ਮੇਰੇ ਤੋਂ ਅੱਗੇ ਨਿਕਲ ਗਏ ਨੇ, ਮੈਨੂੰ ਉਹਨਾਂ ਦੇ ਕੋਲੋਂ ਸਿੱਖਣ ਦੀ ਜਾਚ ਆ ਜਾਵੇ। ਨਹੀਂ ਤਾਂ ਰਿਕਾਰਡਿੰਗ ਤਾਂ ਘਰਾਂ ਦੇ ਵਿੱਚ ਵੀ ਪਹੁੰਚ ਜਾਂਦੀ ਹੈ। ਕਿਹਦੇ ਘਰ ਦੇ ਵਿੱਚ ਦਰਬਾਰ ਸਾਹਿਬ ਦਾ ਟੀਵੀ ਨਹੀਂ ਚੱਲਦਾ ਪਿਆ? ਸਾਰਿਆਂ ਘਰਾਂ 'ਚ ਚੱਲ ਜਾਂਦਾ। ਸੰਗਤ ਇਸ ਕਰਕੇ ਕੀਤੀ ਜਾਂਦੀ ਹੈ ਵੀ ਮੈਂ ਇਹਨਾਂ ਜਿਉਂਦਿਆਂ ਬੰਦਿਆਂ ਨੂੰ ਵੇਖਾਂ ਮੇਰੇ ਤੋਂ ਕਿੱਦਾਂ ਅੱਗੇ ਚਲੇ ਗਏ ਨੇ। ਲੰਗਰ ਦੀਆਂ 100 ਵੀਡੀਓ ਵੇਖ ਲਓ ਤੁਸੀਂ, ਜਦੋਂ ਤੱਕ ਵਰਤਾਓਗੇ ਨਹੀਂ ਲੰਗਰ ਵਰਤਾਉਣ ਦਾ ਨਹੀਂ ਪਤਾ ਲੱਗੇਗਾ। ਇੱਦਾਂ ਹੀ ਹੈ, ਤੁਸੀਂ ਵੇਖ ਲਓ ਵੀ ਗੱਡੀ ਚਲਾਉਣ ਦੀ ਜਾਚ ਹੈ, YouTube ਖੋਲ੍ਹ ਕੇ ਵੇਖ ਲਓ ਤੁਸੀਂ, 100 ਜਾਣਿਆਂ ਨੇ ਬਣਾਇਆ ਹੋਗਾ ਵੀ ਇੱਦਾਂ ਗੱਡੀ ਚਲਾਈ ਦੀ। ਜਦੋਂ ਤੱਕ ਬੈਠਾਂਗੇ ਨਹੀਂ ਡਰਾਈਵਰ ਸੀਟ ਤੇ ਕਿੱਦਾਂ ਸਿੱਖ ਲਵਾਂਗੇ? ਟੀਵੀ ਦੇ ਉੱਤੇ ਵੇਖਣ ਦਾ ਸਿਰਫ ਇੰਨਾ ਹੈ ਵੀ ਕੁਝ ਯਾਦ ਹੋ ਸਕਦਾ ਹੈ, ਸਾਰਾ ਕੁਝ ਇੱਦਾਂ ਨਹੀਂ ਹੁੰਦਾ, ਸਾਰਾ ਕੁਝ ਸੰਗਤ ਦੇ ਵਿੱਚ ਹੀ ਹੁੰਦਾ। ਗੁਰਸਿੱਖੀ ਦਾ ਰਾਹ ਇਹ ਗੁਰਮੁਖ ਚਾਲ ਚੱਲੈ ਸੋ ਦੇਖੈ। ਜਿੱਦਾਂ ਗੁਰੂ ਦੇ ਪਿਆਰੇ ਚਾਲ ਚੱਲਦੇ ਨੇ ਨਾ, ਉੱਦਾਂ ਉਹਨਾਂ ਨੂੰ ਚੱਲਦਿਆਂ ਹੋਇਆਂ ਵੇਖੇ। ਫਿਰ ਘਾਲ ਖਾਏ ਸੇਵਾ ਕਰੇ, ਗੁਰ ਉਪਦੇਸ਼ ਅਵੇਸ਼ ਵਿਸਿਖੈ। ਮਿਹਨਤ ਦੀ ਕਮਾਈ ਕਰਕੇ ਖਾਂਦਾ ਹੋਵੇ, ਸੇਵਾ ਵੀ ਕਰਦਾ ਹੋਵੇ। ਇਹ ਨਾ ਹੋਵੇ ਵੀ ਮੈਨੂੰ ਕੀ ਸੇਵਾ ਕਰਨ ਦੀ ਲੋੜ ਹੈ। ਇਹ ਮੈਂ ਖਾਸ ਕਰਕੇ ਧਾਰਮਿਕ ਬੰਦਿਆਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ। ਉਹਨਾਂ ਨੂੰ ਇੰਝ ਲੱਗਦਾ ਵੀ ਸੇਵਾ ਕਰਨਾ ਸਾਡਾ ਕੰਮ ਨਹੀਂ ਹੈ। ਉਹਨਾਂ ਨੂੰ ਇੰਝ ਲੱਗਦਾ ਵੀ ਸੇਵਾ ਕਰਨਾ ਤੇ ਮਤਲਬ ਹੋਰਨਾਂ ਦਾ ਕੰਮ ਹੈ। ਹਾਲਾਂਕਿ ਗੁਰਮਤ ਨੇ ਸੌਖਾ ਸੌਖਾ ਸਾਡੇ ਸਾਹਮਣੇ ਪਾਸਾ ਰੱਖਿਆ ਵੀ ਇੱਥੇ ਕੋਈ ਉੱਚਾ ਨੀਵਾਂ ਹੈ ਹੀ ਨਹੀਂ, ਹਰ ਇੱਕ ਨੂੰ ਸੇਵਾ ਕਰਨੀ ਚਾਹੀਦੀ ਹੈ। ਜਿਹੜਾ ਨਹੀਂ ਸੇਵਾ ਕਰੇਗਾ ਬਿਮਾਰ ਹੋ ਜਾਵੇਗਾ। ਤੇ ਭਾਈ ਗੁਰਦਾਸ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਹੱਥ ਪੈਰਾਂ ਨੂੰ ਲਾਹਨਤਾਂ ਪੈਂਦੀਆਂ ਨੇ ਜੇ ਸੇਵਾ ਨਹੀਂ ਕਰਦੇ ਪਏ। ਔਰ ਅਸਲ ਦੇ ਵਿੱਚ ਨਾ ਸਾਡੇ ਪੁਰਾਣੇ ਸਮੇਂ ਦੇ ਵਿੱਚ ਇਹ ਇੱਕ ਪਰੰਪਰਾ ਚੱਲਦੀ ਹੁੰਦੀ ਸੀ, ਹੁਣ ਵੀ ਕਿਤੇ ਨਾ ਕਿਤੇ ਚੱਲਦੀ ਹੈ। ਲੰਗਰ ਵਾਲਿਆਂ ਨੂੰ ਨਾ ਇਹ ਗੱਲ ਸਿਖਾਈ ਜਾਂਦੀ ਹੈ, ਬਰਤਨ ਧੋਣ ਵਾਲਿਆਂ ਨੂੰ, ਵੀ ਜਿੱਦਾਂ ਤੁਸੀਂ ਇਹਦੀ ਜੂਠ ਲਾਓਗੇ ਨਾ ਤੇ ਜਿੱਦਾਂ ਤੁਸੀਂ ਇਹਨੂੰ ਪਾਣੀ ਦੇ ਨਾਲ ਧੋਵੋਗੇ ਤੇ ਅੰਦਰੋਂ ਭਾਂਡਾ ਸਾਫ਼ ਨਿਕਲ ਆਉਂਦਾ, ਤੁਸੀਂ ਇਦਾਂ ਸੇਵਾ ਕਰਦੇ ਰਹੋ, ਮਾਲਕ ਤੁਹਾਡਾ ਅੰਦਰੋਂ ਭਾਂਡਾ ਧੋ ਦੇਵੇਗਾ। ਮਾਲਕ ਤੁਹਾਨੂੰ ਅੰਦਰੋਂ ਮੈਲ ਤੋਂ ਰਹਿਤ ਕਰ ਦੇਵੇਗਾ। ਪਰ ਤੁਸੀਂ ਵੇਖ ਲਓ ਹੋਇਆ ਕੀ ਹੁੰਦਾ ਹੈ। ਉਹ ਲੰਗਰ ਦੀਆਂ ਥਾਲੀਆਂ ਧੋਣ ਦਾ ਕੰਮ ਹੀ ਉਹਦਾ ਹੈ। ਮੈਂ ਤੇ ਕਹਿੰਦਾ ਵੀ 10 ਮਿੰਟ ਧੋਣੀਆਂ ਨੇ ਧੋ ਦਿਓ, ਨਹੀਂ ਧੋਤੀਆਂ ਜਾਂਦੀਆਂ ਛੱਡ ਕੇ ਚਲੇ ਜਾਓ। ਕੋਈ ਆਪੇ ਮਾਲਕ ਭੇਜ ਦੇਵੇਗਾ, ਆਪੇ ਧੋ ਕੇ ਚਲਾ ਜਾਵੇਗਾ। ਪਰ ਉੱਥੇ ਬੈਠੇ ਨੂੰ ਗੁੱਸਾ ਆਈ ਜਾਵੇ ਵੀ ਹਾਏ ਮੈਂ ਇੰਨੀਆਂ ਧੋਵਾਂ, ਮੈਂ ਕਿਉਂ ਧੋਵਾਂ, ਮੈਂ ਕਿਉਂ ਸੇਵਾ ਕਰਾਂ, ਮੈਂ ਕੀ ਕਰਾਂ। ਉਹ ਛੱਡ ਦੇਣਾ ਚਾਹੀਦਾ। ਫਿਰ ਕੁਝ ਨਹੀਂ ਬਣਦਾ ਪਿਆ। ਇਹ ਕੰਮ ਨੂੰ ਤਨਖਾਹਾਂ ਵਾਲੇ ਬੈਠੇ ਹੋਏ ਨੇ, ਉਹ ਜੋ ਮਰਜ਼ੀ ਕਰੀ ਜਾਣ। ਜੇ ਸੇਵਾ ਕਰਦਾ ਪਿਆ ਹਾਂ ਤੇ ਸੇਵਾ ਦੇ ਵਿੱਚ ਫਿਰ ਇਹ ਚੀਜ਼ਾਂ ਕਿੱਦਾਂ ਆ ਜਾਣ ਵੀ ਮੈਂ ਸੇਵਾ ਕਰਦਾ ਹਾਂ ਤੇ ਦੂਜੇ ਜਣੇ ਖਲਾਰਾ ਪਾਈ ਜਾਂਦੇ ਨੇ। ਭਾਈ ਉਹ ਬਸ ਫਿਰ ਸਮਝ ਲਓ ਵੀ ਰੱਬ ਨੇ ਖੇਡ ਹੀ ਇੱਦਾਂ ਦੀ ਰੱਖੀ ਹੈ, ਤੁਹਾਡਾ ਕੰਮ ਸੇਵਾ ਕਰਨਾ ਹੈ, ਉਹਨਾਂ ਨੂੰ ਮਾਲਕ ਨੇ ਭੇਜਿਆ ਹੀ ਇਸ ਕੰਮ ਦੇ ਲਈ ਹੈ। ਤੁਸੀਂ ਜਾਓਗੇ ਕੋਈ ਹੋਰ ਸੇਵਾ ਕਰਨ ਵਾਲਾ ਆ ਜਾਵੇਗਾ। ਇੱਥੇ ਤੁਹਾਡੇ ਵੇਖਦਿਆਂ ਕਿੰਨੇ ਸੇਵਾ ਵਾਲੇ ਆ ਜਾਂਦੇ ਨੇ। ਸਵੇਰੇ 5 ਵਜੇ ਝਾੜੂ ਲੱਗ ਜਾਂਦਾ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੇ ਅੰਦਰ। ਇੱਥੋਂ ਦੀ ਗੱਲ ਮੈਂ ਕਰਾਂ, ਪਰ ਈਵਨ ਕਿ ਮੈਂ ਕਈ ਵਾਰ ਕਲਕੱਤੇ ਦੀ ਗੱਲ ਕਰਦਾ ਹੁੰਦਾ। ਵਾਹਿਗੁਰੂ ਜੀ 4 ਮੰਜ਼ਿਲਾ ਗੁਰਦੁਆਰਾ ਸੀ, ਚੰਗਾ ਭਲਾ ਇਸ ਗੁਰਦੁਆਰੇ ਨਾਲੋਂ ਥੋੜ੍ਹਾ ਵੱਡਾ ਵੀ ਹੋਵੇਗਾ ਗੁਰਦੁਆਰਾ। ਸੰਗਤ 4 ਵਜੇ ਆਉਂਦੀ ਸੀ, 4 ਤੋਂ 5 ਵਜੇ ਤੱਕ ਸਾਰੇ ਗੁਰਦੁਆਰੇ ਤੇ ਪੋਚਾ ਲਾ ਕੇ ਚਲੀ ਜਾਂਦੀ ਹੁੰਦੀ ਸੀ। ਉਹ ਗੁਰਦੁਆਰਾ ਕਮਾਲ ਦਾ ਸੰਗਤ ਨੇ ਸੰਭਾਲਿਆ ਹੋਇਆ। ਮਰਦ ਕਹਿੰਦੇ
ਘਾਲ ਖਾਏ ਸੇਵਾ ਕਰੇ, ਸੇਵਾ ਵਾਲਾ ਪਾਸਾ ਨਾ ਛੱਡੇ। ਸੇਵਾ ਜਦੋਂ ਤੱਕ ਨਹੀਂ ਕਰਦਾ ਪਿਆ ਦਿੱਕਤ ਹੀ ਦਿੱਕਤ ਹੈ। ਘਾਲ ਖਾਏ ਸੇਵਾ ਕਰੈ, ਗੁਰ ਉਪਦੇਸ਼ ਅਵੇਸ਼ ਵਿਸੇਖੈ। ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੇ ਆਪ ਨੂੰ ਸਮਾ ਕੇ ਰੱਖੇ ਵੀ ਗੁਰੂ ਕੀ ਕਹਿੰਦਾ ਹੈ। ਫਿਰ ਆਪ ਗਣਾਏ ਨਾ ਅਪੜੈ, ਆਪ ਗਵਾਏ ਰੂਪ ਨਾ ਰੇਖੈ। ਜਿਹੜਾ ਗਿਣਤੀਆਂ ਮਿਣਤੀਆਂ ਕਰਾਉਂਦਾ ਨਾ ਵੀ ਹਾਂ ਮੈਂ ਸੇਵਾ ਕਰਦਾ ਹਾਂ, ਮੈਂ ਪਾਠ ਕਰਦਾ ਹਾਂ, ਨਾ ਅਪੜੈ, ਉਹ ਨਹੀਂ ਜੇ ਪੜ ਸਕਦਾ, ਉਹ ਨਹੀਂ ਜੇ ਪਹੁੰਚ ਸਕਦਾ। ਆਪ ਗਣਾਏ, ਜਿਹਨਾਂ ਨੂੰ ਲੱਗਦਾ ਵੀ ਮੇਰਾ ਨਾਮ ਬੋਲਿਆ ਜਾਵੇ, ਮੇਰੀ ਗੱਲ ਹੋਵੇ ਤੁਹਾਡੇ ਵਿੱਚ। ਆਪ ਗਣਾਏ ਨਾ ਅਪੜੈ, ਆਪ ਗਵਾਏ ਰੂਪ ਨਾ ਰੇਖੈ। ਮਾਲਕ ਦੇ ਵਿੱਚ ਆਪਣੇ ਆਪ ਨੂੰ ਗਵਾ ਦੇਵੇ। ਕਿੱਦਾਂ ਹੈ? ਮੁਰਦੇ ਵਾਂਗ ਮੁਰੀਦ ਹੋਏ, ਗੁਰ ਗੋਰੀ ਵੜ ਅਲਖ ਅਲੇਖੇ। ਮੁਰਦੇ ਦੇ ਵਾਂਗ, ਜਿੱਦਾਂ ਡੈੱਡ ਬੋਡੀ ਹੁੰਦੀ ਹੈ ਨਾ, ਉਹਨੂੰ ਤੁਸੀਂ ਕਿਤੇ ਸੁੱਟ ਦਿਓ, ਉਹ ਕੀ ਕਰ ਸਕਦੀ ਹੈ? ਸਤਿਗੁਰੂ ਕਹਿੰਦੇ ਸੇਵਕ ਤੇ ਫਿਰ ਇਦਾਂ ਦਾ ਹੈ ਵੀ ਮੁਰਦੇ ਦੇ ਵਾਂਗ ਮੁਰੀਦ ਹੋਵੇ। ਇਦਾਂ ਦਾ ਸੇਵਕ ਹੋਵੇ ਜਿਹਨੂੰ ਪਤਾ ਵੀ ਮੈਂ ਉਹਦੀ ਗੱਲ ਸੁਣਨੀ ਹੈ ਤੇ ਗੱਲ ਮੰਨਣੀ ਹੈ। ਇਹ ਥੋੜਾ ਵੀ ਅੱਧੀ ਮੰਨ ਲਈ ਤੇ ਅੱਧੀ ਨਹੀਂ ਮੰਨ ਲਈ। ਸਤਿਗੁਰੂ ਕਹਿੰਦੇ ਫਿਰ ਬੰਨੀ ਜਾਵੇ ਪੰਡਾ, ਆਪਣੀ ਰੱਬ ਦੀ ਖੁਸ਼ੀ ਤੇ ਹਾਸਲ ਨਹੀਂ ਕਰ ਸਕਦਾ। ਮੁਰਦੇ ਵਾਂਗ ਮੁਰੀਦ ਹੋਏ, ਗੁਰ ਗੋਰੀ ਵੜ ਅਲਖ ਅਲੇਖੇ। ਅੰਤ ਨਾ ਮੰਤ ਨਾ ਸ਼ੇਖ ਸਰੀਖੈ। ਦੇ ਇਹੋ ਜਿਹੇ ਜੀਵਨ ਦਾ ਅੰਤ ਨਾ ਤੇ ਸ਼ੇਸ਼ਨਾਗ ਪਾ ਸਕਦਾ ਤੇ ਨਾ ਕੋਈ ਹੋਰ ਮੰਤਰ ਪਾ ਸਕਦੇ ਨੇ। ਇਹ ਜ਼ਿੰਦਗੀ ਇਦਾਂ ਦੀ ਹੈ ਜਿਨ੍ਹਾਂ ਨੇ ਪ੍ਰੈਕਟੀਕਲੀ ਇਦਾਂ ਦਾ ਕਰ ਲਿਆ ਹੈ। ਆਪਣੀ ਬੋਲੀ ਸੁਧਾਰ ਲਈ, ਆਪਣੇ ਕੰਮ ਸੁਧਾਰ ਲਏ ਤੇ ਫਿਰ ਪੰਡਾਂ ਨਹੀਂ ਬੰਨੀਆਂ ਵੀ ਅਸੀਂ ਸਾਰਾ ਕੁਝ ਕਰਦੇ ਹਾਂ। ਹਜ਼ੂਰ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪਣੇ ਆਪ ਨੂੰ ਗਵਾ ਲਵੇਗਾ ਨਾ ਵੀ ਮੈਂ ਕੁਝ ਨਹੀਂ ਹਾਂ ਤੇ ਫਿਰ ਤੇ ਕੁਝ ਬਣ ਸਕਦਾ ਹੈ, ਨਹੀਂ ਤੇ ਫਿਰ ਉਹਨੇ ਹੰਕਾਰ ਤੋੜਨ ਵਾਲੇ ਵੀ ਗੁਰੂ ਘਰ ਦੇ ਵਿੱਚ ਹੀ ਬਿਠਾਏ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪਾਲਿਆ ਸੀ ਪੈਂਦੇ ਖਾਂ ਨੂੰ, ਤੇ ਮਹਾਰਾਜ ਜੀ ਦੇ ਵੱਲੋਂ ਪਹਿਲੀ ਜੰਗ ਉਹਨੇ ਕੀਤੀ ਵੀ ਸੀ। ਬਾਅਦ 'ਚ ਉਹਨੂੰ ਇੰਝ ਲੱਗਣ ਲੱਗ ਪਿਆ ਵੀ ਜੇ ਮੈਂ ਨਾ ਹੁੰਦਾ ਤੇ ਫਿਰ ਗੁਰੂ ਸਾਹਿਬ ਨੇ ਕਿੱਥੇ ਜਿੱਤ ਲੈਣਾ ਸੀ, ਕਿਉਂਕਿ ਪਠਾਨ ਸੀ ਉਹ। ਤੇ ਬਾਅਦ ਦੇ ਵਿੱਚ ਕੀ ਹੋਇਆ, ਮਹਾਰਾਜ ਨੇ 2 ਜੰਗਾਂ ਕੀਤੀਆਂ, ਸੱਦਿਆ ਹੀ ਨਹੀਂ ਉਹਨੂੰ, ਦੋਵੇਂ ਜਿੱਤ ਲਈਆਂ। ਫਿਰ ਚੌਥੀ ਵਾਰੀ ਆਈ ਤੇ ਗੁਰੂ ਸਾਹਿਬ ਦੇ ਖਿਲਾਫ ਹੋ ਕੇ ਲੜਨ ਆ ਗਿਆ। ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਹੋਇਆ ਪੈਂਦੇ ਖਾਂ, ਤੇ ਮਹਾਰਾਜ ਕਹਿੰਦੇ ਵਾਰ ਕਰ ਲਾ ਕਿ ਤੇਰੇ ਦਿਲ ਦੇ ਵਿੱਚ ਇਹ ਨਾ ਰਹਿ ਜਾਵੇ ਵੀ ਮੈਂ ਵਾਰ ਹੀ ਨਹੀਂ ਕੀਤਾ। ਔਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਵਾਰ ਕੀਤੇ ਸੀ, ਤੇ ਮਹਾਰਾਜ ਨੇ ਇੱਕੋ ਵਾਰ ਕਰਕੇ ਨਾ ਜਦੋਂ ਬੇਹੋਸ਼ ਕਰ ਦਿੱਤਾ ਨਾ, ਡਿੱਗਦਾ ਪਿਆ ਜ਼ਮੀਨ ਦੇ ਉੱਤੇ। ਤੇ ਮਹਾਰਾਜ ਜੀ ਕਹਿੰਦੇ ਨੇ ਵੀ ਭਾਈ ਅਸਲ ਦੇ ਵਿੱਚ ਵਾਰ ਇਦਾਂ ਨਹੀਂ ਕਰੀਦਾ, ਵਾਰ ਇਦਾਂ ਕਰੀਦਾ। ਤੇ ਮੋਹਸਿਨ ਫਾਨੀ ਇੱਕ ਗੱਲ ਨੂੰ ਕਹਿੰਦਾ ਹੁੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿਰਫ ਸੰਗਤ 'ਚ ਨਹੀਂ ਉਪਦੇਸ਼ ਕਰਦੇ, ਉਹ ਜੰਗ ਦੇ ਮੈਦਾਨ 'ਚ ਵੀ ਉਪਦੇਸ਼ ਕਰੀ ਜਾਂਦੇ ਨੇ। ਜੇ ਉਹਨੇ ਮਾਣ ਦਿੱਤਾ ਹੈ ਤੇ ਮਾਣ ਖੋ ਵੀ ਤੇ ਸਕਦਾ ਹੈ। ਜੇ ਉਹਨੇ ਵਡਿਆਈ ਦਿੱਤੀ ਹੈ ਤੇ ਵਡਿਆਈ ਲੈ ਵੀ ਤੇ ਸਕਦਾ ਹੈ। ਤੁਸੀਂ ਵੇਖੋ ਕਿੰਨੇ ਉੱਚੇ ਬੰਦੇ ਹੁੰਦੇ ਨੇ, 100-150 ਬੰਦਾ ਉਹਨਾਂ ਦੇ ਨਾਲ ਹਰ ਵੇਲੇ ਤੁਰਦਾ ਹੁੰਦਾ, ਇੱਕ ਇਦਾਂ ਦੀ ਗਲਤੀ ਹੋ ਜਾਂਦੀ ਲੋਕੀ ਮੂੰਹ ਵੀ ਨਹੀਂ ਲਾਉਂਦੇ। ਦਾਤਾਰ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ, ਵਿਖਾਵੇ ਨਾ ਵੀ ਮੇਰੀ ਗੱਲ ਹੋਵੇ। ਕਿਉਂ ਹੋਵੇ ਮੇਰੀ ਗੱਲ? ਮਰਦ ਬਖਸ਼ ਲਵੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਨਿਮਰਤਾ ਰੱਖ ਕੇ ਬੰਦਾ ਜੇ ਮਾਲਕ ਨੂੰ ਲੱਗਾ ਹੋਇਆ ਹੈ, ਉਧਰ ਨੂੰ ਜੁੜਿਆ ਹੋਇਆ ਹੈ, ਸਤਿਗੁਰੂ ਕਹਿੰਦੇ ਉਹਦਾ ਜੁੜਨਾ ਪ੍ਰਵਾਨ ਹੈ। ਨਹੀਂ ਤੇ ਬੰਦਿਆਂ ਦੇ ਹਾਲ ਵੇਖ ਲਓ, ਜੁੜ ਕੇ ਵੀ ਟੁੱਟੇ ਹੀ ਹੋਏ ਹੁੰਦੇ ਨੇ, ਜੁੜ ਕੇ ਵੀ ਟੁੱਟ ਜਾਂਦੇ ਨੇ। ਦਾਤਾਰ ਅਗਲਾ ਸ਼ਲੋਕ ਕਹਿੰਦੇ ਨੇ ਇਹਦਾ ਕਾਰਨ ਅਸਲ ਦੇ ਵਿੱਚ ਇਹ ਹੈ ਵੀ ਸਾਡਾ ਮਨ ਏਡਾ ਮੈਚੋਰ ਨਹੀਂ ਹੈ। ਮਨ ਈਗੋ ਦੇ ਆਖੇ ਲੱਗਦਾ ਹੈ ਕਿ ਸਾਡਾ ਨਾਮ ਕਿਉਂ ਨਾ ਬੋਲਿਆ ਜਾਵੇ, ਸਾਡੀ ਗੱਲ ਕਿਉਂ ਨਾ ਕੀਤੀ ਜਾਵੇ, ਅਸੀਂ ਰਿਸ਼ਤੇਦਾਰੀਆਂ 'ਚ ਗਏ, ਸਾਡੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ। ਅੱਜ ਤਾਂ ਅਸੀਂ ਧਾਰਮਿਕ ਜ਼ਿੰਦਗੀ ਦੀ ਗੱਲ ਹੀ ਕਰਦੇ ਪਏ ਹਾਂ। ਹਜ਼ੂਰ ਕਹਿੰਦੇ ਨੇ ਮਹਿਲਾ ਦੂਜਾ, ਜੋ ਜੀ ਹੋਏ ਸੋ ਉਗਵੇ। ਜੋ ਮੇਰੇ ਦਿਲ 'ਚ ਹੈ ਨਾ ਉਹੀ ਫਲੇਗਾ। ਜ਼ੁਬਾਨੋਂ ਤੇ ਅਸੀਂ ਸਾਰਾ ਕੁਝ ਬਦਲ ਵੀ ਲੈਂਦੇ ਹਾਂ ਵੀ ਆਹ ਚੀਜ਼ ਨਹੀਂ ਬੋਲਣੀ, ਆਹ ਚੀਜ਼ ਦਾ ਉਹਨੂੰ ਗੁੱਸਾ ਲੱਗ ਜਾਵੇਗਾ। ਜ਼ੁਬਾਨ ਦੇ ਉੱਤੇ ਤਾਂ ਥੋੜ੍ਹਾ ਬਹੁਤਾ ਕੰਟਰੋਲ ਹੈ ਵੀ ਨਹੀਂ ਆਹ ਚੀਜ਼ ਨਹੀਂ ਬੋਲਣੀ, ਪਰ ਜਿੱਦਾਂ ਦਾ ਸੁਭਾਅ ਹੈ, ਸੁਭਾਅ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਸਾਡਾ ਕਿੱਦਾਂ ਦਾ। ਔਰ ਮਹਾਰਾਜ ਇੱਦਾਂ ਕਹਿ ਲਈਏ ਵੀ ਰੱਬ ਸਾਡੀ ਜ਼ੁਬਾਨ ਤੋਂ ਨਾਲੋਂ ਸਾਡੇ ਦਿਲ ਦੇ ਨੇੜੇ ਜ਼ਿਆਦਾ ਹੈ, ਸਾਡੇ ਸੁਭਾਅ ਦੇ ਨੇੜੇ ਜ਼ਿਆਦਾ ਹੈ। ਜਿੱਦਾਂ ਦਾ ਸੁਭਾਅ ਉੱਦਾਂ ਦਾ ਫਲ ਮਿਲੀ ਜਾਂਦਾ। ਔਰ ਬਹੁਤੀ ਵਾਰ ਲੋਕਾਂ ਨੂੰ ਲੱਗਦਾ ਇੰਨੇ ਪਾਠ ਕਰਦੇ ਤਾਂ ਬਣਦਾ ਕਿਉਂ ਨਹੀਂ। ਮਹਾਰਾਜ ਕਹਿੰਦੇ ਸੁਭਾਅ ਵੀ ਤੇ ਵੇਖ ਲਓ ਨਾ, ਕੀ ਪਤਾ ਕਿੱਦਾਂ ਦਾ ਹੋਵੇ। ਫਿਰ ਸੁਭਾਅ ਥੋੜ੍ਹਾ ਅਸੀਂ ਵੇਖਦੇ ਹਾਂ, ਅਸੀਂ ਤੇ ਉੱਤੋਂ ਦੁਨੀਆ ਵੇਖਦੇ ਪਏ ਹਾਂ ਉਹਦੀ। ਜੋ ਜੀ ਹੋਏ, ਜੋ ਦਿਲ ਦੇ ਵਿੱਚ ਹੋਵੇਗਾ ਨਾ ਸੋ ਉਗਵੇ, ਉਹੀ ਬਾਹਰ ਆਉਂਦਾ ਹੈ। ਜੋ ਤੁਹਾਡੇ ਅੰਦਰ ਹੈ ਤੁਸੀਂ ਉਹੀ ਗੱਲਾਂ ਕਰੋਗੇ। ਹੁਣ ਅਸੀਂ ਜਿੰਨੇ ਬੈਠੇ ਹਾਂ ਸਾਡੇ ਵਿੱਚੋਂ ਫਾਰਸੀ ਕਿਸੇ ਨੂੰ ਵੀ ਨਹੀਂ ਆਉਂਦੀ। ਕਿਉਂ? ਕਿਉਂਕਿ ਅਸੀਂ ਸਿੱਖੀ ਨਹੀਂ, ਸਾਡੇ ਅੰਦਰ ਗਈ ਨਹੀਂ ਹੈ, ਤੇ ਬਾਹਰ ਕਿੱਦਾਂ ਆ ਜਾਵੇ। ਜੋ ਚੀਜ਼ ਅੰਦਰ ਸੁਭਾਅ ਚਲਾ ਗਿਆ ਹੈ ਉਹੀ ਸੁਭਾਅ ਸਾਡੀ ਜ਼ੁਬਾਨ ਤੋਂ ਬਾਹਰ ਆਉਂਦਾ, ਉਹੀ ਸੁਭਾਅ ਅੱਖਾਂ ਤੋਂ ਬਾਹਰ ਆਉਂਦਾ, ਉਹੀ ਸੁਭਾਅ ਹੈ। ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਹਿਆ ਵਾਓ। ਮੂੰਹ ਦੇ ਵਿੱਚੋਂ ਤਾਂ ਸਿਰਫ ਸਮਝ ਲਓ ਵੀ ਹਵਾ ਦੇ ਬੋਲ ਹੀ ਨਿਕਲਦੇ ਨੇ, ਬੋਲ ਦਾ ਤੇ ਅੰਦਰੋਂ ਸੁਭਾਅ ਹੁੰਦਾ ਹੈ। ਮੂੰਹ ਕੀ ਹੈ? ਮੂੰਹ ਤੇ ਇੱਕ ਇਸ ਇੱਦਾਂ ਨਾ ਵੀ ਇਹਦੇ ਵਿੱਚੋਂ ਹਵਾ ਨਿਕਲਦੀ ਪਈ ਹੈ, ਹੋਰ ਇਹਦੇ ਵਿੱਚੋਂ ਕੀ ਨਿਕਲਦਾ ਪਿਆ ਵੀ ਬੋਲ ਨਿਕਲਦੇ ਔਰ ਨਜ਼ਰ ਆ ਰਹੇ ਵੀ ਆ ਵੇਖੋ ਜੀ ਹੁਣ ਆਹ ਅੱਖਰ ਬੋਲਿਆ ਤੇ ਮੇਰੇ ਮੂੰਹ ਦੇ ਵਿੱਚੋਂ ਦਿਸਦਾ ਪਿਆ ਵੀ ਅੱਖਰ ਬੋਲਿਆ। ਇਹ ਤਾਂ ਹਵਾ ਨਿਕਲਦੀ ਪਈ ਅੰਦਰੋਂ।
ਵੋਕਲ ਦੀ ਜਿਹੜਾ ਸਾਰਾ ਸਿਸਟਮ ਹੈ ਉਹ ਹਵਾ ਦੇ ਉੱਤੇ ਤੇ ਖੜਾ ਹੋਇਆ ਵੀ ਸਾਹ ਲੈਂਦੇ ਹਾਂ ਤੇ ਜਦੋਂ ਸਾਹ ਬਾਹਰ ਕੱਢਦੇ ਹਾਂ ਉਹਦੇ ਨਾਲ ਬੋਲਦੇ ਹਾਂ। ਸਾਡੇ ਵਿੱਚੋਂ ਕੋਈ ਵੀ ਇਦਾਂ ਕਰਕੇ ਵੇਖ ਲਓ ਵੀ ਸਾਹ ਅੰਦਰ ਖਿੱਚਦੇ ਹਾਂ ਤੇ ਉਦੋਂ ਬੋਲਦੇ ਪਏ ਹਾਂ, ਨਹੀਂ ਬੋਲ ਸਕਦੇ। ਸਾਹ ਅੰਦਰ ਖਿੱਚਿਆ ਬੋਲਿਆ ਹੀ ਨਹੀਂ ਜਾਂਦਾ, ਸਾਹ ਬਾਹਰ ਕੱਢਦੇ ਹਾਂ ਬੋਲਿਆ ਜਾਂਦਾ। ਸਾਹ ਕੀ ਹੈ? ਸਾਹ ਹਵਾ ਹੈ। ਹਵਾ ਬਾਹਰ ਕੱਢਦੇ ਪਏ ਹਾਂ, ਬੋਲ ਬਾਹਰ ਕੱਢਦੇ ਪਏ ਹਾਂ, ਬੋਲਦਾ ਤੇ ਸਾਡਾ ਸੁਭਾਅ ਹੀ ਪਿਆ ਹੈ। ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ। ਮੂੰਹ ਦਾ ਤੇ ਬਸ ਵਾਹ ਹੀ ਹੈ, ਮੂੰਹ ਦਾ ਤੇ ਹਵਾ ਹੀ ਹੈ, ਅਸਲ ਦੇ ਵਿੱਚ ਬੋਲਦਾ ਤੇ ਸੁਭਾਅ ਪਿਆ ਹੈ ਤੇ ਉਹੀ ਸਾਹਮਣੇ ਆ ਜਾਂਦਾ ਲੋਕਾਂ ਦੇ। ਬੀਜੇ ਬਿਖ, ਬੰਦਾ ਕੀ ਕਰਦਾ ਹੈ? ਜ਼ਹਿਰ ਬੀਜਦਾ ਹੈ। ਦਿਲ ਦੇ ਵਿੱਚ ਪੂਰਾ ਜ਼ਰੀਲਾ ਹੈ, ਭਾਵੇਂ ਜਿੰਨੀ ਮਰਜ਼ੀ ਸੇਵਾ ਕਰੀ ਫਿਰਦਾ, ਜਿੰਨਾ ਮਰਜ਼ੀ ਧਾਰਮਿਕ ਹੋ ਗਿਆ। ਬੀਜੇ ਬਿਖ, ਜ਼ਹਿਰ ਬੀਜਦਾ ਪਿਆ ਹੈ ਪਰ ਕਰਦਾ ਕੀ ਹੈ? ਮੰਗੈ ਅੰਮ੍ਰਿਤ। ਮੰਗਦਾ ਹੈ ਕਿ ਮੈਨੂੰ ਜ਼ਹਿਰ ਦਾ ਫਲ ਅੰਮ੍ਰਿਤ ਮਿਲ ਜਾਵੇ। ਉਹ ਕਿੱਦਾਂ ਹੋ ਸਕਦਾ? ਬੀਜੈ ਬਿਖ ਮੰਗੈ ਅੰਮ੍ਰਿਤ, ਬੀਜਦਾ ਜ਼ਹਿਰ ਪਿਆ ਹੈ ਤੇ ਮੰਗਦਾ ਅੰਮ੍ਰਿਤ ਪਿਆ ਹੈ। ਆਪ ਲੋਕਾਂ ਦਾ ਇੰਨਾ ਬੁਰਾ ਕਰ ਦਿੱਤਾ ਤੇ ਸੋਚਦਾ ਵੀ ਲੋਕ ਮੇਰੇ ਨਾਲ ਬੁਰਾ ਨਾ ਕਰਨ। ਇਹ ਕਿੱਥੋਂ ਦਾ ਨਿਆਂ ਹੈ ਫਿਰ? ਹਜ਼ੂਰ ਕਹਿੰਦੇ ਨੇ ਬੀਜੇ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਓ, ਕਹਿੰਦੇ ਹੈਰਾਨੀ ਦੀ ਗੱਲ ਹੈ, ਇਹ ਗਿਲੇ ਤੇ ਬੜੇ ਕਰਦਾ ਹੈ ਵੀ ਉਹ ਮੇਰੇ ਨਾਲ ਉਹ ਕਰਤਾ, ਮੇਰੇ ਨਾਲ ਆਹ ਕਰਤਾ। ਮਹਾਰਾਜ ਕਹਿੰਦੇ ਆਪਣੇ ਸੁਭਾਅ ਵਾਲੇ ਵੀ ਤੇ ਵੇਖੇ ਨੇ ਆਪ ਕੀ ਕਰਦਾ ਪਿਆ ਹੈ। ਵੇਖੋ ਇਹ ਨਿਆਓ। ਫਿਰ ਅਗਲੀ ਗੱਲ ਹਜ਼ੂਰ ਕਹਿੰਦੇ ਮਹਿਲਾ ਦੂਜਾ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਸਾਨੂੰ ਸਾਡੀ ਉਮਰ ਵਾਲੇ ਹਮ ਉਮਰ ਦੋਸਤ ਚਾਹੀਦੇ ਹੁੰਦੇ ਨੇ। ਛੋਟੇ ਬੱਚੇ ਦੇ ਲਾਗੇ ਬਜ਼ੁਰਗ ਬਿਠਾ ਦੋਗੇ, ਦੋਵੇਂ ਬੋਰ ਹੋ ਜਾਣਗੇ, ਦੋਵੇਂ। ਹਾਂ, ਬਜ਼ੁਰਗਾਂ ਦੇ ਲਾਗੇ ਬਜ਼ੁਰਗ ਬਿਠਾ ਦਿਓ, ਤੁਸੀਂ ਵੇਖਿਓ ਭਾਵੇਂ ਸਾਰੀਆਂ ਗੱਲਾਂ ਸਾਰੀ ਰਾਤ ਵੀ ਕਰਦੇ ਰਹਿਣ, ਕੋਈ ਫਰਕ ਨਹੀਂ ਪੈਂਦਾ। ਸਾਡੀ ਦੋਸਤੀ ਵੀ ਉਮਰ ਵਾਲਿਆਂ ਦੇ ਨਾਲ ਹੀ ਨਿਭ ਸਕਦੀ ਹੈ। ਹਾਂ, ਜੇ ਮੈਚੋਰਿਟੀ ਹੈ ਜਾਂ ਥੋੜ੍ਹਾ ਜਿਹਾ ਪਾਸਾ ਛੱਡਿਆ ਹੋਇਆ ਫਿਰ ਤੇ ਬੱਚਿਆਂ ਦੇ ਨਾਲ ਅਸੀਂ ਟਾਈਮ ਸਪੈਂਡ ਕਰ ਸਕਦੇ ਹਾਂ, ਵੱਡਿਆਂ ਦੇ ਨਾਲ ਸਪੈਂਡ ਕਰ ਸਕਦੇ ਹਾਂ, ਪਰ ਅਸਲ ਦੇ ਵਿੱਚ ਸਾਡੀ ਦੋਸਤੀ ਜਿਹੜੀ ਹੈ ਨਾ ਉਹ ਬਰਾਬਰ ਦੇ ਨਾਲ ਹੀ ਨਿਭਦੀ ਹੈ, ਬਰਾਬਰ ਦੇ ਨਾਲ। ਹਜ਼ੂਰ ਕਹਿੰਦੇ ਨੇ ਨਾਲ ਇਆਣੇ ਦੋਸਤੀ। ਵੈਸੇ ਇੱਥੇ ਇਆਣਾ ਮਨ ਨੂੰ ਕਿਹਾ ਗਿਆ ਵੀ ਭਾਈ ਮਨ ਦੇ ਨਾਲ ਏਡੀ ਵੱਡੀ ਦੋਸਤੀ ਕੀਤੀ ਹੋਈ ਹੈ, ਇਹਦੇ ਸਿਰ ਦੇ ਉੱਤੇ ਉਦਾਂ ਹੀ ਬੜੀਆਂ ਪੰਡਾਂ ਵੱਜੀਆਂ ਨੇ ਵੀ ਮੈਂ ਆਹ ਹਾਂ ਤੇ ਮੈਂ ਆਹ ਹਾਂ। ਇਹੋ ਜਿਹੇ ਨਿਆਣੇ ਮਨ ਦੇ ਨਾਲ, ਬੱਚੇ ਮਨ ਦੇ ਨਾਲ ਦੋਸਤੀ ਕੀਤੀ ਹੈ, ਕਦੇ ਨਾ ਆਵੇ ਰਾਸ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਦੋਏ ਮਾਈ ਦੋਏ ਬਾਪਾ ਪੜ੍ਹੀਐ, ਦੋਏ ਮਾਈ ਦੋਏ ਬਾਪਾ ਪੜ੍ਹੀਐ, ਪੰਡਿਤ ਕਰੋ ਵਿਚਾਰੋ। ਸਵਾਮੀ ਪੰਡਿਤਾ ਤੁਮ ਦੇਹੋ ਮਤੀ, ਕਿਨ ਬਿਦ ਪਾਵੋ ਪ੍ਰਾਣਪਤੀ। ਮੈਨੂੰ ਆਹ ਮਤ ਦਿਓ ਨਾ ਵੀ ਜਿਹਦੇ ਵਿੱਚ ਮੈਨੂੰ ਪਤਾ ਲੱਗੇ ਵੀ ਮਨ ਕਿਹੜੇ ਪਾਸੇ ਜਾ ਰਿਹਾ। ਤੁਸੀਂ ਹੋਰ ਹੀ ਮੈਨੂੰ ਸਿਖਾਈ ਜਾਂਦੇ ਜੇ ਵੀ ਕਰਮ ਕਾਂਡ ਕਰ ਲਓ, ਤੁਹਾਡਾ ਸਾਰਾ ਕੁਝ ਹੱਲ ਹੋ ਜਾਵੇਗਾ। ਦਾਤਾਰ ਕਹਿੰਦੇ ਇਹੋ ਜਿਹੇ ਨਿਆਣੇ ਮਨ ਦੇ ਨਾਲ ਦੋਸਤੀ ਕਦੇ ਨਾ ਆਵੇ ਰਾਸ। ਕਿਉਂ? ਜਿਹਾ ਜਾਣੈ ਤਿਹੋ ਵਰਤੈ। ਉਹਨੂੰ ਜਿਹੋ ਜੀ ਸਮਝ ਹੈ ਉਹ ਉੱਦਾਂ ਹੀ ਠੀਕ ਲੱਗਦਾ। ਉਹਨੂੰ ਲੱਗਦਾ ਵੀ ਹੰਕਾਰ ਦੇ ਵਿੱਚ ਬੋਲਣਾ ਠੀਕ ਹੈ, ਇਸ ਕਰਕੇ ਬੋਲ ਦਿੰਦਾ। ਉਹਨੂੰ ਲੱਗਦਾ ਵੈਰ ਕਰਨੇ ਠੀਕ ਨੇ, ਉਹ ਵੈਰ ਕਰੀ ਜਾਂਦਾ। ਜਿਹੋ ਜਿਹਾ ਸੁਭਾਅ ਉਹੋ ਜਿਹਾ ਬੋਲ ਦਿੱਤਾ। ਵੇਖੋ ਕੋ ਨਿਰਜਾਸ, ਕਹਿੰਦੇ ਨਿਰਣਾ ਕਰਕੇ ਵੇਖ ਲਓ। ਬੱਚੇ ਦੇ ਲਾਗੇ ਬਜ਼ੁਰਗ ਨੂੰ ਬਿਠਾ ਦੇਵੋ ਤੇ ਹੁਣ ਕਹੋ ਵੀ ਇਹਨਾਂ ਦੀ ਦੋਸਤੀ ਬੜਾ ਲੰਮਾ ਸਮਾਂ ਚੱਲੇਗੀ, ਨਹੀਂ ਚੱਲ ਸਕਦੀ। ਉਹਨਾਂ ਦੀਆਂ ਗੱਲਾਂ ਦੇ ਵਿੱਚ ਬੜਾ ਵੱਡਾ ਗੈਪ ਹੈ। ਹਜ਼ੂਰ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇੱਕ ਚੀਜ਼ ਦੇ ਵਿੱਚ ਦੂਸਰੀ ਚੀਜ਼ ਤਾਂ ਹੀ ਪੈ ਸਕਦੀ ਹੈ ਜੇ ਪਹਿਲਾਂ ਪਈ ਹੋਈ ਚੀਜ਼ ਬਾਹਰ ਕੱਢਦੇ ਪਏ ਹਾਂ। ਹੁਣ ਮਨ ਦੇ ਵਿੱਚ ਪਈ ਹੋਈ ਹੈ ਈਗੋ, ਮਨ ਦੇ ਵਿੱਚ ਪਿਆ ਹੋਇਆ ਹੈ ਹੰਕਾਰ, ਮਨ ਦੇ ਵਿੱਚ ਪਈ ਹੋਈ ਹੈ ਸਿਰ ਦੇ ਉੱਤੇ ਪੰਡ, ਤੇ ਇਸ ਪੰਡ ਦੇ ਉੱਤੇ ਨਵੀਂ ਪੰਡ ਕਿੱਦਾਂ ਆ ਕੇ ਟਿਕ ਜਾਵੇਗੀ? ਜਿੱਦਾਂ ਮਹਾਰਾਜ ਨੇ ਭਾਈ ਮੰਝ ਨੂੰ ਕਿਹਾ ਸੀ ਨਾ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਇਹਦਾ ਪੰਡਾਂ ਦੇ ਉੱਤੇ ਨਵੀਂ ਪੰਡ ਵੀ ਨਹੀਂ ਟਿਕਦੀ। ਪਹਿਲਾਂ ਹੰਕਾਰ ਏਡਾ ਹੈ, ਹੰਕਾਰ ਪਰੇ ਹੋਵੇਗਾ ਤੇ ਤਾਂ ਹੀ ਕਿਤੇ ਸ਼ਬਦ ਆ ਕੇ ਵਸੇਗਾ, ਨਹੀਂ ਤੇ ਉਹ ਸ਼ਬਦ ਜਿਹੜਾ ਹੈ ਨਾ ਉਹ ਵੀ ਹੰਕਾਰ ਹੀ ਬਣਾ ਦੇਵੇਗਾ ਸਾਡਾ। ਉਹੀ ਐਨਰਜੀ ਸਹੀ ਜਾਂਦੀ ਜਾਂਦੀ ਗਲਤ ਚਲੀ ਜਾਵੇਗੀ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਦੂਜੀ ਪਾਸੇ ਹੋਵੇ ਵਸਤੂ। ਪਹਿਲੀ ਪਈ ਵਸਤੂ ਕੱਢਾਂਗੇ ਤੇ ਫਿਰ ਹੀ ਕੋਈ ਚੀਜ਼ ਉਹਦੇ ਵਿੱਚ ਪੈ ਸਕਦੀ ਹੈ, ਨਹੀਂ ਤਾਂ ਬਾਹਰ ਡੁੱਲ ਜਾਵੇਗਾ। ਉਪਦੇਸ਼ ਲਈ ਵੀ ਇਦਾਂ ਹੀ ਹੁੰਦਾ ਹੈ। ਪਹਿਲਾਂ ਸਾਡੀਆਂ ਜਿਹੜੀਆਂ ਅੰਦਰ ਬਣੀਆਂ ਹੋਈਆਂ ਖੇਡਾਂ ਨੇ, ਜਦੋਂ ਤੱਕ ਉਹ ਨਹੀਂ ਸਾਡੇ ਅੰਦਰੋਂ ਨਿਕਲਦੀਆਂ ਪਈਆਂ, ਨਵਾਂ ਉਪਦੇਸ਼ ਪੈਂਦਾ ਵੀ ਕਿੱਥੇ ਹੈ ਸਾਡੇ ਕੰਨ ਦੇ ਵਿੱਚ। ਬੰਦਾ ਸੁਣ ਕੇ ਅਣਸੁਣਿਆ ਕਰ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਸਾਹਿਬ ਸੇਤੀ ਹੁਕਮ ਨਾ ਚੱਲੈ। ਭਾਈ ਭਾਵੇਂ ਸੇਵਾ ਕਰਦਿਆਂ ਇੱਕ ਦਿਨ ਹੋਇਆ ਤੇ ਭਾਵੇਂ ਸੇਵਾ ਕਰਦਿਆਂ 20 ਦਿਨ ਹੋ ਗਏ ਤੇ ਭਾਵੇਂ 20 ਸਾਲ ਹੋ ਗਏ ਨੇ, ਮਨ ਦੇ ਵਿੱਚ ਕਿਤੇ ਇਹ ਗੱਲ ਨਾ ਆ ਜਾਵੇ ਵੀ ਵੇਖਦਾ ਭਲਾ ਰੱਬ ਮੰਨਦਾ ਕਿਉਂ ਨਹੀਂ। ਜਾਂ ਮਨਾ ਕੇ ਵੇਖ ਲਓ ਭਲਾ ਰੱਬ ਇੱਦਾਂ ਮੰਨਦਾ। ਫਿਰ ਕਦੀ ਕਿਸੇ ਨੂੰ ਇੰਝ ਲੱਗੇ ਵੀ 20 ਸਾਲ ਹੋ ਗਏ ਤੂੰ ਮੇਰੇ ਆਖੇ ਨਹੀਂ ਲੱਗਾ, 20 ਸਾਲ ਹੋ ਗਏ ਤੂੰ ਮੇਰੇ, ਮਤਲਬ ਹੁਣ ਮੈਂ 20 ਸਾਲਾਂ ਦੇ ਬਦਲੇ ਉਹਨੂੰ ਖਰੀਦਣਾ ਚਾਹੁੰਦਾ ਹਾਂ। ਪ੍ਰੋਬਲਮ ਤੇ ਇੱਥੇ ਆ ਕੇ ਖੜੀ ਹੁੰਦੀ ਹੈ। ਸਾਹਿਬ ਸੇਤੀ ਹੁਕਮ ਨਾ ਚੱਲੇ। ਮਹਾਰਾਜ ਕਹਿੰਦੇ ਉਹਦੇ ਅੱਗੇ ਹੁਕਮ ਨਹੀਂ ਜੇ ਚੱਲ ਸਕਦਾ। ਔਰ ਚੱਲ ਵੀ ਕੀ ਸਕਦਾ ਵੀ ਮੈਂ ਕਹਾਂ ਰੱਬਾ ਇੱਦਾਂ ਕਰ, ਤੇ ਰੱਬ ਮੇਰਾ ਬੱਝਾ ਥੋੜਾ ਵੀ ਇੱਦਾਂ ਹੀ ਕਰੇਗਾ। ਮੌਜ ਹੈ ਕਰ ਦੇਵੇ, ਨਹੀਂ ਕਰਦੇ ਤਾਂ ਨਹੀਂ ਕਰਦੇ, ਕਰੀ ਜਾਵਾਂ, ਫਰਸਟ੍ਰੇਟ ਹੋਈ ਜਾਵਾਂ, ਮੈਨੂੰ ਕੀ ਫਰਕ, ਰੱਬ ਨੂੰ ਕੀ ਫਰਕ ਇਹਦੇ ਨਾਲ। ਸਾਹਿਬ ਸੇਤੀ ਹੁਕਮ ਨਾ ਚੱਲੇ, ਉਹਦੇ ਅੱਗੇ ਹੁਕਮ ਨਹੀਂ ਚੱਲਦੇ, ਸਗੋਂ ਅਰਦਾਸ ਕਹੀ ਬਣੈ
ਅਰਦਾਸ ਉਹਦੇ ਅੱਗੇ ਅਰਦਾਸ ਜ਼ਰੂਰ ਕੀਤੀ ਜਾ ਸਕਦੀ ਹੈ ਵੀ ਮਹਾਰਾਜ ਬੇਨਤੀ ਹੈ, ਕਰਨਾ ਤਾਂ ਤੁਹਾਡੀ ਮਰਜ਼ੀ ਦੇ ਵਿੱਚ ਹੈ, ਪਰ ਜੇ ਇਦਾਂ ਹੋ ਜਾਵੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਅਰਦਾਸ ਹੀ ਕੀਤੀ ਜਾ ਸਕਦੀ ਹੈ। ਇਹਦੇ ਤੋਂ ਬਾਅਦ ਅਸੀਂ ਕਰ ਵੀ ਕੀ ਸਕਦੇ ਹਾਂ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ ਕੂੜ ਕਮਾਣੈ। ਪਰ ਜਿਹੜਾ ਬੰਦਾ ਸਾਰੀ ਜ਼ਿੰਦਗੀ ਕੂੜਾ ਹੀ ਇਕੱਠਾ ਕਰੀ ਜਾਂਦਾ, ਫਿਰ ਹੁੰਦਾ ਕੀ ਹੈ, ਕੂੜੋ ਹੋਵੇ ਉਹਦੇ ਅੰਦਰ ਫਿਰ ਕੂੜਾ ਹੀ ਇਕੱਠਾ ਹੋ ਜਾਂਦਾ। ਜਿਹਨੇ ਬਾਹਰੋਂ ਲੋਕਾਂ ਦਾ ਕੂੜਾ ਇਕੱਠਾ ਕੀਤਾ ਨਾ, ਉਹਦੇ ਅੰਦਰ ਵੀ ਕੂੜਾ ਹੀ ਭਰ ਗਿਆ ਹੈ, ਤੇ ਉਹ ਕੂੜਾ ਹੀ ਬਾਹਰ ਨਿਕਲੇਗਾ ਜਦੋਂ ਬਾਹਰ ਕੱਢੇਗਾ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਪਰ ਜੇ ਅੰਦਰੋਂ ਸੁਭਾਅ ਦੇ ਵਿੱਚ ਮਾਲਕ ਦੀ ਸਿਫਤ ਕਰਨੀ ਆ ਗਈ ਹੈ, ਸਤਿਗੁਰੂ ਕਹਿੰਦੇ ਫਿਰ ਵਿਗਾਸ ਹੋ ਜਾਂਦਾ ਹੈ, ਚੜ੍ਹਦੀ ਕਲਾ ਹੋ ਜਾਂਦੀ ਹੈ। ਅਗਲਾ ਬਚਨ ਹੈ ਇਹਦੇ ਨਾਲ, ਮਹਿਲਾ ਦੂਜਾ, ਨਾਲ ਇਆਣੇ ਦੋਸਤੀ ਵਡਾਰੂ ਸਿਉਨੇ। ਜਿਹੜਾ ਬਿਲਕੁਲ ਮੈਚੋਰ ਨਹੀਂ ਹੈ, ਇਆਣੇ ਦਾ ਮਤਲਬ ਇਹ ਹੈ ਜਿਹੜਾ ਬਿਲਕੁਲ ਮੈਚੋਰ ਨਹੀਂ ਹੈ ਉਹਦੇ ਨਾਲ ਦੋਸਤੀ ਕਰ ਲਈ। ਵਡਾਰੂ ਦਾ ਮਤਲਬ ਜਿਹੜਾ ਦੁਨਿਆਵੀ ਤੌਰ ਦੇ ਉੱਤੇ ਆਪਣੇ ਆਪ ਨੂੰ ਬੜਾ ਵੱਡਾ ਮੰਨਦਾ ਵੀ ਮੈਂ ਉਹ ਹਾਂ ਮੈਂ ਆ ਹਾਂ, ਇਹੋ ਜਿਹਿਆਂ ਦੇ ਨਾਲ ਵੀ ਪਿਆਰ ਜੇ ਪਾ ਲਿਆ ਜਾਵੇ। ਸਤਿਗੁਰੂ ਕਹਿੰਦੇ ਦੋਵੇਂ ਚੀਜ਼ਾਂ ਪਤਾ ਕੀ ਹੁੰਦੀਆਂ ਨੇ, ਬੱਚੇ ਦੇ ਨਾਲ ਦੋਸਤੀ ਤੇ ਵੱਡਿਆਂ ਦੇ ਨਾਲ ਪਿਆਰ। ਜਿਹੜੇ ਆਪਣੇ ਆਪ ਨੂੰ ਕੁਝ ਸਮਝਦੇ ਨੇ ਉਹ ਵੱਡੇ, ਤੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਉਹ ਬੱਚੇ। ਇੱਥੇ ਉਹਨਾਂ ਦੀ ਗੱਲ ਹੈ। ਹਜ਼ੂਰ ਕਹਿੰਦੇ ਪਾਣੀ ਅੰਦਰ ਲੀਕ ਜਿਉਂ ਤਿਸ ਦਾ ਥਾਉ ਨਾ ਥੇ ਹੋ। ਕਿਸੇ ਨੇ ਬੜੇ ਜ਼ੋਰ ਦੀ ਪਾਣੀ ਦੇ ਵਿੱਚ ਸੋਟੀ ਮਾਰੀ ਹੋਵੇ ਨਾ, ਤਾਂ ਤੁਸੀਂ ਵੇਖੋ ਇੱਕ ਅੱਧੇ ਸੈਕਿੰਡ ਦੇ ਲਈ ਉੱਥੇ ਇੱਕ ਲਾਈਨ ਬਣ ਜਾਂਦੀ ਹੈ, ਪਰ ਅਗਲੇ ਸੈਕਿੰਡ ਦੇ ਵਿੱਚ ਲਾਈਨ ਖਤਮ ਹੋ ਜਾਂਦੀ ਹੈ। ਕੌਣ ਲੱਭਦਾ ਪਾਣੀ ਦੇ ਉੱਤੇ ਪਈ ਲਕੀਰ ਨੂੰ? ਪੱਥਰ ਦੇ ਉੱਤੇ ਲਕੀਰ ਵੱਜ ਜਾਂਦੀ ਹੈ ਨਾ, ਤੇ ਪੱਥਰ ਦੇ ਉੱਤੇ ਕਦੀ ਨਹੀਂ ਪਰੇ ਹੁੰਦੀ, ਪਰ ਪਾਣੀ ਦੇ ਵਿੱਚ ਲਕੀਰ ਕੋਈ ਮਾਰੇ ਤੇ ਕੀ ਮਾਰੇਗਾ ਲਕੀਰ? ਪਾਣੀ ਦੇ ਵਿੱਚ ਲਕੀਰ ਵੱਜਦੀ ਨਹੀਂ। ਸਤਿਗੁਰੂ ਕਹਿੰਦੇ ਤੇ ਸਮਝ ਲਓ ਵੀ ਇਦਾਂ ਦੀ ਕੋਸ਼ਿਸ਼ ਹੈ ਵੀ ਜਿਹੜੇ ਮੈਚੋਰ ਨਹੀਂ ਨੇ ਉਹਨਾਂ ਦੇ ਲਾਗੇ ਬੈਠਣਾ ਜਾਂ ਹੰਕਾਰੀਆਂ ਦੇ ਲਾਗੇ ਬੈਠਣਾ ਤੇ ਸੋਚਦੇ ਆ ਵੀ ਦੋਸਤੀ ਨਿਭ ਜਾਵੇ। ਇਹ ਤੇ ਪਾਣੀ ਦੇ ਉੱਤੇ ਲਕੀਰ ਹੈ, ਅੱਜ ਹੈ ਨਹੀਂ ਹੈ ਤੇ ਕੱਲ ਵੀ ਨਹੀਂ ਹੈ, ਹੁਣ ਹੈ ਅਗਲੇ ਪਲ ਪਤਾ ਨਹੀਂ ਹੋਵੇ ਕਿ ਨਾ ਹੋਵੇ। ਇਸ ਕਰਕੇ ਤਿਸ ਦਾ ਥਾਉ ਨਾ ਥੇ ਹੋ। ਫਿਰ ਪੌੜੀ ਮਹਾਰਾਜ ਨੇ ਸਮਝਾਇਆ ਅੱਗੇ, ਚਾਕਰ ਲੱਗਿਆ ਚਾਕਰੀ ਜੇ ਚੱਲੈ ਖਸਮੈ ਭਾਏ। ਪਹਿਲੀ ਗੱਲ ਮਹਾਰਾਜ ਨੇ ਇਹ ਕਹੀ ਸੀ ਗੁਰੂ ਅੰਗਦ ਸਾਹਿਬ ਨੇ ਵੀ ਭਾਈ ਚਾਕਰ ਨਾਲੇ ਹੰਕਾਰ ਵੀ ਕਰੀ ਜਾਵੇ ਤੇ ਫਿਰ ਚਾਕਰ ਕਾਹਦਾ ਹੋਇਆ? ਚਾਕਰ ਉਹ ਹੈ, ਚਾਕਰ ਲੱਗਾ ਚਾਕਰੀ ਜੇ ਚੱਲੈ ਖਸਮੈ ਭਾਏ। ਜਿੱਦਾਂ ਮਾਲਕ ਉਹਨੂੰ ਤੋਰਨਾ ਚਾਹੁੰਦਾ ਹੈ ਉਦਾਂ ਤੁਰਨ ਦੀ ਕੋਸ਼ਿਸ਼ ਕਰੇ। ਫਿਰ ਹੁਰਮਤ ਤਿਸ ਨੂੰ ਅਗਲੀ, ਉਹ ਵਜਹ ਪੀ ਦੂਣਾ ਖਾਏ। ਹੁਰਮਤ ਦਾ ਮਤਲਬ ਹੁੰਦਾ ਹੈ ਇੱਜ਼ਤ। ਰੱਬ ਦੇ ਭਾਣੇ ਦੇ ਵਿੱਚ ਚੱਲੇਗਾ ਤੇ ਮਹਾਰਾਜ ਕਹਿੰਦੇ ਇੱਜ਼ਤ ਵੀ ਮਿਲਦੀ ਹੈ। ਵਜ਼ੋ ਦਾ ਮਤਲਬ ਹੁੰਦਾ ਹੈ ਵਜ਼ੀਫਾ, ਜਿਹਨੂੰ ਅੱਜ ਦੀ ਬੋਲੀ ਦੇ ਵਿੱਚ ਸ਼ਾਇਦ ਇਦਾਂ ਕਹਿ ਲਈਏ ਸੌਖਾ ਸੌਖਾ ਵੀ ਇੰਕਰੀਮੈਂਟ ਕਹਿ ਲਈਏ, ਨੌਕਰੀ ਵਾਲਿਆਂ ਨੂੰ ਇਹ ਜ਼ਿਆਦਾ ਛੇਤੀ ਸਮਝ ਆਵੇਗਾ। ਵਜ਼ੀਫਾ ਵੈਸੇ ਇਹ ਹੁੰਦਾ ਸੀ ਵੀ ਮਾਣ ਸਨਮਾਨ ਦੇ ਤੌਰ ਦੇ ਉੱਤੇ ਕੁਝ ਮਿਲਣਾ। ਜਿੱਦਾਂ ਤਿਉਹਾਰ ਆਉਂਦੇ ਨੇ, ਇੱਥੇ ਦਫ਼ਤਰਾਂ ਦੇ ਵਿੱਚ ਲੋਕ ਕੰਮ ਕਰਦੇ ਨੇ, ਫਿਰ ਤਿਉਹਾਰਾਂ ਦੇ ਉੱਤੇ ਤੋਹਫੇ ਮਿਲਦੇ ਨੇ ਉਹਨਾਂ ਨੂੰ, ਉਹਨੂੰ ਕਹਿ ਦਿੰਦਾ ਹੈ ਵਜ਼ੀਫਾ ਮਿਲਣਾ। ਵਜ੍ਹੋ ਗਵਾਏ ਅਗਲਾ, ਵਾਹਿਗੁਰੂ ਹੁਰਮਤ ਤਿਸ ਨੂੰ ਅਗਲੀ, ਉਹ ਵਜ੍ਹੋ ਪੀ ਦੂਣਾ ਖਾਏ। ਸਗੋਂ ਮਾਲਕ ਵੀ ਖੁਸ਼ ਰਹਿੰਦਾ ਵੀ ਆਹ ਮੇਰਾ ਸੇਵਕ ਹੈ, ਇਹ ਮੇਰੇ ਬੜੇ ਆਖੇ ਲੱਗਦਾ ਹੈ, ਇਹ ਬੜਾ ਚੰਗੇ ਤਰੀਕੇ ਨਾਲ ਸੇਵਾ ਕਰਦਾ ਪਿਆ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਖਸਮੈ ਕਰੈ ਬਰਾਬਰੀ। ਜੇ ਪੰਡ ਸਿਰ ਦੇ ਉੱਤੇ ਇਹ ਵੱਜ ਗਈ ਵੀ ਮੈਂ ਹੁਣ ਗੁਰੂ ਨਾਨਕ ਦੇ ਬਰਾਬਰ ਹੋ ਕੇ ਬਹਿ ਜਾਣਾ, ਜੇ ਪੰਡ ਇਹ ਬਹਿ ਗਈ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਤ ਦੇ ਸਕਦਾ, ਜੇ ਪੰਡ ਸਿਰ ਦੇ ਉੱਤੇ ਇਹ ਆ ਗਈ ਵੀ ਗੁਰਦੁਆਰੇ ਨੂੰ ਘੱਟ ਸਮਝ ਹੈ ਮੈਨੂੰ ਜ਼ਿਆਦਾ ਸਮਝ ਹੈ, ਹਜ਼ੂਰ ਕਹਿੰਦੇ ਖਸਮੈ ਕਰੇ ਬਰਾਬਰੀ। ਜਦੋਂ ਰੱਬ ਦੀ ਬਰਾਬਰੀ ਕਰਨ ਲੱਗ ਪੈਂਦਾ ਫਿਰ ਕੀ ਹੁੰਦਾ ਹੈ? ਫਿਰ ਗੈਰਤ ਅੰਦਰ ਪਾਏ। ਫਿਰ ਮਹਾਰਾਜ ਕਹਿੰਦੇ ਸ਼ਰਮਿੰਦਾ ਹੀ ਹੋਣਾ ਪੈਂਦਾ। ਆਪਣੀ ਪੰਡ ਜਿੱਡੀ ਮਰਜ਼ੀ ਵੱਡੀ ਕਰ ਲਵੇਗਾ ਨਾ, ਸ਼ਰਮਿੰਦਾ ਹੋਵੇਗਾ। ਗੈਰਤ ਅੰਦਰ ਪਾਏ ਵਜ੍ਹ ਗਵਾਏ ਅਗਲਾ। ਜਿਹੜਾ ਕੁਝ ਮਿਲਦਾ ਸੀ ਨਾ ਵਜ਼ੀਫੇ ਦੇ ਰੂਪ ਦੇ ਵਿੱਚ, ਮਾਣ ਸਨਮਾਨ ਦੇ ਰੂਪ ਦੇ ਵਿੱਚ, ਹਜ਼ੂਰ ਕਹਿੰਦੇ ਸਾਰਾ ਹੀ ਗਵਾ ਲਿਆ। ਅਗਲੇ ਦਾ ਅਰਥ ਹੁੰਦਾ ਹੈ ਬਹੁਤਾ। ਵਜ੍ਹ ਗਵਾਏ ਅਗਲਾ, ਜਿਹੜਾ ਬਹੁਤਾ ਮਾਲਕ ਦੇ ਵੱਲੋਂ ਮਾਣ ਸਨਮਾਨ ਮਿਲਦਾ ਸੀ ਨਾ ਉਹ ਵੀ ਗਵਾ ਲਿਆ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਵੀ ਮਾਲਕ ਦਾ ਮੇਰੇ ਤੋਂ ਬਿਨਾਂ ਨਹੀਂ ਸਰ ਸਕਦਾ। ਤੇ ਭਾਈ ਪਰਮਜੀਤ ਸਿੰਘ ਖਾਲਸਾ ਇੱਕ ਗੱਲ ਨੂੰ ਕਹਿੰਦੇ ਹੁੰਦੇ ਜੇ ਵੀ ਸਾਨੂੰ ਵਹਿਮ ਪੈ ਜਾਵੇ ਨਾ ਵੀ ਗੁਰੂ ਦਾ ਮੇਰੇ ਤੋਂ ਬਿਨਾਂ ਨਹੀਂ ਸਰਦਾ। ਚਮਕੌਰ ਦੀ ਗੜੀ ਦੇ ਵਿੱਚ ਕਹਿੰਦੇ ਸਿਰਫ 45 ਜਣੇ ਸੀ ਉਹਦੇ ਕੋਲ, ਉਹਦਾ ਤਾਂ ਵੀ ਸਰ ਗਿਆ ਸੀ, ਉਹ ਤਾਂ ਵੀ ਨਿਕਲ ਆਇਆ ਸੀ। ਮੈਨੂੰ ਲੱਗੇ ਵੀ ਮੇਰੇ ਤੋਂ ਬਿਨਾਂ ਗੁਰੂ ਘਰ ਦੀ ਗੱਡੀ ਚੱਲਣੀ ਹੈ ਕਿਤੇ। ਜਦੋਂ ਚਮਕੌਰ ਸਾਹਿਬ ਦੇ ਉਹਦੇ ਕੋਲ 45 ਜਾਣੇ ਸੀ ਤੇ ਅਸੀਂ ਥੋੜ੍ਹਾ ਜਿਹਾ ਅੱਗੇ ਮਾਛੀਵਾੜੇ ਦਾ ਸਫ਼ਰ ਪੜ੍ਹਦੇ ਹਾਂ, ਮਹਾਰਾਜ ਇਕੱਲੇ ਹੀ ਗਏ ਸੀ। ਉਹ ਇਕੱਲਾ ਵੀ ਬੜਾ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਸਾਨੂੰ ਉਹਦੀ ਲੋੜ ਹੈ, ਉਹਨੂੰ ਸਾਡੀ ਲੋੜ ਹੈ ਹੀ ਨਹੀਂ ਹੈ। ਉਹ ਆਪਣੇ ਆਪ ਦੇ ਵਿੱਚ ਬੜੀ ਮੌਜ ਦੇ ਵਿੱਚ ਚੱਲਦਾ ਹੈ, ਪਰ ਅਸੀਂ ਆਪਣੀਆਂ ਕਰਮਾਂ ਕਰਕੇ ਮਹਾਰਾਜ ਕਹਿੰਦੇ ਗਵਾ ਲੈਂਦੇ ਹਾਂ। ਵਜ੍ਹ ਗਵਾਏ ਅਗਲਾ, ਮੋਹੇ ਮੋਹ ਪਾਣਾ ਖਾਹੇ। ਮਤਲਬ ਹਰ ਵੇਲੇ ਸ਼ਰਮਿੰਦਗੀ, ਹਰ ਵੇਲੇ ਜਿੱਲਤ, ਹਰ ਵੇਲੇ ਬਦਨਾਮੀ ਉਠਾਉਂਦਾ ਰਹਿੰਦਾ ਹੈ ਵੀ ਇਹ ਸੇਵਾ ਤੇ ਕਰਦਾ ਪਰ ਹੰਕਾਰੀ ਬੜਾ ਹੈ। ਜਿਸ ਬੰਦੇ ਨੇ ਇਹ ਚੀਜ਼ ਵੇਖ ਲਈ ਵੀ ਬੜੀ ਸੇਵਾ ਕਰਦਾ ਹੈ, ਪਰ ਨਾਲ ਉਹਨੇ ਵੇਖ ਲਿਆ ਸੇਵਾ ਤੇ ਕਰਦਾ ਪਰ ਇਹਦੇ ਸਿਰ ਤੇ ਪੰਡ ਬੜੀ ਵੱਡੀ ਵੱਜੀ ਹੈ, ਫਿਰ ਬੰਦਾ ਕੀ ਕਹਿੰਦਾ? ਜਿੱਥੇ ਵੀ ਮਿਲੇਗਾ ਫਿਰ ਉੱਥੇ ਉਹੀ ਗੱਲ ਚੱਲੇਗੀ ਵੀ ਇਹ ਠੀਕ ਤੇ ਹੈ ਪਰ ਇਹਨੂੰ ਆਹ ਪ੍ਰੋਬਲਮ ਵੀ ਨਾਲ ਚੱਲਦੀ ਪਈ। ਵਜ੍ਹ ਗਵਾਏ ਅਗਲਾ, ਮੋਹੇ ਮੋਹ ਪਾਣਾ ਖਾਏ। ਫਿਰ ਗੁਰੂ ਸਾਹਿਬ ਕਹਿ ਰਹੇ ਨੇ ਜਿਸ ਦਾ ਦਿੱਤਾ ਖਾਵਣਾ। ਕਰਨਾ ਕੀ ਚਾਹੀਦਾ ਹੈ?
ਜਿਸ ਮਾਲਕ ਦਾ ਦਿੱਤਾ ਹੋਇਆ ਅਸੀਂ ਖਾਂਦੇ ਹਾਂ। ਤਿਸ ਕਹੀਏ ਸ਼ਾਬਾਸ਼, ਉਹਨੂੰ ਸ਼ਾਬਾਸ਼ ਕਹਿਣਾ ਚਾਹੀਦਾ ਹੈ, ਮਤਲਬ ਉਹਦੇ ਗੁਣ ਗਾਉਣੇ ਚਾਹੀਦੇ ਨੇ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ ਤੂੰ ਚੁਣ ਲਿਆ ਮੈਨੂੰ ਰੋਟੀ ਦੇਣ ਦੇ ਲਈ, ਮੈਂ ਕੀ ਹਾਂ ਇੱਥੇ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ। ਨਾਲ ਖਸਮ ਚੱਲੇ ਅਰਦਾਸ, ਰੱਬ ਦੇ ਅੱਗੇ ਹੁਕਮ ਨਹੀਂ ਚੱਲ ਸਕਦੇ, ਉਹਦੇ ਅੱਗੇ ਅਰਦਾਸਾਂ ਹੀ ਚੱਲਦੀਆਂ ਨੇ, ਉਹਦੇ ਅੱਗੇ ਬੇਨਤੀਆਂ ਹੀ ਚੱਲਦੀਆਂ ਨੇ। ਵੱਡਿਆਂ ਦੇ ਅੱਗੇ ਬੇਨਤੀ ਹੀ ਕੀਤੀ ਜਾਂਦੀ ਹੈ। ਅਸੀਂ ਕੀ ਕਹਿ ਸਕਦੇ ਹਾਂ ਮਾਂ ਪਿਓ ਨੂੰ, ਤੇ ਆਰਡਰ ਮੰਨ ਲਓ ਅੱਜ ਕੱਲ੍ਹ ਦੀ ਜਨਰੇਸ਼ਨ ਕਰ ਵੀ ਦਿੰਦੀ ਹੈ, ਪਰ ਬਾਹਰ ਦੀ ਦੁਨੀਆ ਦੇ ਵਿੱਚ ਓਡੇ ਵੱਡੇ ਨੂੰ ਜਾ ਕੇ ਬੌਸ ਨੂੰ ਕਹੇ ਹਾਂ ਵੀ ਮੈਂ ਤੈਨੂੰ ਆਰਡਰ ਕਰਦਾ ਇੱਦਾਂ ਕਰ, ਅਗਲਾ ਨਾਲੇ ਫੜਾ ਦਿੰਦਾ ਵੀ ਚੱਕ ਆਪਣਾ ਕਰ ਸਿਗਨੇਚਰ ਤੇ ਨਿਕਲ ਜਾ ਬਾਹਰ। ਮਹਾਰਾਜ ਕਹਿੰਦੇ ਇੱਦਾਂ ਹੀ ਖੇਡ ਵੀ ਤੇ ਇੱਦਾਂ ਹੀ ਚੱਲਦੀ ਹੈ। ਇੱਥੇ ਸਰਟੀਫਿਕੇਟ ਨਹੀਂ ਮਿਲਦੇ, ਇੱਥੇ ਦਿਲ ਦੇ ਉੱਤੇ ਸਾਰਾ ਕੁਝ ਹੋ ਜਾਂਦਾ। ਨਾਨਕ ਹੁਕਮ ਨਾ ਚੱਲਈ, ਉਹਦੇ ਅੱਗੇ ਹੁਕਮ ਨਹੀਂ ਚੱਲਦਾ। ਸੰਗਤ ਵੀ ਉਹਦੀ ਹੈ, ਗੁਰਦੁਆਰਾ ਵੀ ਉਹਦਾ ਹੈ, ਉਹ ਸਾਰਾ ਕੁਝ ਵੇਖਦਾ ਪਿਆ ਹੈ ਇਹਨਾਂ ਚੀਜ਼ਾਂ ਨੂੰ। ਤੇ ਜਿਹੜੇ ਇੱਥੇ ਹੁਕਮ ਦੀਆਂ ਪੰਡਾਂ ਲੈ ਕੇ ਤੁਰੇ ਫਿਰਦੇ ਨੇ ਵੀ ਮੇਰੇ ਆਖੇ ਲੱਗੋ, ਮੇਰੀ ਮੰਨੋ, ਫਲਾਣ ਕਰੋ, ਉਹ ਕਰੋ, ਹਜ਼ੂਰ ਕਹਿੰਦੇ ਇਹ ਕੁਝ ਵੀ ਨਹੀਂ ਚੱਲਦਾ ਮਾਲਕ ਦੇ ਘਰ ਦੇ ਵਿੱਚ। ਕਹੀ ਬਣੇ ਅਰਦਾਸ, ਉੱਥੇ ਤੇ ਅਰਦਾਸ ਹੀ ਬਣਦੀ ਹੈ, ਅਰਦਾਸ ਹੀ ਕਹੀ ਜਾਂਦੀ ਹੈ। ਮੁੱਖ ਵਿਚਾਰ ਇਸ ਪੌੜੀ ਦਾ ਇਹ ਹੈ ਕਿ ਭਾਈ ਸੇਵਾ ਕਰੀਏ, ਜ਼ਰੂਰੀ ਹੈ, ਪਰ ਇੱਦਾਂ ਨਾ ਹੋਵੇ ਕਿ ਸੇਵਾ ਕਰਦਿਆਂ ਹੰਕਾਰ ਜਿਹੜਾ ਹੈ ਉਹ ਏਡਾ ਵੱਡਾ ਸਾਡੇ ਸਿਰ ਦੇ ਉੱਤੇ ਹੋ ਜਾਵੇ ਵੀ ਮੈਂ ਹੀ ਸੇਵਾ ਕਰਦਾ ਹਾਂ, ਮੈਂ ਹੀ ਉਹ ਕੁਝ ਕਰਦਾ ਹਾਂ, ਤੇ ਨਹੀਂ ਹੁੰਦਾ ਜੇ ਮੈਂ ਨਾ ਹੋਵਾਂ। ਤੇ ਇੱਦਾਂ ਨਹੀਂ। ਮਹਾਰਾਜ ਕਹਿੰਦੇ ਉਹਦੇ ਅੱਗੇ ਅਰਦਾਸ ਕਰੀਏ ਵੀ ਉਹਦੇ ਅੱਗੇ ਹੁਕਮ ਨਹੀਂ ਚੱਲ ਸਕਦੇ, ਨਿਮਰਤਾ ਵਾਲੇ ਪਾਸੇ ਦੇ ਉੱਤੇ ਆਈਏ। ਇਹ 5 ਸ਼ਲੋਕ ਤੇ ਇੱਕ ਪੌੜੀ ਹੈ ਜਿਹੜੀ ਅੱਜ ਅਸੀਂ ਵਿਚਾਰੀ ਹੈ। ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।